श्री नानक अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुरा तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है माणक भगत वैराग श्री गुरु ग्रंथ साहिब उदद बंदों कर श्री गुरु शब्द कमाए जिना गीते पंच विकार तिन संतन को बंदना सिर चरणन पर एक अंकारा सतगुरु ते प्रसाद सच होए वाहे गुरु जी की फतेह विघ्न विनाशन सो एक अंकारा सतगुरु ते प्रसाद सच होए वाहे गुरु जी की फतेह विघ्न विनाशन सोए सतनाम श्री वाहिगुरु साहिब जी कथा मंगल हरि सिमर कथ पूरन करे करी कलुख को बागन खरे खारी पाई जिम मुक्ता लरे लरी कुमत सो तोरन हरे। वाहिगुरु जी का खालसा वाहिगुरु जी की फतेह। गुरु प्यारी खालसा साध संगत जी धन धन सतगुरु श्री गुरु ग्रंथ साहिब महाराज जी परम पवित्र साध संगत हजूरी दे अंदर नावे पातशाह शहीद सतगुरु धर्म रखियक गुरु गरीब नवाज श्री गुरु तेग बहादुर साहब महाराज जी दे पावन पंजक भजन बंदगी ताप अस्थान गुरुद्वारा श्री पोरा साहिब जी पातशाही नौवीं विखे आप हाजरियां भर के महाराज दे अस्थानां दे दर्शन दीदारे करके लाहा प्राप्त कर रहे हो। सतगुरु की बहुत ही बख्शिश हुई है जो 10 पातशाहियां दे पावन इतिहास की कथा तकरीबन 4-4.5 साल पहला प्रारंभ हुई सी। इस कथा की समाप्ति के मंगल अज आप श्रवण करांगे। शुकराना करदे होया कवि जी ने गुरु साहिब जी का 10 गुरां की महिमा कही है। कथा सुनने का महात्म क्या है। आओ बड़े प्यार सत्कार दे नाल इस पवित्र कथा की समाप्ति के प्रसंग दे विच हाजरियां भरीए। एकाग्रता बख्शो रसना करो पवित्र लवाओ हाजरी अपनी कल्याण हेतु सरबत दे भले लई आखो सतनाम श्री वाहिगुरु साहिब जी सतनाम श्री वाहिगुरु साहिब जी सतनाम श्री वाहिगुरु साहिब जी। कथा मंगल कवि जी कथा का मंगल करते हैं भी ये कथा किवें पूरी हुई है ते कथा सुनने का की लाभ है। हरि सिमर कथ पूरन करे कवि भाई संतोख सिंह जी कहते गुर सिखो हरि सिमर कथ पूर्ण करी। अपना दावा नहीं करते भी मैं कथा अपने बल दे नाल पूरी कीती है। कहते हरि का सिमरन करदिया होया वाहिगुरु वाहिगुरु जपदिया होया एक 10 गुरां दे पवित्र इतिहास की कथा मैं पूरी कीती है। पाप सिमरन द्वारा एक कथा पूरी हुई है। भाई साहब का जिहड़ा जीवन सी अमृत वेले साध संगत पहला सिमरन करते
ਭਜਨ ਬੰਦਗੀ ਤੋਂ ਬਾਅਦ ਕਥਾ ਲਿਖਣ ਵਾਸਤੇ ਆਰੰਭ ਕਰਦੇ। ਚਿਹਰੇ ਦਾ ਜਾਹੋ ਜਲਾਲ ਬੜਾ ਸੀ ਤੇ ਨੇਤਰਾਂ 'ਚੋਂ ਵੈਰਾਗ ਤੇ ਪ੍ਰੇਮ ਦਾ ਉਹਨਾਂ ਦੇ ਜਲ ਵਹਿੰਦਾ ਰਹਿੰਦਾ ਸੀ। ਤੇ ਕਵੀ ਜੀ ਕਹਿੰਦੇ ਜੋ ਇਹ 10 ਗੁਰਾਂ ਦੀ ਪਵਿੱਤਰ ਕਥਾ ਇਹ ਮੈਂ ਵਾਹਿਗੁਰੂ ਦਾ ਸਿਮਰਨ ਕਰਕੇ ਪੂਰੀ ਕੀਤੀ ਹੈ। ਜਾਂ ਇਹ ਕਥਾ ਵਾਹਿਗੁਰੂ ਦੇ ਸਿਮਰਨ ਦੇ ਨਾਲ ਭਰਪੂਰ ਹੈ। ਜਿਹੜਾ ਵੀ ਕਥਾ ਪੜ੍ਹੇ ਸੁਣੇਗਾ ਉਹ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਵੇਗਾ। ਕਰੀ ਕਲੋਕ ਕੋ ਬਾਗਨ ਖਰੇ। ਫਿਰ ਇਹ ਪਵਿੱਤਰ ਕਥਾ ਕੈਸੀ ਹੈ? ਕਹਿੰਦੇ ਵੀ ਕਰੀ ਨਾਮ ਹੈ ਹਥਨੀ ਦਾ, ਵੀ ਪਾਪਾਂ ਰੂਪੀ ਜਿਹੜੀ ਹਥਨੀ ਹੈ ਉਹਨੂੰ ਭਜਾਉਣ ਵਾਸਤੇ, ਦੂਰ ਕਰਨ ਦੇ ਲਈ ਬਾਗਣ ਖਰੀ। ਕਹਿੰਦੇ ਸ਼ੇਰਨੀ ਦੀ ਨਿਆਈ ਆ। ਜਿਵੇਂ ਜਿੱਥੇ ਸ਼ੇਰਨੀ ਭਬਕ ਮਾਰੇ ਤੇ ਹਥਨੀਆਂ ਹੁਸਨੀਆਂ ਨੱਸ ਜਾਂਦੀਆਂ ਨੇ, ਜਿਸ ਦਿਲ ਦੇ ਵਿੱਚ 10 ਗੁਰਾਂ ਦੀ ਪਵਿੱਤਰ ਕਥਾ ਵਸ ਜਾਵੇਗੀ ਉੱਥੇ ਸਾਰੇ ਹੀ ਪਾਪ ਨਾਸ ਹੋ ਜਾਣਗੇ, ਨੱਸ ਜਾਣਗੇ। ਸਾਰੀ ਭਾਈ ਜਿਮ ਮੁਕਤਾ ਲਰੇ। ਭਾਈ ਜੀ ਕਹਿੰਦੇ ਵੀ ਇਹ ਕਥਾ ਜਿਹੜੀ ਹੈ ਨਾ, ਜਿਵੇਂ ਸੁੱਚੇ ਮੋਤੀਆਂ ਦੀ ਮਾਲਾ ਹੁੰਦੀ ਹੈ ਨਾ, ਇੱਦਾਂ ਬਹੁਤ ਹੀ ਖਰੀ, ਬਹੁਤ ਹੀ ਚੰਗੀ ਸੁੱਚੇ ਮੋਤੀਆਂ ਦੀ ਲੜੀ ਦੀ ਨਿਆਈ ਹੈ। ਜਿਵੇਂ ਸੁੱਚੇ ਮੋਤੀ ਹੁੰਦੇ ਆ ਮਾਲਾ 'ਚ ਫੱਬਦੇ ਆ, ਐਵੇਂ ਗੁਰੂ ਮਹਾਰਾਜ ਦੀਆਂ ਪਵਿੱਤਰ ਜੋ ਸਾਖੀਆਂ ਨੇ, ਇਹ ਮਾਨੋ ਵੀ ਸੁੱਚੇ ਮੋਤੀਆਂ ਦੀਆਂ ਸਾਖੀਆਂ ਜਿਹੜੀਆਂ ਮਾਲਾ ਹੀ ਬਣੀ ਹੋਈ ਆ। ਲਰੀ ਕੋ ਮਤ ਸੋ ਦੂਰਨ ਹਰੇ। ਤੇ ਜਿਵੇਂ ਕੋਈ ਕੰਠ ਦੇ ਵਿੱਚ ਸਾਧ ਸੰਗਤ ਸੁੱਚੇ ਮੋਤੀਆਂ ਦੀ ਮਾਲਾ ਪਹਿਨੇ ਤੇ ਸੋਹਣਾ ਫੱਬਦਾ ਹੈ ਨਾ, ਇੱਦਾਂ ਹੀ ਜਿਨ੍ਹਾਂ ਦੇ ਅੰਦਰ ਮਹਾਰਾਜ ਦੀ ਇਹ ਕਥਾ ਵਸਦੀ ਹੈ, ਇਹ ਜੋ ਸੁੱਚੇ ਮੋਤੀਆਂ ਦੀ ਲੜੀ ਆ ਉਹਨਾਂ ਦੇ ਅੰਦਰੋਂ ਛੇਤੀ ਹੀ ਕਥਾ ਜਿਹੜੀ ਆ ਮਹਾਰਾਜ ਦੀ ਮਾੜੀ ਮਤ ਨੂੰ ਨਾਸ਼ ਕਰ ਦਿੰਦੀ ਹੈ। ਜਾਂ ਲੜੀ ਨਾਮ ਹੈ ਸੰਖਿਆ ਦਾ, ਲੜੀ ਨਾਮ ਹੈ ਕਤਾਰ ਦਾ। ਜਿਹੜੀ ਭੈੜੀ ਮਤ ਦੀ ਕਤਾਰ ਸੀ ਨਾ, ਕਵੀ ਜੀ ਕਹਿੰਦੇ ਕਥਾ ਲਿਖਦੇ ਆ, ਕਈ ਮੰਦੀ ਮਤ ਵਾਲੇ ਆ ਕੇ ਅਟਕਾਂ ਵੀ ਡਾਉਂਦੇ ਸਨ, ਪਰ ਮੈਂ ਮਹਾਰਾਜ ਦਾ ਆਸਰਾ ਲੈ ਕੇ ਉਹਨਾਂ ਦੀ ਮਤ ਬੜੀ ਛੇਤੀ ਦੂਰ ਕਰ ਦਿੱਤੇ। ਤੇ ਜਿਹੜਾ ਵੀ ਇਸ ਪਵਿੱਤਰ ਕਥਾ ਨੂੰ ਕਹਿੰਦਾ ਸੁਣਦਾ, ਦਿਲ 'ਚ ਵਸਾਉਂਦਾ ਏ, ਬੜੀ ਛੇਤੀ ਹੀ ਉਹਦੇ ਅੰਦਰੋਂ ਮਾੜੀ ਮਤ ਦੂਰ ਹੋ ਜਾਂਦੀ ਆ। ਇਸ਼ਟ ਗੁਰੂ ਗੁਰ ਅਵਤਾਰ ਮੰਗਲ। ਹੁਣ ਕਵੀ ਜੀ ਆਪਣੇ ਇਸ਼ਟ 10 ਗੁਰੂ ਸਾਹਿਬਾਂ ਦੇ ਅਵਤਾਰ ਦਾ ਮੰਗਲ ਕਰਦੇ ਨੇ ਵੀ 10 ਗੁਰੂ ਸਾਹਿਬ ਜੀ ਕੌਣ ਸਨ। ਪਾਰ ਬ੍ਰਹਮ ਕੇ ਗੁਰ ਅਵਤਾਰ। ਸਾਧ ਸੰਗਤ ਜੀ, ਵਿਸ਼ਨੂੰ ਦੇ ਅਵਤਾਰ ਹੋਏ ਨੇ 10 ਮੁਖ ਹੈ ਤੇ 23 ਉਹਦਾ ਅਵਤਾਰ ਮੰਨੇ ਗਏ ਨੇ। ਤੇ ਕਈ ਭਰਮ ਪਾਉਣ ਦੇ ਲਈ ਇਹ ਗੱਲ ਕਹਿੰਦੇ ਆ ਵੀ ਗੁਰੂ 10 ਗੁਰੂ ਜਿਹੜੇ ਆ ਵਿਸ਼ਨੂੰ ਦੇ ਅਵਤਾਰ ਹੈ, ਪਰ ਕਵੀ ਜੀ ਉਸ ਭਰਮ ਨੂੰ ਬਿਲਕੁਲ ਹੀ ਖਤਮ ਕਰਦੇ ਆਪਣੀ ਕਵਿਤਾ ਲਿਖ ਕੇ, ਪਾਰ ਬ੍ਰਹਮ ਕੇ ਗੁਰ ਅਵਤਾਰ। ਕਹਿੰਦੇ ਵੀ ਇਹ ਗੱਲ ਸਮਝ ਲਓ ਵੀ ਜਿਹੜੇ 10 ਗੁਰੂ ਅਵਤਾਰ ਹੋਏ ਨੇ ਨਾ, ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਗੁਰੂ ਕਲਗੀਧਰ ਤੱਕ, ਇਹ 10 ਗੁਰੂ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਅਵਤਾਰ ਨੇ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਅਕਾਲ ਪੁਰਖ ਵਾਹਿਗੁਰੂ ਆਪ 10 ਸਰੂਪਾਂ ਦੇ ਵਿੱਚ ਆਇਆ ਏ। ਤਾਰਨ ਹਿਤ ਜਗ ਭਗਤੀ ਉਦਾਰ। ਜਗਤ ਦੇ ਤਾਰਨ ਦੇ ਵਾਸਤੇ ਭਗਤੀ ਰੂਪ ਹੋ ਕੇ ਉਦਾਰ ਸ੍ਰੇਸ਼ਟ ਸਤਿਗੁਰੂ ਜੀ ਪ੍ਰਗਟੇ ਹਨ। ਜਾਂ ਮਹਾਰਾਜ ਸਾਹਿਬ ਜੀ ਜਗਤ ਦੇ ਵਿੱਚ ਭਗਤਾਂ ਨੂੰ ਤਾਰਨ ਦੇ ਲਈ ਬੜੇ ਉਦਾਰ ਸ੍ਰੇਸ਼ਟ ਨੇ। ਜਿਹੜੇ ਜਗਤ ਦੇ ਜੀਵ ਹੈ ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਨਾਲ ਜੋੜ ਕੇ ਤਾਰਨ ਦੇ ਲਈ ਸ੍ਰੇਸ਼ਟ ਹਨ ਪਰਮੇਸ਼ਰ ਰੂਪ ਗੁਰੂ ਸਾਹਿਬਾਨ। ਦਾਰਨ ਦੁਖ ਤੇ ਕੀਨੀ ਉਦਾਰ। 10 ਗੁਰੂ ਸਾਹਿਬਾਂ ਦੀ ਜਿਹੜਾ ਵੀ ਸਿੱਖ ਸ਼ਰਨ ਆਇਆ, ਭਿਆਨਕ ਤੋਂ ਭਿਆਨਕ ਜਿਹੜੇ ਦੁੱਖ ਸੀ ਉਹਨਾਂ ਤੋਂ ਬਚਾ ਕੇ ਤੇ ਮਹਾਰਾਜ ਜੀ ਨੇ ਜੀਵਾਂ ਦਾ, ਸਿੱਖਾਂ ਦਾ ਉਧਾਰ ਕੀਤਾ, ਪਾਰ ਉਤਾਰਾ ਕੀਤਾ ਏ। ਪਾਰੇ ਸਿੱਖੀ ਪਰੇ ਸੁਭਾਰ। ਜਿਹੜੇ ਵੀ ਜੀਵਾਂ ਨੇ ਗੁਰੂ ਨਾਨਕ ਸਾਹਿਬ, ਗੁਰੂ ਕਲਗੀਧਰ ਸਾਹਿਬ ਦੀ 10 ਗੁਰਾਂ ਦੀ ਸ਼ਰਨ ਆ ਕੇ ਸਿੱਖੀ ਧਾਰਨ ਕੀਤੀ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ, ਮੁਕਤ ਹੋ ਗਏ ਹਨ। ਇਸ਼ਟ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੰਗਲ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਦਾ ਮੰਗਲ ਕਰਦੇ ਹਨ। ਮੰਗਲ ਕਹੀਏ ਜਸ ਕਰਦੇ ਨੇ, ਮੰਗਲ ਕਹੀਏ ਸ਼ੁਕਰਾਨਾ ਕਰਦੇ ਨੇ ਵੀ ਮਹਾਰਾਜ ਤੁਹਾਡੀ ਕਿਰਪਾ ਨਾਲ ਕਥਾ ਪੂਰੀ ਹੋਈ ਆ। ਸਵਈਆ ਧਾਰ ਅਪੂਰਬ ਪੂਰਬ ਰੂਪ ਭਏ। ਸਾਧ ਸੰਗਤ ਜੀ, ਧਾਰ ਅਪੂਰਬ ਪੂਰਬ ਰੂਪ, ਜਿਹੜਾ ਪਹਿਲਾਂ ਕਦੀ ਨਹੀਂ ਸੀ ਆਇਆ। ਅਵਤਾਰ ਪਹਿਲਾਂ ਵੀ ਕਈ ਆਏ, ਪਰ ਅਪੂਰਬ ਉਹ ਹੈ ਜਿਹੋ ਜਿਹਾ ਪਹਿਲਾਂ ਕਦੀ ਹੋਇਆ ਹੀ ਨਾ ਹੋਵੇ। ਅਚਰਜ ਰੂਪ,
ਆਪ ਪੂਰਬ ਰੂਪ ਪਰਮੇਸ਼ਰ ਪਹਿਲਾ ਗੁਰੂ ਨਾਨਕ ਸਾਹਿਬ ਦਾ ਸਰੂਪ ਬਣਾ ਕੇ ਜਗਤ ਦੇ ਵਿੱਚ ਪ੍ਰਗਟ ਹੋਏ। ਭਏ ਗੁਰ ਨਾਨਕ ਜੋਤਿ ਉਦਾਰੇ। ਉਹ ਪਰਮੇਸ਼ਰ ਆਪ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਹਰੀ ਨੇ ਕਹਿੰਦੇ ਆਪ ਗੁਰੂ ਨਾਨਕ ਸਾਹਿਬ ਜੀ ਕਹਾਇਆ ਜੋਤ ਉਦਾਰਿਆ, ਜੋ ਸ੍ਰੇਸ਼ਟ ਜੋਤ ਹੈ ਪਰਮੇਸ਼ਰ ਦੀ, ਉਹ ਪਰਮੇਸ਼ਰ ਹੀ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਪ੍ਰਗਟ ਹੋਏ। ਚਾਰ ਕੇ ਦੋ ਨਰ ਪੰਥ ਭਰੇ। ਤਿੰਨ, ਜਿਹੜਾ ਕੋਈ ਭਾਵੇਂ ਇਸਤਰੀ ਹੈ ਤੇ ਭਾਵੇਂ ਕਹਿੰਦੇ ਕੋਈ ਪੁਰਖ ਹੈ, ਜਿਹੜਾ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਸਿੱਖੀ ਮਾਰਗ ਤੇ ਪੈ ਗਿਆ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਭਾਵੇਂ ਕਿਸੇ ਬੀਬੀ ਨੇ ਕਮਾ ਲਿਆ ਤੇ ਭਾਵੇਂ ਕਿਸੇ ਭਾਈ ਨੇ ਕਮਾ ਲਿਆ, ਉਹ ਸਾਰਿਆਂ ਦੀ ਮਹਾਰਾਜ ਨੇ ਕਲਿਆਣ ਕਰ ਦਿੱਤੇ। ਇਹ ਜਗ ਸਾਗਰ ਤੇ ਪਰ ਪਾਰ ਹੈ। ਉਹ ਇਸਤਰੀਆਂ ਹੋਣ ਜਾਂ ਪੁਰਖ ਹੋਣ, ਜੋ ਵੀ ਗੁਰੂ ਸਾਹਿਬ ਨਾਨਕ ਦੇਵ ਮਹਾਰਾਜ ਦੀ ਸਿੱਖਿਆ ਮੰਨਦਾ, ਸਿੱਖੀ ਧਾਰਨ ਕਰਦਾ, ਉਹ ਸੰਸਾਰ ਸਮੁੰਦਰ ਤੋਂ ਪਾਰ ਪੈ ਜਾਂਦੇ, ਮੁਕਤ ਹੋ ਜਾਂਦੇ ਨੇ। ਸਾਧ ਸੰਗਤ ਧਰਮ ਦਾ ਪ੍ਰਚਾਰ ਕਰਨ ਦੇ ਲਈ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ 22 ਮੰਜੀਆਂ ਥਾਪੀਆਂ, ਉੱਥੇ ਮਹਾਰਾਜ ਨੇ 52 ਪੀੜੇ ਥਾਪੇ। ਭਾਵ 22 ਜਿੱਥੇ ਮੁੱਖ ਰੂਪ ਵਿੱਚ ਗੁਰਸਿੱਖ ਭਾਈਆਂ ਨੂੰ ਸਿੱਖੀ ਦਾ ਉਪਦੇਸ਼ ਕਰਨ ਦੇ ਲਈ ਕਿਹਾ, ਉੱਥੇ 52 ਬੀਬੀਆਂ ਨੂੰ ਵੀ ਸਿੱਖੀ ਦਾ ਉਪਦੇਸ਼ ਪ੍ਰਚਾਰ ਕਰਨ ਦੇ ਲਈ ਮਹਾਰਾਜ ਨੇ ਥਾਪਿਆ। ਇਸਤਰੀ ਪੁਰਖ ਸਾਰੇ ਹੀ ਪਾਰ ਹੋ ਗਏ ਗੁਰੂ ਨਾਨਕ ਸਾਹਿਬ ਦੀ ਸ਼ਰਨ ਆ ਕੇ। ਭਾਰਤ ਹੈ ਗੁਣ ਟਾਰਤ ਔਗੁਣ। ਧੰਨ ਗੁਰੂ ਨਾਨਕ ਦੇਵ ਕੈਸੇ ਨੇ ਆਪਣੇ ਸੇਵਕਾਂ ਦੇ ਗੁਣਾਂ ਦੀ ਪਾਲਣਾ ਕਰਦੇ ਆ, ਪਾਪ ਵੀ ਗੁਣਾਂ ਨੂੰ ਵਧਾਉਂਦੇ ਨੇ ਵੀ ਸਿੱਖਾਂ ਦੇ ਅੰਦਰ ਗੁਣ ਨਾ ਘਟ ਜਾਣ ਕਿਤੇ ਸ਼ੁਭ ਗੁਣ, ਅਤੇ ਟਾਰਤ ਔਗਣ, ਤੇ ਜਿਹੜੇ ਔਗਣ ਨੇ ਨਾ ਮਾੜੇ ਜਿਹੜੇ ਮਾੜੇ ਖਿਆਲ ਹੈ, ਮਾੜੇ ਕਰਮ ਹੈ, ਉਹ ਗੁਰੂ ਨਾਨਕ ਸਾਹਿਬ ਜੀ ਟਾਲ ਦਿੰਦੇ ਆ, ਸਿੱਖਾਂ ਦੇ ਹਿਰਦੇ ਚੋਂ ਦੂਰ ਕਰ ਦਿੰਦੇ ਨੇ। ਗਿਆਨ ਸਿਖਾਰਤ ਬਾਕ ਵਿਚਾਰ। ਗੁਰੂ ਨਾਨਕ ਸਾਹਿਬ ਆਪਣੇ ਸਿੱਖਾਂ ਨੂੰ ਗਿਆਨ, ਬ੍ਰਹਮ ਗਿਆਨ ਦੀ ਸਿੱਖਿਆ ਦਿੰਦੇ ਨੇ, ਤੇ ਜਿਹੜਾ ਵੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦੀ, ਸਤਿਗੁਰੂ ਦੇ ਬਚਨਾਂ ਦੀ ਵਿਚਾਰ ਕਰਦਾ ਹੈ, ਉਹ ਗਿਆਨੀ ਬਣ ਜਾਂਦਾ ਹੈ, ਬ੍ਰਹਮ ਨੂੰ ਪ੍ਰਾਪਤ ਕਰ ਲੈਂਦਾ ਹੈ। ਚਾਰੋਂ ਵੇਦ ਉਚਾਰ ਹੈ ਸਾਰ। ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਪੜ੍ਹਨ ਦੇ ਨਾਲ 4 ਵੇਦਾਂ ਦਾ ਹੀ ਸਾਰ ਆ ਜਾਂਦਾ ਹੈ, ਜਾਂ 4 ਵੇਦਾਂ ਤੋਂ ਵੀ ਸ੍ਰੇਸ਼ਟ ਗੁਰਬਾਣੀ ਦੀ ਸਮਝ ਆ ਜਾਂਦੀ ਹੈ। ਅੰਦਤ ਹਉ ਅਬ ਮੋਹਿ ਉਧਾਰ। ਕਵੀ ਜੀ ਕਹਿੰਦੇ ਐਸੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮੈਂ ਮੱਥਾ ਟੇਕਦਾ ਵੀ ਹੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ, ਕਿਰਪਾ ਕਰੋ ਜਿਵੇਂ ਜਗਤ ਦੇ ਅਨੇਕਾਂ ਜੀਵ ਤਾਰੇ, ਮੈਂ ਕਵੀ ਸੰਤੋਖ ਸਿੰਘ ਨੂੰ ਵੀ ਉਧਾਰ ਦਿਓ, ਮੇਰਾ ਵੀ ਮਹਾਰਾਜ ਜੀ ਪਾਰ ਉਤਾਰਾ ਕਰ ਦਿਓ। ਇਸ਼ਟ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਮੰਗਲ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦਾ ਮਹਿਮਾ ਮੰਡਲ ਕਰਦੇ ਹਨ। ਚਤਰਪਦਾ ਛੰਦ ਜਾਲ ਜੰਜਾਲ ਫਸੇ ਜੋ ਮਿਲੇ। ਕਵੀ ਜੀ ਸਾਧ ਸੰਗਤ ਕਵਿਤਾ ਦਾ ਵੀ ਸਿਰਾ ਕਰ ਰਹੇ ਨੇ ਸਮਾਪਤੀ ਤੇ, ਜਾਲ ਜੰਜਾਲ ਫਸੇ ਜੋ ਮਿਲੇ। ਜੰਜਾਲ ਨਾਮ ਹੈ ਸਾਧ ਸੰਗਤ ਜਿਹੜੇ ਸੰਸਾਰ ਦੇ ਕੰਮ ਧੰਦੇ ਜਿਨ੍ਹਾਂ ਦੇ ਵਿੱਚ ਜੀਵ ਝਗੜੇ ਝਾਂਬਿਆਂ 'ਚ ਜਾਲ ਨਾਮ ਹੈ ਫਸੇ ਹੋਏ ਨੇ। ਜਾਲ ਨਾਮ ਫਾਹੀ ਦਾ ਵੀ ਸੰਸਾਰ ਦੇ ਝਗੜੇ ਝਾਂਬਿਆਂ ਦੀ ਫਾਹੀ ਦੇ ਵਿੱਚ ਜਿਹੜੇ ਜੀਵ ਮਿਲੇ ਹੋਏ ਸਨ, ਫਸੇ ਹੋਏ ਸਨ, ਜਿਨ੍ਹਾਂ ਦੇ ਗਲ ਦੇ ਵਿੱਚ ਕਹਿ ਲਓ ਵੀ ਦੁਨਿਆਵੀ ਧੰਦਿਆਂ ਦਾ ਫਾਹਾ ਪਿਆ, ਉਹਨਾਂ ਚੋਂ ਜਿਹੜਾ ਵੀ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਆ ਕੇ ਗੁਰੂ ਸਾਹਿਬ ਜੀ ਨੂੰ ਮਿਲਿਆ ਏ, ਦਾਸਨ ਬ੍ਰਿੰਦ ਵਿਕਾਰਨ ਜਾਲ। ਉਹਨਾਂ ਦਾਸਾਂ ਦੇ ਜਿਹੜੇ ਸਮੂਹ ਵਿਕਾਰ ਸਨ, ਉਹਨਾਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ ਸਾੜ ਕੇ ਦਗਧ ਕਰ ਦਿੱਤਾ ਹੈ। ਉਹਨਾਂ ਦੇ ਗਲ ਦੇ ਵਿੱਚੋਂ ਪਈ ਹੋਈ ਧੰਦਿਆਂ ਦੀ ਫਾਹੀ ਸਤਿਗੁਰੂ ਸਾਹਿਬ ਜੀ ਨੇ ਨਾਸ਼ ਕਰ ਦਿੱਤੀ ਹੈ। ਜਾਲਨ ਕੋ ਉਪਦੇਸ਼ ਬਖਾਨ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਕੈਸੇ ਨੇ ਵੀ ਜਾਲਣ ਨਾਮ ਹੈ ਸਮੂਹ ਦਾ, ਬਹੁਤਿਆਂ ਨੂੰ, ਸਾਰਿਆਂ ਨੂੰ ਆਪਣਾ ਪਰਮ ਪਵਿੱਤਰ ਉਪਦੇਸ਼ ਮਹਾਰਾਜ ਨੇ ਕਿਹਾ। ਗੁਰੂ ਅੰਗਦ ਸਾਹਿਬ ਜੀ ਨੇ ਸਾਰਿਆਂ ਦੇ ਤਾਈਂ ਸਿੱਖਿਆ ਕਹੇ। ਸ੍ਰੀ ਸਤਨਾਮ ਕੀ ਦੇ ਜਪਮਾਲ। ਸਾਰੇ ਗੁਰ ਸਿੱਖਾਂ ਨੂੰ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਦੀ ਜਪਮਾਲਾ ਦੇ ਦਿੱਤੇ ਵੀ ਗੁਰ ਸਿੱਖੋ ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਇਹੀ ਤੁਹਾਡੀ ਮਾਲਾ ਏ। ਮਾਲਿਕ ਦੀਨ ਦੁਨੀ ਗੁਰ ਅੰਗਦ। ਐਸੇ ਗੁਰੂ ਅੰਗਦ ਦੇਵ ਮਹਾਰਾਜ ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ ਮਾਲਕ, ਦੋਹਾਂ ਜਹਾਨਾਂ ਦੇ ਮਾਲਕ ਹਨ। ਵੰਦਨ ਤੇ ਕਰ ਦੇਤ ਨਿਹਾਲ।
ਜਿਹੜਾ ਗੁਰੂ ਅੰਗਦ ਸਾਹਿਬ ਜੀ ਨੂੰ ਕੇਵਲ ਮੱਥਾ ਹੀ ਟੇਕ ਲੈਂਦਾ ਨਾ, ਉਪਦੇਸ਼ ਮੰਨਣਾ ਵੀ ਜ਼ਰੂਰੀ ਹੈ, ਉਹ ਗੱਲ ਬਾਅਦ ਦੀ ਹੈ, ਪਰ ਜਿਹੜਾ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਮੱਥਾ ਹੀ ਟੇਕ ਦਿੰਦਾ ਏ, ਹਾਲ ਭਲੋ ਪਰ ਲੋਕ ਤਿਨੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਬੰਧਨ ਤੇ ਕਰ ਦੇਤ ਨਿਹਾਲ, ਨਿਹਾਲ ਦੁੱਖਾਂ ਤੋਂ ਰਹਿਤ ਕਰ ਦਿੰਦੇ ਨੇ, ਐਸ ਲੋਕ ਦੇ ਦੁੱਖ ਵੀ ਦੂਰ ਕਰ ਦਿੰਦੇ ਆ, ਹਾਲ ਭਲੋ ਪਰਲੋਕ ਤਨੈ। ਤੇ ਉਹ ਗੁਰਸਿੱਖਾਂ ਦਾ ਪਰਲੋਕ ਵਿੱਚ ਵੀ ਚੰਗਾ ਹੀ ਹਾਲ ਹੁੰਦਾ, ਉਹਨਾਂ ਦੀ ਜੈ ਜੈਕਾਰ ਹੁੰਦੀ ਆ। ਮੈਂ ਫੇਰ ਫਸੈ ਕਬਹੂ ਜਮ ਜਾਤ। ਤੇ ਜਿਨ੍ਹਾਂ ਦੇ ਗੁਰੂ ਅੰਗਦ ਸਾਹਿਬ ਜੀ ਦੀ ਨਜ਼ਰੋਂ ਮਿਹਰ ਕਰਮ ਹੋ ਗਈ, ਮਿਹਰਾਮਤ ਹੋ ਗਏ, ਉਹ ਮਨੁੱਖਾ ਫਿਰ ਮੁੜ ਕੇ ਕਦੇ ਵੀ ਜਮਾਂ ਦੀ ਫਾਹੀ ਦੇ ਵਿੱਚ ਨਹੀਂ ਫਸਦੇ, ਜੰਮਣ ਮਰਨ ਦੇ ਵਿੱਚ ਨਹੀਂ ਆਉਂਦੇ। ਇਸ਼ਟ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮੰਗਲ। ਧੰਨ ਗੁਰੂ ਅਮਰਦਾਸ ਸਾਹਿਬ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਗੁਰੂ ਅਮਰਦਾਸ ਜੀ ਦੀ ਮਹਿਮਾ ਕਰਦੇ ਨੇ। ਸੋਈਆ ਮੋਹਿ ਹਿਰਦੈ ਬਸ ਕੈ ਨਿਸ ਬਸ। ਬੇਨਤੀ ਕਰਦੇ ਆ, ਹੇ ਸਤਿਗੁਰੂ ਅਮਰਦਾਸ ਜੀ ਮਹਾਰਾਜ ਮੇਰੇ ਹਿਰਦੇ 'ਚ ਰਾਤ ਦਿਨ ਤੁਸੀਂ ਨਿਵਾਸ ਰੱਖੋ। ਕਵੀ ਬੇਨਤੀ ਆਪਣੇ ਲਈ ਕਰ ਰਿਹਾ ਹੈ, ਪਰ ਇਹ ਕਵਿਤਾ ਸਾਂਝੀ ਹੁੰਦੀ, ਹਰ ਇੱਕ ਸਿੱਖ ਕਹਿ ਸਕਦਾ ਹੈ ਗੁਰੂ ਅਮਰਦਾਸ ਜੀ ਮੇਰੇ ਹਿਰਦੇ ਦੇ ਵਿੱਚ ਰਾਤ ਵੀ ਵਸੋ ਤੇ ਦਿਨੇ ਵੀ ਤੁਹਾਡਾ ਹੀ ਵਾਸਾ ਹੋਏ। ਨਾਸ਼ ਕਲੇਸ਼ ਕਰੋ ਹੋਏ ਮੋਹ ਨਾ। ਮਹਾਰਾਜ ਜੀ ਕਲੇਸ਼ਾਂ ਦਾ ਨਾਸ਼ ਕਰ ਦਿਓ, ਜਿਹੜੇ ਅਵਿਦਿਆ ਅਸਮਤਾ ਰਾਗ ਦਵੈਸ਼ ਆਦਿਕ ਪੰਜ ਅਭਿਨਵੇਸ਼ ਆਦਿਕ ਪੰਜ ਕਲੇਸ਼ ਨੇ, ਇਹ ਕਲੇਸ਼ਾਂ ਦਾ ਨਾਸ਼ ਕਰੋ ਜਿਹਦੇ ਕਰਕੇ ਦੁਖੀ ਹੋਈਦਾ ਹੈ। ਹੋਏ ਮੋਹ ਨਾ, ਤੇ ਐਸੀ ਕਿਰਪਾ ਕਰੋ ਵੀ ਸਾਰੇ ਦੁੱਖਾਂ ਕਲੇਸ਼ਾਂ ਦੀ ਜੜ ਜਿਹੜੀ ਮੋਹ ਹੈ ਇਹ ਵੀ ਮੇਰੇ ਅੰਦਰ ਨਾ ਹੋਵੇ, ਮੋਹ ਵੀ ਸਾੜ ਦਿਓ। ਮੋਹਨ ਕੇ ਬਿੰਦ ਸ੍ਰੀ ਗੁਰ ਪੂਰਨ। ਇੱਥੇ ਮੋਹਨ ਸ਼ਬਦ ਚੱਲੇਗਾ ਨਾਲ ਨਾਲ, ਕਹਿੰਦੇ ਮੋਹਨ ਕੇ ਪਿਤ ਸ੍ਰੀ ਗੁਰਪੂਰਨ। ਬਾਬਾ ਮੋਹਨ ਜੀ ਵੱਡੇ ਪੁੱਤਰ ਸਨ ਗੁਰੂ ਅਮਰਦਾਸ ਜੀ ਦੇ, ਕਹਿੰਦੇ ਹੇ ਬਾਬਾ ਮੋਹਨ ਜੀ ਦੇ ਪਿਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੁਸੀਂ ਪਰਿਪੂਰਨ ਹੋ, ਸਰਬ ਕਲਾ ਸਮਰੱਥ ਹੋ। ਦਾਸਨ ਕੇ ਕਰਤਾ ਮਨ ਮੋਹਨ। ਆਪਣੇ ਦਾਸਾਂ ਦੇ ਮਨ ਨੂੰ ਮੋਹ ਲੈਂਦੇ ਹੋ ਮਹਾਰਾਜ, ਆਪਣੇ ਸੇਵਕਾਂ ਦੇ ਦਿਲ ਆਪਣੇ ਪਿਆਰ ਵਿੱਚ ਪਰੋ ਲੈਂਦੇ ਹੋ। ਇਹ ਨਾ ਲੋਭ ਲੋਭ ਕਬੈ। ਤੇ ਮੇਰੀ ਕਵੀ ਦੀ ਇਹ ਬੇਨਤੀ ਹੈ ਵੀ ਹੋਏ ਨਾ ਲੋਭ ਕੋ ਲੋਭ ਕਬੈ। ਲੋਭ ਪਦਾਰਥਾਂ ਦਾ ਮੇਰੇ ਮਨ ਵਿੱਚ ਕਦੀ ਲੋਭ ਲਾਲਚ ਨਾ ਆਵੇ, ਕਦੀ ਪਦਾਰਥਾਂ ਵਾਸਤੇ ਨਾ ਮਹਾਰਾਜ ਮੈਂ ਡੋਲਦਾ ਫਿਰਾਂ। ਨਹਿ ਕਾਮ ਕੋ ਕਾਮ ਹੰਕਾਰ ਨ ਕੋਰੋ। ਤੇ ਨਾ ਹੀ ਮੇਰੇ ਮਨ ਦੇ ਵਿੱਚ ਮਹਾਰਾਜ ਜੀ ਉਹ ਹਿਰਦੇ ਦੇ ਵਿੱਚ ਕਾਮ ਦਾ ਕੀ ਹੈ, ਕਾਮਣਾ ਕਾਮ ਦੀ ਵਾਸ਼ਨਾ ਨਾ ਫੁਰੇ। ਨਹਿ ਕਾਮ ਕੋ ਕਾਮ ਭਾਵ ਕਾਮ ਵਾਸ਼ਨਾ ਦਾ ਫੁਰਨਾ ਵੀ, ਕੋਈ ਮੇਰੀ ਕਾਮਨਾ ਵੀ ਅੰਦਰ ਨਾ ਮੇਰੇ ਹਿਰਦੇ ਜਾਵੇ, ਮੇਰੇ ਦਿਲ ਵਿੱਚੋਂ ਹੰਕਾਰ ਦੂਰ ਕਰ ਦਿਓ, ਮੇਰੇ ਹਿਰਦੇ ਜੋ ਮਹਾਰਾਜ ਕ੍ਰੋਧ ਨਾਸ਼ ਕਰ ਦਿਓ। ਕੋ ਹਸੀ ਓਟ ਸਦਾ ਨਿਜ ਦਾਸਨ। ਕਹੋ ਨਾ ਮੈਂ ਪਹਾੜ ਦਾ, ਮਹਾਰਾਜ ਤੁਹਾਡੇ ਦਾਸਾਂ ਨੂੰ ਤੁਹਾਡਾ ਪਹਾੜ ਵਰਗਾ ਆਸਰਾ ਏ। ਦੁਨੀਆ 'ਚ ਆਪਾਂ ਕਈ ਵਾਰ ਕਹਿ ਦਿੰਦੇ ਨਾ ਫਲਾਣੇ ਤੇਰਾ ਤੇ ਪਹਾੜ ਵਰਗਾ ਆਸਰਾ ਏ, ਇਹ ਤੇ ਗੱਲਾਂ ਕਹਿਣ ਦੀਆਂ ਹੁੰਦੀਆਂ ਨੇ, ਸਭ ਭੱਜ ਜਾਂਦੇ ਨੇ, ਪਰ ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਜੀ ਤੁਹਾਡਾ ਦੇ ਪਹਾੜ ਵਰਗਾ ਸਾਨੂੰ ਆਸਰਾ ਏ। ਤੁਹਾਡੇ ਆਸਰੇ ਦੇ ਮਹਾਰਾਜ ਸਾਹਿਬ ਜੀਓ ਅਸੀਂ ਸੰਸਾਰ ਦੇ ਵਿੱਚ ਆਨੰਦ ਮਾਣ ਰਹੇ ਹਾਂ। ਨਾਨਕ ਦੀਨ ਕਰੇ ਨਿਰਮੋਹਨ। ਜਿਨ੍ਹਾਂ ਗੁਰਸਿੱਖਾਂ ਨੂੰ ਤੁਸੀਂ ਨਾਮ ਦਾ ਦਾਨ ਦੇ ਦਿੱਤਾ, ਇਹਨਾਂ ਨੂੰ ਨਿਰਮੋਹਨ ਕਰ ਦਿੱਤਾ ਹੈ, ਮੋਹ ਆਦਿਕ ਤੋਂ ਰਹਿਤ ਕਰ ਦਿੱਤਾ ਏ। ਇਸ਼ਟ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮੰਗਲ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਮਹਿਮਾ ਕਰਦੇ ਹਨ ਕਵੀ। ਹਰਦਾਸ ਤਨੈ ਹਰਦਾਸ ਪਨੈ। ਹਰਦਾਸ ਤਨੇ, ਕਹਿੰਦੇ ਬਾਬਾ ਹਰਦਾਸ ਜੀ ਦੇ ਪੁੱਤਰ ਕਹਾਏ। ਗੁਰੂ ਰਾਮਦਾਸ ਸਾਹਿਬ ਜੀ ਦੇ ਪਿਤਾ ਦਾ ਨਾਮ ਸੀ ਬਾਬਾ ਹਰਦਾਸ ਜੀ, ਕਹਿੰਦੇ ਹਰਦਾਸ ਜੀ ਦੇ ਪੁੱਤਰ ਕਹਾਏ ਹਰਦਾਸ ਪਨੈ। ਤੇ ਸਾਰੇ ਹੀ ਆਪ ਜੀ ਗੁਰੂ ਰਾਮਦਾਸ ਜੀ ਐਸੇ ਨਿਮਰਤਾਵਾਨ ਵੀ ਆਪਣੇ ਆਪ ਨੂੰ ਰੱਬ ਦੇ ਦਾਸ ਕਹਾਇਆ, ਭਾਵ ਰਾਮਦਾਸ ਹੀ ਸਦਾ ਕਹਾਉਂਦੇ ਰਹੇ। ਹਰ ਰੂਪ ਬਨੈ ਹਰ ਪੂਜਤ ਹੈ ਜਿਨ। ਭਾਵੇਂ ਕਹਾਉਂਦੇ ਆਪ ਮਹਾਰਾਜ ਹਰੀ ਦੇ ਦਾਸ ਰਹੇ ਆਪਣੇ ਆਪ ਨੂੰ, ਪਰ ਹਰ ਰੂਪ ਬਣੈ ਤੁਸੀਂ ਹਰੀ ਦਾ ਹੀ ਰੂਪ ਫੱਬ ਰਹੇ ਹੋ। ਹਰੀ ਆਪ ਪ੍ਰਗਟ ਹੋਇਆ ਹੈ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਰੂਪ ਦੇ ਵਿੱਚ। ਹਰ ਪੂਜਤ ਹੈ ਜਿਨ, ਹਰ ਵਿਸ਼ਨੂੰ ਵੀ ਜਿਸ ਆਪ ਜੀ ਦੀ ਪੂਜਾ ਕਰਦਾ ਹੈ, ਹਰ ਸ਼ਿਵ ਜੀ ਵੀ ਜਿਸ ਆਪ ਜੀ ਦੀ ਪੂਜਾ ਕਰਦਾ ਹੈ। ਹਰ ਨਾਮ ਪਾਣੀ ਦਾ, ਪਾਣੀ ਤੋਂ ਵਰਣ ਦੇਵਤਾ, ਵਰਣ ਦੇਵਤਾ ਵੀ ਜਿਸ ਗੁਰੂ ਰਾਮਦਾਸ ਸਾਹਿਬ ਆਪ ਜੀ ਦੀ ਪੂਜਾ ਕਰਦਾ ਹੈ। ਹਰ ਨਾਮ ਹੈ ਸਾਰਿਆਂ ਦਾ, ਸੰਸਾਰ ਦੇ ਸਾਰੇ ਹੀ ਜੀਵ ਜਿਸ ਆਪ ਜੀ ਨੂੰ ਪੂਜ ਰਹੇ ਮਨਾ ਰਹੇ ਨੇ। ਗੁਰੂ ਰਾਮਦਾਸ ਦੇ ਦਰ ਦੇ ਉੱਤੇ ਅੰਮ੍ਰਿਤਸਰ ਸਾਹਿਬ
ਸਭ ਦੁਨੀਆ ਦੇ ਸਭ ਧਰਮਾਂ ਦੇ ਮਜ਼ਹਬਾਂ ਦੇ ਲੋਕ ਆ ਕੇ ਝੁਕਦੇ ਹਨ। ਹਰ ਦੋਸ਼ਨ ਦੈ ਸੁਖ ਦਾਸਨ ਕੋ ਔਰ ਹਰ ਦੋਸ਼ਨ ਹਰੀ ਹਰ ਦਾ ਨਾਮ ਹੈ ਨਾਸ਼ ਕਰਨ ਦਾ। ਇੱਥੇ ਹਰ ਹਰ ਸ਼ਬਦ ਹੀ ਚੱਲੇਗਾ ਜਿਹਦੇ ਪਿੱਛੇ ਮੋਹਨ ਆਇਆ। ਕਵੀ ਜੀ ਕਹਿੰਦੇ ਹੈ ਗੁਰੂ ਰਾਮਦਾਸ ਜੀ ਆਪਣੇ ਜਿਹੜੇ ਤੁਹਾਡੇ ਦਾਸ ਨੇ ਉਹਨਾਂ ਦੇ ਅੰਦਰੋਂ ਤੁਸੀਂ ਦੋਸ਼ ਪਾਪ ਨਾਸ਼ ਕਰ ਦਿੰਦੇ ਹੋ ਤੇ ਆਪਣੇ ਦਾਸਾਂ ਨੂੰ ਦੋਹਾਂ ਲੋਕਾਂ ਦੇ ਸੁਖ ਬਖਸ਼ਦੇ ਹੋ। ਮੋਹ ਤੇ ਆਦ ਵਿਕਾਰ ਭਰੇ ਜਿਨ ਆ ਜਿਹੜੇ ਜੀਵ ਮੋਹ ਆਦਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਦੇ ਨਾਲ ਭਰੇ ਸੇ ਕਿਰਪਾ ਕਰਕੇ ਸਾਰੇ ਵਿਕਾਰ ਦੂਰ ਕਰਤੇ ਤੇ ਸੁਖਦਾਈ ਨਾਮ ਹਿਰਦੇ 'ਚ ਵਸਾ ਦਿੱਤਾ। ਹਰ ਦੇਤ ਜਨੇ ਬਰ ਮਾਨਵ ਸੇ ਜਿਨ੍ਹਾਂ ਨੂੰ ਇਹ ਗੁਰੂ ਰਾਮਦਾਸ ਸਾਹਿਬ ਜੀ ਤੁਸੀਂ ਵਰੋਸਾ ਦਿੰਦੇ ਹੋ ਨਾ ਉਹ ਸ੍ਰੇਸ਼ਟ ਮਨੁੱਖ ਹੋ ਜਾਂਦੇ। ਜਿਵੇਂ ਬਾਬਾ ਆਦਮ ਗੁਰੂ ਰਾਮਦਾਸ ਜੀ ਦੀ ਸੇਵਾ 'ਚ ਆਏ ਬਿਰਧ ਸੇ ਸੰਤਾਨ ਨਹੀਂ ਸੀ। ਮਹਾਰਾਜ ਕਹਿੰਦੇ ਮੰਗੋ ਕੁਝ। ਉਹਨਾਂ ਦੇ ਘਰੋਂ ਮਾਈ ਨੇ ਮੰਗਿਆ ਮਹਾਰਾਜ ਜੇ ਦੇਣਾ ਹੀ ਹੈ ਤੇ ਕਿਰਪਾ ਕਰੋ ਸਾਡੇ ਤੇ ਇਹ ਬਖਸ਼ਿਸ਼ ਕਰੋ ਵੀ ਸੋਨੇ ਦੀ ਮਧਾਣੀ ਹੋਵੇ ਤੇ ਪੋਤ ਨੂੰ ਉਹਨੂੰ ਰਿੜਕਦੀ ਵੇਖਾਂ। ਸਾਰਾ ਕੁਝ ਹੀ ਮੰਗ ਲਿਆ ਪੁੱਤਰ ਪੋਤਰੇ ਪੋਤ ਨੂੰ ਤਿੱਕਰ। ਤੇ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਸੀ ਤੁਹਾਡੀ ਕਰਮਾਂ 'ਚ ਤਾਂ ਹੈ ਨਹੀਂ ਸੀ ਸੰਤਾਨ ਪਰ ਆਪਣੀ ਭਗਤੀ ਦੀ ਅੰਸ਼ ਦੇ ਵਿੱਚੋਂ ਤੁਹਾਨੂੰ ਪੁੱਤਰ ਦਿੰਦੇ ਆ। ਜਿਹਨੂੰ ਵੀ ਮਹਾਰਾਜ ਗੁਰੂ ਰਾਮਦਾਸ ਜੀ ਨੇ ਵਰੋਸਾਇਆ ਉਹ ਸ੍ਰੇਸ਼ਟ ਹੋ ਗਏ ਦੁਨੀਆ ਦੇ ਪੂਜਨੀਕ ਹੋ ਗਏ। ਪਰ ਪੰਡ ਭਏ ਜਮ ਰੂਪ ਵਿਖੈ ਜਨ ਪਰ ਭੰਡ ਭਏ ਕਹਿੰਦੇ ਬੜੇ ਬਲਵਾਨ ਹੋ ਗਏ ਏਡੇ ਬਲਵਾਨ ਹੋ ਗਏ ਵੀ ਜਮਾਂ ਦਾ ਰੂਪ ਵੀ ਉਹਨਾਂ ਨਹੀਂ ਵੇਖਿਆ। ਜਮ ਵੀ ਉਹਨਾਂ ਤੋਂ ਡਰਦੇ ਹਨ। ਕਰ ਬੰਦ ਤੇ ਨਹਿ ਕਰ ਬੰਧਨ ਕੋ ਦੋਏ ਹੱਥ ਜੋੜ ਕੇ ਕਵੀ ਜੀ ਕਹਿੰਦੇ ਐਸੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੈਂ ਮੱਥਾ ਟੇਕਦਾ ਹਾਂ। ਕਰਤਾਰ ਗੁਨਾ ਕਰ ਗਿਆਨ ਅਮੇਜ ਜਿਹੜੇ ਕਰਤਾਰ ਸਾਰੀ ਸ੍ਰਿਸ਼ਟੀ ਦੀ ਕਰਤਾ ਹਰਤਾ ਨੇ ਗੁਣਾ ਕਰ ਗੁਣਾ ਦੀ ਖਾਣ ਨੇ ਤੇ ਜਿਸ ਗੁਰੂ ਰਾਮਦਾਸ ਜੀ ਦਾ ਗਿਆਨ ਅਮੇਜਨ ਅਮੇਣਵਾ ਹੈ ਕੋਈ ਮਿਣ ਕੇ ਨਹੀਂ ਕਹਿ ਸਕਦਾ ਏਡਾ ਮਹਾਰਾਜ ਦੇ ਅੰਦਰ ਗਿਆਨ ਹੈ। ਇਸ਼ਟ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮੰਗਲ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਰਦੇ ਹਨ। ਪਵਿੱਤ ਅਰਜਨ ਸੁਨ ਮੇਰੀ ਸਤਿਗੁਰੂ ਅਰਜਨ ਕਵੀ ਜੀ ਕਹਿੰਦੇ ਅਰਜਨ ਸੁਨ ਮੇਰੇ ਸਤਿਗੁਰੂ ਅਰਜਨ। ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਮੈਂ ਕਵੀ ਦੀ ਬੇਨਤੀ ਸੁਣੋ ਅਰਦਾਸ ਸੁਣੋ। ਅਰਜਨ ਹਨ ਅਰਜਨ ਜਸ ਦੀਨਿਓ ਤੇ ਫਿਰ ਆਪ ਹੀ ਕਹਿੰਦੇ ਆ ਮਹਾਰਾਜ ਤੁਸੀਂ ਮੇਰੀ ਬੇਨਤੀ ਪ੍ਰਵਾਨ ਕੀਤੀ। ਅਰਜਨ ਹਨ ਜਿਹੜੇ ਅਰ ਨਾਮ ਹੈ ਵੈਰੀਆਂ ਦਾ। ਵੈਰੀ ਲੋਕ ਸੀ ਨਾ ਜਿਹੜੇ ਕਥਾ 'ਚ ਵਿਘਨ ਪਾਉਂਦੇ ਸੀ ਜਿਹੜੇ ਅੰਦਰ ਦੇ ਕਾਮ ਕ੍ਰੋਧ ਵੈਰੀ ਸੀ ਬਾਹਰ ਦੇ ਜਿਹੜੇ ਦੁਸ਼ਮਣ ਸਨ ਉਹਨਾਂ ਨੂੰ ਤੁਸੀਂ ਆਪ ਹੀ ਹਨ ਨਾਸ਼ ਕਰਕੇ ਅਰਜਨ ਜਸ ਦੀਨੇ ਹੋ। ਤੇ ਮੈਨੂੰ ਸ੍ਰੇਸ਼ਟ ਉਜਲ ਜਸ ਮਹਾਰਾਜ ਜੀ ਆਪ ਜੀ ਨੇ ਬਖਸ਼ਿਆ ਹੈ। ਉਹ ਕਿਹੜਾ ਜਸ ਹੈ ਅੱਗੇ ਦੱਸਦੇ ਨੇ। ਕਵਿਤਾ ਭਰਪੂਰ ਮਿਤ੍ਰ ਭਰਪੂਰ ਨਿਜ ਉਹ ਇਹ ਜਸ ਬਖਸ਼ਿਆ ਮਹਾਰਾਜ ਤੁਸੀਂ 9 ਰਸਾਂ ਦੇ ਵਿੱਚ ਮਿਲੀ ਹੋਈ ਕਵਿਤਾ ਜਿਹੜੀ ਹੈ ਨਾ ਉਹਦੀ ਦਾਤ ਮੈਨੂੰ ਬਖਸ਼ੀ ਵੀ ਤੁਹਾਡਾ ਇਤਿਹਾਸ ਜਿਹੜਾ ਮੈਂ ਲਿਖਿਆ ਪਾਤਸ਼ਾਹ ਜੀ 9 ਰਸੇ ਦੇ ਵਿੱਚ ਵੀਰ ਰਸ ਸ਼ਾਂਤ ਰਸ ਆਦਿਕ ਜਿਹੜੇ 9 ਰਸ ਨੇ ਉਹ ਇਸ ਕਵਿਤਾ ਦੇ ਵਿੱਚ ਭਰਪੂਰ ਹਨ ਅਤੇ ਚਰਿੱਤਰ ਭਰਪੂਰ ਤੇ ਤੁਹਾਡੇ ਜਿਹੜੇ ਕੌਤਕ ਹੈ ਉਹਨਾਂ ਦੇ ਨਾਲ ਲਬਾਲਬ ਭਰੀ ਹੋਈ ਇਹ ਕਥਾ ਹੈ। ਇਹ ਤੁਸੀਂ ਮਹਾਰਾਜ ਆਪ ਹੀ ਮੈਨੂੰ ਜਸ ਬਖਸ਼ ਕੇ ਆਪ ਹੀ ਰਹਿਮਤ ਕਰਕੇ 9 ਰਸਾਂ ਦੇ ਸਮੇਤ ਮਿਲੇ ਹੋਏ ਆਪਣੇ ਜਸ ਨੂੰ ਕਹਾ ਲਿਆ ਏ। ਪੂਰਮੇ ਭਰੀ ਹੈ ਗ੍ਰੰਥ ਪੂਰਨ ਯਕੀਨੇ ਮਹਾਰਾਜ ਮੇਰੀ ਕਮਾਈ ਪੂਰੀ ਪੈ ਗਈ ਤੁਹਾਡੀ ਬਖਸ਼ਿਸ਼ ਹੋ ਗਈ। ਇਹ ਜਿਹੜਾ ਗ੍ਰੰਥ ਹੈ 10 ਪਾਤਸ਼ਾਹੀਆਂ ਦੇ ਇਤਿਹਾਸ ਦਾ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਸੀਂ ਆਪ ਹੀ ਇਹ ਪੂਰਨ ਕਰਵਾਇਆ ਏ। ਕਥਾ ਗੁਣ ਸਰਵਰ ਔਗਣ ਕੋ ਸਾਰ ਖਾਰ ਇਹ 10 ਗੁਰੂ ਸਾਹਿਬਾਨਾਂ ਦੀ ਜੋ ਕਥਾ ਹੈ ਇਹ ਮਾਨੋ ਵੀ ਗੁਣਾ ਦਾ ਸਰੋਵਰ ਹੈ। ਜਿਵੇਂ ਸਰੋਵਰ 'ਚ ਹਰ ਕੋਈ ਇਸ਼ਨਾਨ ਕਰ ਸਕਦਾ ਏ ਐਵੇਂ ਇਹ ਕਥਾ ਪੜ੍ਹ ਸੁਣ ਕੇ ਹਰ ਕੋਈ ਗੁਣੀ ਗਿਆਨੀ ਬਣ ਸਕਦਾ ਏ। ਔਗਣ ਕੋ ਸਾਰ ਖਾਰ ਤੇ ਜਿਵੇਂ ਤਿੱਖਾ ਤੀਰ ਮਾਰ ਕੇ ਕਿਸੇ ਨੂੰ ਮਾਰ ਦਈਦਾ ਏ ਐਵੇਂ ਔਗਣਾਂ ਨੂੰ ਦੂਰ ਕਰਨ ਦੇ ਲਈ ਇਹ ਕਥਾ ਤੀਰ ਦੀ ਨਿਆਈ ਹੈ। ਜਿਹੜਾ ਵੀ ਸੁਣਦਾ ਪੜਦਾ ਉਹਦੇ ਔਗਣ ਨਾਸ ਹੁੰਦੇ ਨੇ। ਗੁਰੂ ਸਾਰੇ ਔਰ ਨ ਸ਼ਰਨ ਜਾਤੇ ਲੀਨੇ ਤੇ ਐਸੇ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਕਲਜੋ ਕੇ ਜਹਾਰ ਜਿਸ ਗੁਰੂ
ਸਾਹਿਬ ਦੇ ਬਰਾਬਰ ਕਵੀ ਜੀ ਕਹਿੰਦੇ ਕੋਈ ਹੋਰ ਨਹੀਂ ਹੈ। ਇਸ ਕਰਕੇ ਇਹ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ। ਨਾਮ ਲੇਵ ਤਾਰ ਦੇ ਉਚਾਰ ਪਾਪ ਪਾਰ ਦੇ। ਪਾਤਸ਼ਾਹ ਕਿਰਪਾ ਕਰੋ, ਹੁਣ ਗ੍ਰੰਥ ਤੇ ਪੂਰਾ ਹੋ ਗਿਆ। ਆਪਣੇ ਨਾਮ ਦੇ ਵਿੱਚ ਤੇਲ ਧਾਰਾਵਤ ਬਿਰਤੀ ਠਹਿਰਾ ਦਿਓ। ਉਚਾਰਨੇ ਮਾਤਰ ਦੇ ਨਾਲ ਸੰਸਾਰ ਸਮੁੰਦਰ ਤੋਂ ਜੋ ਨਾਮ ਪਾਰ ਕਰਦਾ ਹੈ, ਉਹ ਨਾਮ ਦੀ ਦਾਤ ਮੈਨੂੰ ਬਖਸ਼ ਦਿਓ। ਤਾਰ ਤੇ ਉਧਾਰ ਪਦ ਤਾਰ ਦੇ ਪ੍ਰਭੀਨੇ। ਮਹਾਰਾਜ ਜਿਹੜੇ ਪਤਾਲ ਨਰਕਾਂ ਦੇ ਵਿੱਚ ਡਿੱਗ ਰਹੇ ਨੇ, ਉਹਨਾਂ ਨੂੰ ਵੀ ਨਾਮ ਦੇ ਕੇ ਆਪ ਜੀ ਨੇ ਉਧਾਰ ਦਿੱਤਾ ਏ। ਮੈਨੂੰ ਵੀ ਮਹਾਰਾਜ ਸਾਹਿਬ ਜੀ ਉਹ ਨਰਕਾਂ ਤੋਂ ਉਧਾਰ ਲਵੋ। ਪਦ ਤਾਰ ਦੇ, ਤੇ ਜਿਹੜਾ ਤਾਰਨ ਵਾਲਾ ਪਦ ਕੀ ਆ ਵੀ ਮੁਕਤੀ। ਮਹਾਰਾਜ ਸਾਹਿਬ ਜੀ ਪ੍ਰਬੀਨਿਓ ਪ੍ਰਬੀਨ ਸਤਿਗੁਰੂ ਜੀ ਮੁਕਤੀ ਦੀ ਦਾਤ ਬਖਸ਼ ਦਿਓ, ਨਰਕਾਂ ਤੋਂ ਪਾਰ ਕਰ ਦਿਓ। ਇਸ਼ਟ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਮੰਗਲ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਮਹਿਮਾ ਦਾ ਕਵੀ ਜੀ ਮੰਗਲ ਕਰਦੇ ਆ, ਤੇ ਮੰਗਲ ਕਰਦੇ ਆ ਆਪਣੀ ਵਿਦਵਤਾ ਵਿਖਾਉਂਦੇ ਨੇ। ਸਾਰੰਗ ਪੈ ਕਬ ਸਾਰੰਗ ਪੈ ਚੜ। ਸਾਰੰਗ ਸ਼ਬਦ ਹੀ ਵਰਤਣਗੇ 16 ਵਰਾਂ। ਇਹਦੇ ਵੱਖ-ਵੱਖ ਅਰਥ ਆਉਣਗੇ ਹਰ ਵਰੇ। ਭਾਈ ਵੀਰ ਸਿੰਘ ਜੀ ਨੇ ਦੱਸਿਆ ਵੀ ਵਿਦਵਾਨਾਂ ਨੇ ਸਾਰੰਗ ਜਿਹੜਾ ਸ਼ਬਦ ਹੈ ਇਹਦੇ 70 ਤੋਂ ਵਧੇਕ ਅਰਥ ਕੀਤੇ ਹਨ। ਗੁਰੂ ਹਰਗੋਬਿੰਦ ਸਾਹਿਬ ਕੈਸੇ ਨੇ, ਕਹਿੰਦੇ ਸਾਰੰਗ ਪੈ ਕਬ ਸਾਰੰਗ ਪੈ ਚੜ। ਸਾਰੰਗ ਨਾਮ ਹੈ ਹਾਥੀ ਦਾ। ਕਦੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਮੌਜ ਚ ਆਏ ਹਾਥੀ ਦੀ ਸਵਾਰੀ ਕਰਦੇ ਨੇ। ਆਪਣੀ ਮੌਜ ਵਿੱਚ ਆਏ ਕਦੀ ਮਹਾਰਾਜ ਸਾਹਿਬ ਜੀ ਘੋੜੇ ਤੇ ਚੜ੍ਹ ਕੇ ਸ਼ਿਕਾਰ ਖੇਡਣ ਜਾਂਦੇ ਹਨ। ਸਾਰੰਗ ਸ਼ਤਰਨ ਕੋ ਬਲ ਸਾਰੰਗ। ਤੇ ਜਿਹੜੇ ਮਹਾਰਾਜ ਦੇ ਦਾਸ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਉਹਨਾਂ ਦਾਸਾਂ ਦੇ ਜਿਹੜੇ ਹਿਰਨਾਂ ਵਰਗੇ ਵੈਰੀ ਹਨ, ਉਹਨਾਂ ਨੂੰ ਨਾਸ਼ ਕਰਨ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਬਲੀ ਸਾਰੰਗ ਕੀ ਹੈ, ਬਲੀ ਸ਼ੇਰ ਦੀ ਨਿਆਈ, ਬੱਬਰ ਸ਼ੇਰ ਦੀ ਨਿਆਈ ਨੇ। ਜਿਵੇਂ ਸ਼ੇਰ ਦੀ ਦਹਾੜ ਸੁਣ ਕੇ ਤੇ ਹਿਰਨਾਂ ਦੀਆਂ ਡਾਰਾਂ ਨੱਸ ਜਾਂਦੀਆਂ ਨੇ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਜੋ ਉਹਨਾਂ ਦਾ ਸੇਵਕ ਆ ਗਿਆ, ਉਹਨਾਂ ਸੇਵਕਾਂ ਦੇ ਹਿਰਨਾਂ ਵਰਗੇ ਦੁਸ਼ਮਣ ਗੁਰੂ ਸਾਹਿਬ ਦਾ ਸਰੂਪ ਵੇਖ ਕੇ ਭੱਜ ਜਾਂਦੇ ਨੇ। ਸਾਰੰਗ ਜਿਉ ਜਗ ਮੈਂ ਫੁੱਲ ਸਾਰੰਗ। ਅਤੇ ਫਿਰ ਸਾਰੰਗ ਕਮਲ ਦੀ ਫੁੱਲ ਦੀ ਨਿਆਈ ਹਨ, ਤੇ ਸਾਰੰਗ ਸੂਰਜ ਦੀ ਨਿਆਈ। ਵੀ ਜਿਹੜੇ ਮਹਾਰਾਜ ਦੇ ਸੇਵਕ ਨੇ ਉਹਦੇ ਮਨ ਇਦਾਂ ਵੀ ਜਿਵੇਂ ਕਮਲ ਦਾ ਫੁੱਲ ਹੋਣ, ਜਿਹੜੇ ਗੁਰਸਿੱਖ ਆ ਜਿਵੇਂ ਆਪ ਹੋ। ਤੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਤੇ ਇਦਾਂ ਵੀ ਜਿਵੇਂ ਸੂਰਜ ਹੋਵੇ, ਸੂਰਜ ਨੂੰ ਵੇਖ ਕੇ ਤੇ ਕਮਲ ਦਾ ਫੁੱਲ ਜਿਵੇਂ ਖਿੜਦਾ ਏ, ਇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਸਿੱਖਾਂ ਦੇ ਹਿਰਦੇ ਬਾਗੋ ਬਾਗ ਹੋ ਜਾਂਦੇ ਹਨ। ਸਾਰੰਗ ਗਿਆਨ ਪ੍ਰਕਾਸ਼ਨ ਸਾਰੰਗ। ਆ ਸਾਰੰਗ ਨਾਮ ਹੈ ਦੀਵੇ ਦਾ, ਤੇ ਫਿਰ ਦੂਜਾ ਸਾਰੰਗ ਨਾਮ ਹੈ ਸਾਧ ਸੰਗਤ ਅਗਨੀ ਦਾ। ਕਹਿੰਦੇ ਵੀ ਜਿਵੇਂ ਦੀਵੇ ਨੂੰ ਬਾਲਣ ਦੇ ਵਾਸਤੇ ਅੱਗ ਚਾਹੀਦੀ ਹੁੰਦੀ ਹੈ, ਇਸੇ ਤਰ੍ਹਾਂ ਗਿਆਨ ਰੂਪੀ ਦੀਵੇ ਨੂੰ ਪ੍ਰਕਾਸ਼ਣ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬ੍ਰਹਮ ਅਗਨੀ ਦੇ ਨਾਲ ਪ੍ਰਜੁਲਿਤ ਕਰ ਦਿੰਦੇ ਨੇ। ਜਿਵੇਂ ਦੀਵੇ ਨੂੰ ਅੱਗ ਪ੍ਰਕਾਸ਼ਦੀ ਹੈ, ਬਾਲਦੀ ਹੈ, ਇਵੇਂ ਆਪਣੇ ਸੇਵਕਾਂ ਦੇ ਹਿਰਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਬ੍ਰਹਮ ਗਿਆਨ ਬਖਸ਼ਦੇ ਹਨ। ਸਾਰੰਗ ਦਾਸਨ ਕੋ ਪ੍ਰਿਯ ਸਾਰੰਗ। ਤੇ ਜਿਹੜੇ ਸਾਧ ਸੰਗਤ ਜੀ ਸਾਰੰਗ ਦੋਸ਼ਨ ਕੋ ਸਮ ਸਾਰੰਗ। ਤੇ ਜਿਹੜੇ ਆਪਣੇ ਸੇਵਕਾਂ ਦੇ ਅੰਦਰ ਕੋਈ ਦੋਸ਼ ਕੋਈ ਪਾਪ ਹੁੰਦੇ ਨੇ, ਇਹ ਤੇ ਮਨ ਇਦਾਂ ਵੀ ਜਿਵੇਂ ਸੱਪ ਹਨ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਦਾਂ ਨੇ ਸਾਰੰਗ ਤੋਂ ਭਾਵ ਜਿਵੇਂ ਗਰੜ ਹੋਵੇ। ਤੇ ਸਾਧ ਸੰਗਤ ਜੀ ਜਿਹੜਾ ਸੱਪ ਹੈ, ਜਿੱਥੇ ਗਰੜ ਆ ਜਾਏ ਉੱਥੇ ਸੱਪ ਠਹਿਰਦਾ ਨਹੀਂ ਹੈ। ਇਦਾਂ ਹੀ ਜਿਨ੍ਹਾਂ ਹਿਰਦਿਆਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਾਸਾ ਹੋ ਜਾਵੇ, ਉਥੇ ਸੱਪਾਂ ਵਰਗੇ ਦੋਸ਼ ਪਾਪ ਨਹੀਂ ਟਿਕਦੇ, ਨਾਸ ਹੋ ਜਾਂਦੇ ਨੇ। ਸਾਰੰਗ ਪਾਨ ਭਇਓ ਨਰ ਸਾਰੰਗ। ਸਾਰੰਗ ਪਾਨ ਭਇਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 9 ਟਾਂਗ ਦਾ ਧਨਖ ਜਿਹੜਾ ਏ ਸਾਰੰਗ ਪਾਨ। ਸਾਰੰਗ ਨਾਮ ਧਨਖ ਦਾ ਏ, ਪਾਨ ਨਾਮ ਹੱਥਾਂ ਦਾ। ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ 9 ਟਾਂਗ ਦਾ ਜਿਹੜਾ ਧਨਖ ਪਕੜ ਕੇ ਧਨਖ ਧਾਰੀ ਹੋ ਰਹੇ ਨੇ। ਨਰ ਸਾਰੰਗ ਹੈਗਾ ਈਸ਼ਵਰ ਹੈ, ਤੇ ਪਰ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਦੇ ਵਿੱਚ ਨਰ ਅਵਤਾਰ ਆਏ ਨੇ। ਆਪ ਮਨੁੱਖਾ ਰੂਪ ਦੇ ਵਿੱਚ ਧਨਖ ਧਾਰੀ ਹੋ ਕੇ ਵਿਚਰ ਰਹੇ ਨੇ। ਸਾਰੰਗ ਸ੍ਰੀ ਹਰਗੋਬਿੰਦ ਸਾਰੰਗ। ਸਾਰੰਗ ਭਾਵੇਂ ਕਹਿੰਦੇ ਵੀ ਈਸ਼ਰ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਦੇ ਵਿੱਚ ਮਨੁੱਖਾ ਸਰੀਰ ਧਾਰਿਆ ਏ, ਪਰ ਸਾਰੰਗ
ਗੁਰੂ ਹਰਗੋਬਿੰਦ ਸਾਹਿਬ ਜੀ ਉਹੀ ਇਲਾਹੀ ਰੰਗ ਨੇ, ਹੈ ਤਾਂ ਰੱਬੀ ਰੂਪੀ ਨੇ। ਸ੍ਰੀ ਹਰਿ ਗੋਬਿੰਦ ਸਾਰੰਗ, ਸਾਰੰਗ ਨਾਮ ਇੱਥੇ ਅੱਗੇ ਜੋਤ ਦਾ ਹੈ। ਗੁਰੂ ਹਰਗੋਬਿੰਦ ਸਾਹਿਬ ਆਪ ਜੋਤ ਰੂਪ ਹੋ ਕੇ ਪ੍ਰਕਾਸ਼ ਰਹੇ ਨੇ। ਇਸ਼ਟ ਗੁਰੂ ਸ੍ਰੀ ਗੁਰੂ ਹਰਿ ਜੀ ਮੰਗਲ। ਧੰਨ ਗੁਰੂ ਹਰਿ ਸਾਹਿਬ ਸਤਵੇਂ ਪਾਤਸ਼ਾਹ ਦੀ ਮਹਿਮਾ ਦਾ ਮੰਗਲ ਕਵੀ ਜੀ ਕਰਦੇ ਨੇ। ਭਵ ਪਾਵਕ ਸਿੰਧ ਅਗਾਧ ਜਨੋ। ਹਾਂ, ਵਿਸ਼ਰਾਮ ਵਾਸਤੇ ਜਿਨੋਂ ਤੇ ਹੈ, ਪਰ ਅਰਥ ਹੋਵੇਗਾ ਭਵ ਭਵ ਪਾਵਕ। ਇਹ ਜਿਹੜਾ ਭਵ ਸੰਸਾਰ ਹੈ, ਇਹ ਸਾਧ ਸੰਗਤ ਅੱਗ ਦਾ ਸਿੰਧ ਨਾਮ ਹੈ, ਸਮੁੰਦਰ ਹੀ ਬਣ ਰਿਹਾ ਏ। ਅਗਾਧ ਜੀ ਦਾ ਥਾਂ ਨਹੀਂ ਹੈ। ਇਸ ਸੰਸਾਰ ਦੇ ਵਿੱਚ ਵਿਸ਼ੇ ਵਿਕਾਰਾ ਈਰਖਾ ਦੀ ਜੰਮਣ ਮਰਨ ਦੀ ਜਿਹੜੀ ਅੱਗ ਹੈ, ਉਹ ਬਹੁਤੀ ਮੱਚ ਰਹੀ, ਜਿਸ ਅੱਗ ਦਾ ਕੋਈ ਥਾਂ ਨਹੀਂ ਹੈ। ਸਰਨਾ ਸਰਨਾ ਤਰਨਾ ਤਰਨਾ। ਤੇ ਜਿਹਦਾ ਗੁਰੂ ਹਰਿ ਸਾਹਿਬ ਜੀ ਦੀ ਜਿਨ੍ਹਾਂ ਸਰਨਾ, ਜਿਨ੍ਹਾਂ ਨੇ ਗੁਰੂ ਹਰਿ ਸਾਹਿਬ ਜੀ ਦੀ ਸ਼ਰਨ ਗ੍ਰਹਿਣ ਕਰ ਲਈ ਨਾ ਇਸ ਕਲਯੁਗ ਦੇ ਸਮੇਂ ਦੇ ਵਿੱਚ, ਕਹਿੰਦੇ ਵੀ ਤਰਨਾ, ਉਹਨਾਂ ਨੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਾ ਹੈ, ਜ਼ਰੂਰ ਤਰ ਜਾਣਾ ਹੈ। ਪਰ ਸਰ ਨਾ, ਜਿਨ੍ਹਾਂ ਨੇ ਮਹਾਰਾਜ ਦੀ ਸ਼ਰਨ ਲਈ ਨਹੀਂ ਹੈ, ਜਿਨ੍ਹਾਂ ਨੂੰ ਗੁਰੂ ਹਰਿ ਸਾਹਿਬ ਜੀ ਦੀ ਸ਼ਰਨ ਲੈਣ ਦੀ ਸਾਰ ਹੀ ਨਹੀਂ ਹੈ, ਤਰ ਨਾ, ਉਹਨਾਂ ਨੇ ਨਹੀਂ ਤਰਨਾ, ਉਹਨਾਂ ਸੰਸਾਰ ਸਮੁੰਦਰ ਦੇ ਵਿੱਚ ਹੀ ਸੜ ਜਾਣਾ ਏ। ਐਸਵਰਜ ਹੀਰ ਹਿਰਦੈ ਚਰਨਾ। ਕਿਉਂਕਿ ਜਿਹੜੇ ਗੁਰੂ ਹਰਿ ਸਾਹਿਬ ਜੀ ਦੀ ਸ਼ਰਨ ਨਹੀਂ ਨਾ ਆਏ, ਉਹ ਪਰਾਇਆ ਐਸ਼ਵਰਜ ਵੇਖ ਕੇ, ਕਿਸੇ ਦਾ ਗੁਣ ਵੇਖ ਕੇ, ਕਿਸੇ ਦੀ ਵਡਿਆਈ ਵੇਖ ਕਰਕੇ ਆਪਣੇ ਦਿਲ ਦੇ ਵਿੱਚ ਉਹਨਾਂ ਜਰਨਾ ਸੜਦੇ ਹੀ ਰਹਿਣਾ। ਉਹਨਾਂ ਦੀ ਜ਼ਿੰਦਗੀ ਏਦਾਂ ਲੰਘ ਜਾਂਦੀ ਹੈ। ਨਿਜ ਓਜ ਮਹਾ ਜਰ ਨਾ ਜਰ ਨਾ। ਉਹਨਾਂ ਨੇ ਆਪਣਾ ਜਿਹੜਾ ਓਜ ਹੈ ਨਾ, ਕੋਈ ਬਲ ਕੋਈ ਤਾਕਤ, ਉਹਨੂੰ ਜਰ ਨਹੀਂ ਸਕਣਾ। ਤੇ ਜਿਹਨੇ ਆਪਣਾ ਬਲ ਨਹੀਂ ਨਾ ਜਰਿਆ, ਜੜ ਨਾ, ਉਹਦੀ ਕਹਿੰਦੇ ਵੀ ਜੜ ਨਹੀਂ ਰਹਿੰਦੀ ਫਿਰ ਸੰਸਾਰ ਦੇ ਵਿੱਚ। ਜਾਂ ਦੂਜਾ ਭਾਵ ਹੈ ਜਿਹੜਾ ਗੁਰੂ ਹਰਿ ਸਾਹਿਬ ਸਿਖਾਉਂਦੇ ਕੀ ਨੇ, ਪਰ ਐਸ਼ਵਰਜ ਹੇਰ ਹਿਰਦੇ ਜਰਨਾ, ਕੇ ਗੁਰਸਿੱਖਾ ਕਿਸੇ ਦਾ ਐਸ਼ਵਰਜ ਪਦਾਰਥ ਘਰ-ਬਾਰ ਕੋਈ ਗੁਣ ਵੇਖ ਕੇ ਤੇ ਦਿਲ ਦੇ ਵਿੱਚ ਜਰਨਾ ਹੈ, ਸੜਨਾ ਨਹੀਂ ਹੈ ਕਿਸੇ ਦੀ ਵਡਿਆਈ ਵੇਖ ਕਰਕੇ। ਤੇ ਜਿਹੜਾ ਆਪਣਾ ਬਲ ਹੈ ਉਹਨੂੰ ਵੀ ਜੜ ਕੇ ਰੱਖਣਾ ਹੈ। ਜਿਹੜਾ ਆਪਣਾ ਬਲ ਜੜ ਕੇ ਰੱਖੇਗਾ ਉਹ ਤਾਂ ਤਰ ਜਾਏਗਾ, ਜਿਹੜਾ ਨਹੀਂ ਜਰੇਗਾ ਉਹਦੀ ਫਿਰ ਜੜ ਨਹੀਂ ਰਹੇਗੀ ਸੰਸਾਰ ਵਿੱਚ। ਹਰ ਰਾਏ ਪ੍ਰਭੂ ਸਮ ਕੇ ਹਰ ਕੇ। ਗੁਰੂ ਹਰਿ ਸਾਹਿਬ ਜੀ ਸ਼ੇਰ ਦੀ ਨਿਆਈ ਹਨ। ਜਨ ਦੋਸ਼ ਕਰੇ ਹਰ ਨਾ ਹਰ ਨਾ। ਆਪਣੇ ਸੇਵਕਾਂ ਦੇ ਦੋਸ਼ ਗੁਨਾਹ ਪਾਪ ਏਦਾਂ ਮਹਾਰਾਜ ਸਾਹਿਬ ਜੀ ਨਾਸ਼ ਕਰ ਦਿੰਦੇ ਨੇ, ਜਿਵੇਂ ਬੱਬਰ ਸ਼ੇਰ ਹਰਨ ਨੂੰ ਨਾਸ਼ ਕਰ ਦਿੰਦਾ ਏ, ਇਹ ਗੁਰੂ ਹਰਿ ਸਾਹਿਬ ਆਪਣੇ ਸੇਵਕਾਂ ਦੇ ਪਾਪ ਗੁਨਾਹ ਖਤਮ ਕਰ ਦਿੰਦੇ ਨੇ। ਕਹਿ ਨਾ ਫੁੱਲ ਵੈ ਨਾ ਸੁਗੰਧ। ਸਾਧ ਸੰਗਤ ਜੀ, ਕੇਵਲ ਕਹਿਣੀ ਕਥਨੀ ਮਾਤਰ, ਕੋਈ ਗਿਆਨ ਦੀਆਂ ਗੱਲਾਂ ਕਹੀ ਜਾਵੇ ਨਾ, ਉਹ ਗਿਆਨ ਦੀਆਂ ਗੱਲਾਂ ਕਹਿਣ ਦਾ ਕੋਈ ਫਾਇਦਾ ਨਹੀਂ ਹੈ। ਜਿਵੇਂ ਕਹਿਣਾ ਜਿਵੇਂ ਮੱਕੜੀ ਦਾ ਜਾਲਾ ਜਿਹਾ ਬਣਿਆ ਹੁੰਦਾ, ਵੇਖਣ ਨੂੰ ਤਾਂ ਬਹੁਤ ਸੋਹਣਾ ਏ, ਵੀ ਬੜਾ ਮਿਹਨਤ ਕਰਕੇ ਬਣਾਇਆ ਏ, ਪਰ ਉਹ ਜਿਹੜਾ ਮੱਕੜੀ ਦਾ ਜਾਲਾ ਏ, ਨਾ ਤਾਂ ਉਹਦੇ ਵਿੱਚੋਂ ਸੁਗੰਧੀ ਆਉਂਦੀ ਹੈ ਤੇ ਨਾ ਉਹਨੂੰ ਫੁੱਲ ਕਹਿ ਸਕਦੇ ਆ, ਦੋਵਾਂ ਦੇ ਵਿੱਚ ਨਹੀਂ ਨਾ ਆਉਂਦਾ। ਇਸੇ ਤਰ੍ਹਾਂ ਕਹਿੰਦੇ ਵੀ ਕੇਵਲ ਜਿਹੜਾ ਕਹਿਣਾ ਮਾਤਰ ਹੈ, ਗਿਆਨ ਦੀਆਂ ਗੱਲਾਂ, ਇਹ ਇਸ ਤਰ੍ਹਾਂ ਹੀ ਹੈ ਜਿਵੇਂ ਮੱਕੜੀ ਦਾ ਜਾਲਾ ਹੋਵੇ, ਨਾ ਉਹ ਫੁੱਲ ਦੀ ਗਿਣਤੀ ਦੇ ਵਿੱਚ ਹੈ ਤੇ ਨਾ ਹੀ ਉਹਦੇ ਵਿੱਚੋਂ ਪ੍ਰੇਮਾ ਭਗਤੀ ਦੀ ਸੁਗੰਧੀ ਆਉਂਦੀ ਹੈ। ਗੁਰੂ ਕਰਨਾ ਕਰਨਾ ਕਰਨਾ। ਪਰ ਧੰਨ ਗੁਰੂ ਹਰਿ ਸਾਹਿਬ ਮਹਾਰਾਜ ਦੀ ਜਿਨ੍ਹਾਂ ਦੇ ਕਰੁਣਾ ਹੋ ਗਈ ਨਾ, ਜਿਨ੍ਹਾਂ ਦੇ ਮਹਾਰਾਜ ਨੇ ਮਿਹਰ ਕਰ ਦਿੱਤੀ, ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਕਰਨਾ ਕੀ ਹੈ ਵੀ ਕਰਨੀ ਕਮਾਈ, ਕਹਿਣੀ ਤੇ ਕਥਨੀ ਵਾਲਾ ਗਿਆਨ ਬਖਸ਼ ਦਿੱਤਾ ਹੈ। ਜਿਵੇਂ ਕਰਨਾ ਨਾਮ ਹੈ ਸੰਗਤਰੇ ਦਾ। ਸੰਗਤਰੇ ਦਾ ਜਿਹੜਾ ਫੁੱਲ ਹੈ ਨਾ, ਇਹ 'ਚ ਬੜੀ ਸੁਗੰਧੀ ਹੁੰਦੀ। ਜਦੋਂ ਸੰਤਰਾ ਲੱਗਦਾ ਹੈ ਫੁੱਲ ਖਿੜੇ, ਜਾਂ ਜਿਵੇਂ ਕੋਈ ਨਿੰਬੂ ਆਦਿਕ ਇਹਦੇ ਵਿੱਚੋਂ ਫੁੱਲ ਖਿੜੇ, ਤਾਂ ਨੱਕ ਭਰਵੀਂ ਸੁਗੰਧੀ ਆਉਂਦੀ ਹੈ। ਤੇ ਜਿਨ੍ਹਾਂ ਦੇ ਗੁਰੂ ਹਰਿ ਸਾਹਿਬ ਜੀ ਨੇ ਮਿਹਰ ਕਰ ਦਿੱਤੀ, ਉਹਨਾਂ ਦਾ ਗਿਆਨ ਵੀ ਤੇ ਉਹਨਾਂ ਦਾ ਜੀਵਨ ਵੀ ਇਸ ਤਰ੍ਹਾਂ ਹੋ ਗਿਆ ਜਿਵੇਂ ਸੰਗਤਰੇ ਦਾ ਫੁੱਲ ਸੁਗੰਧੀ ਦੇ ਨਾਲ ਭਰਿਆ ਏ, ਇਵੇਂ ਉਹਨਾਂ ਦਾ ਜੀਵਨ ਪ੍ਰੇਮਾ ਭਗਤੀ ਤੇ ਬ੍ਰਹਮ ਗਿਆਨ ਦੇ ਨਾਲ ਭਰ ਜਾਂਦਾ ਏ। ਇਸ਼ਟ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮੰਗਲ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਮਹਿਮਾ ਦਾ ਮੰਗਲ ਕਰਦੇ ਨੇ। ਜਾਓ ਭਈ ਕ੍ਰਿਸ਼ਨ ਵਰਤਮਾ ਗੁਰ ਹਰਿ ਕ੍ਰਿਸ਼ਨ। ਕ੍ਰਿਸ਼ਨ ਵਰਤਮਾ ਕਹਿੰਦੇ ਵੀ ਜਿਵੇਂ ਲਟਪਟ ਕਰਕੇ ਅੱਗ ਬਲਦੀ ਹੁੰਦੀ ਹੈ ਨਾ, ਇਵੇਂ ਉਹਦੇ ਵਿੱਚ ਜੋ ਵੀ ਪਾਓ ਸਭ ਕੁਝ ਸੜ ਕੇ ਸੁਆਹ ਹੋ ਜਾਂਦਾ ਨਾ, ਲਟਪਟ ਬਲਦੀ ਅੱਗ ਦੇ ਵਿੱਚ। ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਲਟਪਟ ਬਲਦੀ ਅਗਨੀ ਦੀ ਨਿਆਈ ਹਨ। ਕਾਨਨ ਕਲ ਕੇ ਕਲ ਮਲ ਕ੍ਰਿਸ਼ਨ। ਤੇ ਜਿਹੜੇ ਜਿਵੇਂ ਜੰਗਲ ਹੁੰਦਾ ਹੈ ਤੇ ਜੰਗਲ 'ਚ ਰੁੱਖ ਹੁੰਦੇ ਆ,
ਇਸੇ ਤਰ੍ਹਾਂ ਕਹਿੰਦੇ ਵੀ ਕਲਯੁਗ ਦੇ ਵਿੱਚ ਜਿਹੜੇ ਪਾਪਾਂ ਕਾਲੇ ਪਾਪਾਂ ਰੂਪੀ ਜੰਗਲ ਹੈ ਨਾ, ਉਹਨੂੰ ਨਾਸ਼ ਕਰਨ ਦੇ ਲਈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਅੱਗ ਦੀ ਨਿਆਈ ਨੇ। ਭਾਵ ਸਤਿਗੁਰੂ ਮਹਾਰਾਜ ਸਾਹਿਬ ਜੀ ਸਮੂਹ ਪਾਪਾਂ ਨੂੰ ਨਾਸ਼ ਕਰਨ ਵਾਲੇ ਨੇ। ਨਾਮ ਸਰੂਪ ਵਿਸ਼ਨ ਹਰਿ ਕ੍ਰਿਸ਼ਨ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਜਦੋਂ ਨਾਮ ਦੇ ਵਿੱਚ ਕ੍ਰਿਸ਼ਨ ਸ਼ਬਦ ਆਵੇ ਤੇ ਉਹ ਵੇਖ ਕਰਕੇ ਤੇ ਇਦਾਂ ਲੱਗਦਾ ਹੈ ਵੀ ਜਿਵੇਂ ਇਹਨਾਂ ਦਾ ਜਿਹੜਾ ਐਸ਼ਵਰਜ ਹੈ ਉਹ ਕ੍ਰਿਸ਼ਨ ਜੀ ਵਰਗਾ ਹੈ, ਜਾਂ ਮਹਾਰਾਜ ਦਾ ਸਰੂਪ ਵੇਖ ਕੇ ਇਦਾਂ ਲੱਗਦਾ ਵੀ ਜਿਵੇਂ ਇਹ ਵਿਸ਼ਨੂੰ ਹੋਣ। ਪਰ ਅਸਲ ਵਿੱਚ ਕਹਿੰਦੇ ਹੈਗੇ ਹਰਿ ਕ੍ਰਿਸ਼ਨ, ਭਗਵਾਨ ਪਰਮੇਸ਼ਰ ਦਾ ਰੂਪ ਨੇ, ਜਿਨ੍ਹਾਂ ਨੂੰ ਕ੍ਰਿਸ਼ਨ ਜੀ ਵੀ ਅਤੇ ਜਿਨ੍ਹਾਂ ਨੂੰ ਵੀ ਵਿਸ਼ਨੂੰ ਵੀ ਪੂਜਦਾ ਹੈ ਨਾ। ਅਸਲ 'ਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਉਹ ਪਰਮੇਸ਼ਰ ਆਪ ਨੇ। ਸਿਮਰਹੁ ਬੰਦਹੁ ਵੈ ਕਪ ਕ੍ਰਿਸ਼ਨ। ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਸਿਮਰੋ ਭਾਈ, ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਧਿਆਇਆ ਕਰੋ, ਬੰਦਨਾ ਕਰਿਆ ਕਰੋ, ਮੱਥਾ ਟੇਕਿਆ ਕਰੋ। ਕਦੀ ਵੀ ਘਾਟਾ ਨਹੀਂ ਖਾਓਗੇ, ਕਦੀ ਨਾਸ ਨਹੀਂ ਹੋਏਗਾ, ਕਦੀ ਕੋਈ ਵਿਗੜ ਨਹੀਂ ਪਵੇਗਾ। ਕ੍ਰਿਸ਼ਨ ਗੁਣਨ ਗਨ ਮਨਹੁ ਕਿਰਸਾਨ। ਕ੍ਰਿਸ਼ਨ ਗੁਣਨ ਗਾਨਾ ਕਹਿੰਦੇ ਵੀ ਜਿੰਨੇ ਸਮੂਹ ਗੁਣ ਹਨ ਨੇ ਨਾ, ਉਹਨਾਂ ਗੁਣਾ ਰੂਪੀ ਜਿਹੜੀ ਖੇਤੀ ਹੈ ਉਹਨੂੰ ਪਾਲਣ ਦੇ ਵਾਸਤੇ ਮੰਨ ਲਓ ਮਹਾਰਾਜ ਕਿਸਾਨ ਨੇ। ਜਿਵੇਂ ਕੋਈ ਕਿਸਾਨ ਥੋੜਾ ਬੀਜ ਕੇ ਤੇ ਵੱਧ ਝਾੜ ਲੈਂਦਾ ਏ, ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਪਣੇ ਸੇਵਕਾਂ ਦੇ ਜਿੰਨੇ ਵੀ ਗੁਣ ਹਨ ਉਹਨਾਂ ਗੁਣਾਂ ਨੂੰ ਪਾਲਣ ਦੇ ਲਈ ਤੇ ਉਹਨਾਂ 'ਚ ਹੋਰ ਗੁਣ ਹੋਣ, ਹੋਰ ਚੰਗਿਆਈਆਂ ਆਉਣ, ਇੱਕ ਸਿਆਣੇ ਕਿਸਾਨ ਦੀ ਨਿਆਈ ਹਨ। ਬੰਧਨ ਬੰਸਨ ਵਿਪਨ ਕਿਰਸਾਨ। ਤੇ ਜਿਵੇਂ ਕੋਈ ਬੰਧਨ ਪਏ ਹੋਣ, ਜੰਜਾਲ ਪਏ ਹੋਣ, ਉਹਨਾਂ ਨੂੰ ਐਵੇਂ ਦੂਰ ਕਰਦੇ ਐ ਵੀ ਜਿਵੇਂ ਬੰਧਨ ਬੰਸਨ, ਜਿਵੇਂ ਬਾਂਸਾਂ ਦਾ ਵਿਪਨ ਕੀ ਆ ਨਾਮ ਜੰਗਲ ਦਾ, ਜਿਵੇਂ ਬਾਂਸਾਂ ਦਾ ਜੰਗਲ ਹੁੰਦਾ ਹੈ ਨਾ ਤੇ ਉਹ ਜਿਹੜਾ ਅਗਨੀ ਦੇ ਨਾਲ ਸਾਰਾ ਸੜ ਕੇ ਸੁਆਹ ਹੋ ਜਾਂਦਾ ਏ, ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਬੰਧਨਾ ਰੂਪੀ ਵਾਂਸਾਂ ਦੇ ਜੰਗਲ ਨੂੰ ਨਾਸ਼ ਕਰ ਦਿੰਦੇ ਨੇ ਅੱਗ ਵੱਤ। ਜਿਨ ਕੇ ਪੂਜਕ ਰੇਤ ਕਿਰਸਾਨ। ਜਿਸ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਸ਼ਿਵ ਜੀ ਵੀ ਮੱਥਾ ਟੇਕਦਾ ਪੂਜਦਾ ਏ, ਉਹ ਸਰੂਪ ਸਤਿਗੁਰ ਭਗਵਾਨ। ਉਹ ਸਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਤਿਗੁਰੂ ਦਾ ਭਗਵਾਨ ਰੂਪ ਹੈ। ਭਾਵ 8ਵੇਂ ਪਾਤਸ਼ਾਹ ਆਪ ਰੱਬ ਹਨ। ਇਸ਼ਟ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮੰਗਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਦਾ ਮੰਗਲ ਕਰਦੇ ਨੇ ਸਾਧ ਸੰਗਤ। ਜਦੋਂ ਪਹਿਲੀ ਵਾਰ ਕਥਾ ਹੋਈ ਨਾ, ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ 'ਚ ਹੋਈ, ਜਿੱਥੇ ਭਾਈ ਸੰਤੋਖ ਸਿੰਘ ਜੀ ਕੈਂਥਲ ਦੇ ਵਿੱਚ ਕਥਾ ਲਿਖਦੇ ਸਨ। ਉੱਥੇ ਹੀ ਸ਼ਾਮ ਨੂੰ ਲਿਖੀ ਹੋਈ ਕਥਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ ਕੈਂਥਲ ਦੇ ਵਿੱਚ, ਉੱਥੇ ਕਥਾ ਆਪ ਕਰਿਆ ਕਰਦੇ ਸੀ। ਪਹਿਲੀ ਵਾਰ ਕਥਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਹੋਈ। ਉਹ ਨਾਵੇਂ ਪਾਤਸ਼ਾਹ ਦੀ ਮਹਿਮਾ ਕਰਦੇ ਨੇ। ਸਿੱਖ ਵਿਕਾਰ ਪਰ ਹਰਨ ਬਹਾਦਰ। ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਿੱਖ ਨੇ, ਉਹਨਾਂ ਦੇ ਅੰਦਰ ਜਿਹੜੇ ਵਿਕਾਰ ਹੈ ਨਾ, ਜਿਹੜੇ ਕੋਈ ਮਾੜੇ ਖਿਆਲ, ਉਹਨਾਂ ਨੂੰ ਨਾਸ਼ ਕਰਨ ਦੇ ਲਈ, ਚੰਗੀ ਤਰ੍ਹਾਂ ਖਤਮ ਕਰਨ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਬੜੇ ਬਲਵਾਨ ਨੇ। ਇਸ ਕਾਰਨ ਸਭ ਥਾਨ ਮਹਾਦਰ। ਜਿਸ ਗੁਰੂ ਤੇਗ ਬਹਾਦਰ ਸਾਹਿਬ ਦੀ ਮਿਹਰਾਮਤ ਦਾ ਸਦਕਾ ਸਭ ਥਾਵਾਂ ਤੇ ਪ੍ਰਗਟ ਹੋ ਜਾਈਦਾ ਹੈ ਤੇ ਬੜਾ ਸਤਿਕਾਰ ਮਿਲਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸਦਕਾ। ਇਹ ਤੇ ਸਿਮਰਤ ਜਤ ਕਤ ਹੱਦ। ਜਿਹੜਾ ਦਿਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿਮਰਦਾ ਏ, ਜਿੱਥੇ ਕਿੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇਸ਼ ਪ੍ਰਦੇਸ਼ ਦੇ ਵਿੱਚ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਸਿੱਖ ਯਾਦ ਕਰੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਹੀ ਹਾਜ਼ਰ ਹੋ ਜਾਂਦੇ ਨੇ। ਜਿਵੇਂ ਮੱਖਣ ਸ਼ਾਹ ਲਬਾਣੇ ਦੀ ਮਹਾਰਾਜ ਨੇ ਸਮੁੰਦਰ ਦੇ ਵਿੱਚ ਹੀ ਰੱਖਿਆ ਕੀਤੀ। ਨਮੋ ਨਮੋ ਸ੍ਰੀ ਤੇਗ ਬਹਾਦਰ। ਐਸੇ ਗੁਰੂ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਿਮਰਿਆ ਕਰ ਨੌ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਏ। ਕਹਿੰਦੇ ਨਮਸਕਾਰ ਹੈ, ਨਮਸਕਾਰ ਹੈ ਮੈਂ ਕਵੀ ਦੀ ਸਤਿਗੁਰਾਂ ਨੂੰ। ਇਸ਼ਟ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਗਲ। ਧੰਨ ਗੁਰੂ ਕਲਗੀਧਰ ਮਹਾਰਾਜ ਦੀ ਮਹਿਮਾ ਦਾ ਮੰਗਲ ਕਰਦੇ ਹਨ। ਹੋਇਆ ਬਾਰੀ ਰਚੀ ਜਸ ਉਜਲ ਕੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਕਹਿੰਦੇ ਬਾਰੀ ਨਾਮ ਹੈ ਬਗੀਚੀ ਦਾ, ਉਜਲ ਜਸ ਵਾਲੀ ਬਗੀਚੀ ਜਿਹੜੀ ਹੈ ਨਾ ਸੰਸਾਰ ਦੇ ਵਿੱਚ ਕਲਗੀਧਰ ਮਹਾਰਾਜ ਨੇ ਰਚਨਾ ਕੀਤੀ। ਜਿਮ ਫੂਲ ਵਿਕਸੇ ਜਿਮ ਫੂਲ ਸਦਾ ਸੁਖ ਬਾਰੀ। ਮਹਾਰਾਜ ਸਾਹਿਬ ਦੀ ਜਿਹੜੀ ਬਗੀਚੀ ਹੈ ਨਾ, ਜਿਵੇਂ ਬਗੀਚੀ ਦੇ ਵਿੱਚ ਫੁੱਲ ਖਿੜਦੇ ਆ, ਇਸੇ ਤਰ੍ਹਾਂ ਗੁਰੂ ਕਲਗੀਧਰ ਮਹਾਰਾਜ ਸਾਹਿਬ ਦੀ ਬਗੀਚੀ ਸਿੱਖੀ ਪੰਥ, ਇਹਦੇ ਵਿੱਚ ਸਿੱਖਾਂ ਰੂਪੀ ਖਾਲਸਿਆਂ ਰੂਪੀ ਬਹੁਤ ਹੀ ਫੁੱਲ ਖਿੜੇ ਆ।
ਦੁਨੀਆ ਦੇ ਕੋਨੇ-ਕੋਨੇ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਰੂਪ ਬਗੀਚੀ ਦਾ ਵਿਸਥਾਰ ਕੀਤਾ ਹੈ, ਜੋ ਸਭ ਨੂੰ ਸੁੱਖ ਦੇਣ ਵਾਲੀ ਹੈ। ਬਾਰੀ ਏ ਬਾਰੀ ਰਟੇ ਜਿਸ ਨਾਮ, ਜਿਸ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦਾ ਨਾਮ ਬਾਰੀ ਏ ਬਾਰੀ ਭਾਵ ਮੁੜ ਮੁੜ ਕੇ ਦੁਬਾਰਾ ਆਖੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਇਹਦਾ ਵਾਰ-ਵਾਰ ਗੁਰੂ ਕਲਗੀਧਰ ਮਹਾਰਾਜ ਦਾ ਜਿਹੜਾ ਨਾਮ ਉਚਾਰਦਾ ਏ। ਉਦਾਰਤ ਹੈ ਜਗ ਜੇ ਨਿਪ ਬਾਰੀ, ਨਿੱਧ ਬਾਰੀ, ਨਿੱਧ ਨਾਮ ਹੈ ਸਾਧ ਸੰਗਤ ਜੀ, ਖਜ਼ਾਨੇ ਦਾ ਬਾਰੀ ਨਾਮ ਹੈ ਪਾਣੀ ਦਾ ਖਜ਼ਾਨਾ ਕੀ ਸਮੁੰਦਰ, ਭਾਵ ਹੈ ਵੀ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਤਾਰ ਦਿੰਦੇ ਨੇ ਕਲਗੀਧਰ ਮਹਾਰਾਜ ਜਿਹੜੇ ਸਤਿਗੁਰਾਂ ਦਾ ਨਾਮ ਜਪਦੇ ਨੇ। ਬਾਰੀ ਗੁਰੂ ਪਰ ਪੰਥ ਸ਼ੁਰੂ ਕੀਏ, ਬਾਰੀ ਗੁਰੂ ਪਰ ਪੰਥ ਸ਼ੁਰੂ ਕੀਏ। ਐਸੇ ਗੁਰੂ ਕਲਗੀਧਰ ਮਹਾਰਾਜ ਤੋਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਬਲਹਾਰ ਜਾਣਾ, ਜਿਸ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਖਾਲਸਾ ਪੰਥ ਸ਼ੁਰੂ ਕੀਤਾ ਹੈ, ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅੰਮ੍ਰਿਤਧਾਰੀਆਂ ਦਾ ਕੇਸਾ ਧਾਰੀਆਂ ਦਾ ਖਾਲਸਾ ਪੰਥ ਪ੍ਰਗਟ ਕੀਤਾ ਏ। ਸ਼ਰਨੀ ਕਰੀਏ ਨਾ ਅਬਾਰੀ, ਆਪੋ ਸ਼ਰਨੀ ਕਹਿੰਦੇ ਆਓ ਭਾਈ ਗੁਰਸਿੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਦੇ ਵਿੱਚ ਪੈ ਜਾਈਏ, ਤੇ ਸ਼ਰਨ ਵਿੱਚ ਪੈਣ ਲੱਗਿਆਂ ਦੇਰ ਨਾ ਕਰੀਏ। ਮਹਾਰਾਜ ਕਲਗੀਧਰ ਦੀ ਸ਼ਰਨ ਕੀ ਪੈਣਾ ਹੈ ਵੀ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ। ਖਾਲਸਾ ਸਾਜਨਾ ਦਿਹਾੜਾ ਵੀ ਆ ਰਿਹਾ ਏ ਤੇ ਸਾਧ ਸੰਗਤ ਜੀ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਕਲਗੀਧਰ ਦੀ ਸ਼ਰਨ ਪੈਣਾ ਤੇ ਦੇਰ ਨਹੀਂ ਕਰਨੀ ਚਾਹੀਦੀ, ਕਿਉਂਕਿ ਕਹਾਂ ਬਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਣਕਾ। ਸਰੀਰਾਂ ਦਾ ਕੀ ਭਰੋਸਾ ਏ, ਦਸਵੇਂ ਪਾਤਸ਼ਾਹ ਦੀ ਸ਼ਰਨ ਪੈ ਕੇ ਮਹਾਰਾਜ ਦੇ ਸਿੰਘ ਸੱਜ ਜਾਈਏ ਚ ਦੇਰ ਨਾ ਕਰੋ। ਬਾਰੀ ਬਚਨ ਹਰੈ ਮਲ ਪਾਪਨ, ਤੇ ਧੰਨ ਗੁਰੂ ਕਲਗੀਧਰ ਮਹਾਰਾਜ ਦੇ ਜਿਹੜੇ ਬਚਨ ਨੇ ਨਾ ਇਹ ਪਵਿੱਤਰ ਜਲ ਦੀ ਨਿਆਈ ਨੇ। ਦਸਵੇਂ ਪਾਤਸ਼ਾਹ ਦੀ ਜੋ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ, ਉਸ ਬਾਣੀ ਦੀ ਮਹਿਮਾ ਕਰਦੇ ਨੇ ਵੀ ਬਾਰੀ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਦਸਮ ਬਾਣੀ ਹੈ ਇਹ ਪਵਿੱਤਰ ਜਲ ਦੀ ਨਿਆਈ ਹੈ। ਹਰੈ ਮਲ ਪਾਪਨ, ਜੋ ਕਹਿੰਦੇ ਪਾਪਾਂ ਰੂਪੀ ਮੈਲ ਨੂੰ ਨਾਸ਼ ਕਰ ਦਿੰਦੀ। ਜਿਵੇਂ ਸ਼ੁੱਧ ਪਾਣੀ 'ਚ ਇਸ਼ਨਾਨ ਕਰੀਏ ਤੇ ਸਰੀਰ ਵੀ ਸਾਫ਼ ਹੋ ਜਾਂਦਾ ਏ, ਇਹ ਕਲਗੀਧਰ ਮਹਾਰਾਜ ਸਾਹਿਬ ਜੀ ਦੀ ਜਿਹੜਾ ਬਾਣੀ ਗੁਰਸਿੱਖ ਪੜ੍ਹਦਾ ਏ ਉਹਦੇ ਸਾਰੇ ਹੀ ਪਾਪ ਧੋਤੇ ਜਾਂਦੇ ਹਨ। ਜਾਪ ਸਾਹਿਬ ਪੜ੍ਹੇ, ਅਕਾਲ ਉਸਤਤ ਪੜ੍ਹੇ, ਜਿਹੜਾ ਮਹਾਰਾਜ ਸਾਹਿਬ ਜੀ ਦੀ ਬਾਣੀ ਸ਼ਬਦ ਹਜ਼ਾਰੇ ਪੜ੍ਹੇ, ਜਫਰਨਾਮੇ ਦਾ ਪਾਠ ਕਰੇ, ਸ਼ਸਤਰਨਾਮ ਮਾਲਾ ਦਾ ਜਾਪ ਕਰੇ, ਦਸਵੇਂ ਪਾਤਸ਼ਾਹ ਦੀ ਬਾਣੀ ਸਾਰੇ ਪਾਪ ਨਾਸ਼ ਕਰ ਦਿੰਦੀ ਹੈ। ਸੋਤ ਸਿੱਖ ਸਦਾ ਪਰਬਾਰੀ, ਜਿਸ ਕਲਗੀਧਰ ਮਹਾਰਾਜ ਦੀ ਬਾਣੀ ਨਾਲ ਇੰਨਾ ਸਿੰਘਾਂ ਨੂੰ ਪਿਆਰ ਹੈ, ਘੇਰਾ ਘਟ ਕੇ ਮਹਾਰਾਜ ਕੋ ਸੁਣਦੇ ਸਨ। ਇਸ਼ਟ ਗੁਰੂ ਦਸੋਂ ਗੁਰੂ ਸਾਹਿਬਾਂ ਦਾ ਮੰਗਲ, ਹੁਣ ਦਸੇ ਪਾਤਸ਼ਾਹੀਆਂ ਦਾ ਸਾਂਝਾ ਮੰਗਲ ਕਵੀ ਜੀ ਕਰਦੇ ਹਨ। ਚਿਤਰ ਪਦਾ ਛੰਦ 52 ਹੋਇ ਬਲ ਰਾਏ ਬੰਦੇ ਹੋ। ਆ ਕਵੀ ਜੀ ਇੱਥੇ ਪਹਿਲਾਂ ਦੱਸਦੇ ਆ ਵੀ ਤਿੰਨਾਂ ਯੁੱਗਾਂ ਦੇ ਵਿੱਚ ਜਿਵੇਂ ਵਿਸ਼ਨੂੰ ਜੀ ਦੇ 10 ਮੁੱਖ ਅਵਤਾਰ ਹੋਏ ਹਨ, 52 ਰੂਪ ਧਾਰ ਕੇ ਬਲ ਰਾਏ ਵਧੇ, ਬਲ ਰਾਏ ਰਾਜੇ ਨੂੰ ਜਿਵੇਂ ਪਤਾਲ ਦੇ ਵਿੱਚ ਧੱਸ ਦਿੱਤਾ ਸੀ। ਬਲ ਬਾਲ ਵਧਿਓ ਪੁਨ ਭੇ ਨਰ ਸਿੰਘ, ਰਾਮ ਰੂਪ ਹੋ ਕਰਕੇ ਜਿਹੜਾ ਬਾਲੀ ਬੜਾ ਬਲੀ ਸੀ ਕਹਿੰਦੇ ਉਹਨੂੰ ਬੰਨ ਲਿਆ, ਉਹਦਾ ਨਾਸ਼ ਕਰ ਦਿੱਤਾ। ਫਿਰ ਨਰਸਿੰਘ ਰੂਪ ਹੋਏ ਪ੍ਰਹਲਾਦ ਦੀ ਰੱਖਿਆ ਕਰਨ ਵਾਸਤੇ। ਕੱਛਪ ਮੱਛ ਬਰਾਹ ਬਨੇ, ਆਕਾਸ਼ ਅਵਤਾਰ, ਮੈਸ਼ ਅਵਤਾਰ ਤੇ ਬਰਾਹ ਅਵਤਾਰ ਜਿਹੜਾ ਧਾਰਿਆ। ਫਿਰ ਮ੍ਰਿਗ ਰਾਖਸ਼ ਦੈਤ ਹਤੇ ਜਿਮ ਸਿੰਘ, ਜਿਵੇਂ ਕਹਿੰਦੇ ਬੱਬਰ ਸ਼ੇਰ ਹਿਰਨਾਂ ਦਾ ਨਾਸ਼ ਕਰਦਾ ਏ, ਇਹ ਵਿਸ਼ਨੂੰ ਅਵਤਾਰਾਂ ਨੇ ਦੈਂਤਾਂ ਦਾ ਨਾਸ਼ ਕੀਤਾ, ਰਾਖਸ਼ਾਂ ਨੂੰ ਖਤਮ ਕੀਤਾ। ਰਾਮ ਭਾਏ ਜਿਜ ਰਾਮ ਭਾਏ, ਫਿਰ ਉਹੀ ਕਹਿੰਦੇ ਰਾਮਚੰਦਰ ਹੋਏ ਤ੍ਰੇਤੇ ਦੇ ਵਿੱਚ, ਪਰਸ਼ੁਰਾਮ ਦਾ ਅਵਤਾਰ ਧਾਰਨ ਕੀਤਾ। ਸ਼ਾਮ ਭਾਏ ਤਰ ਮੈਂ ਨਰ ਸਿੰਘ, ਤੇ ਦੁਆਪਰ ਦੇ ਵਿੱਚ ਕ੍ਰਿਸ਼ਨ ਰੂਪ ਹੋਏ ਧਰਤੀ ਤੇ ਏਦਾਂ ਮਨੁੱਖਾਂ 'ਚ ਪ੍ਰਗਟ ਹੋਏ ਜਿਵੇਂ ਮਾਨੋ ਵੀ ਕੋਈ ਸ਼ੇਰ ਹੋਵੇ। ਕਲ ਮਹਿ ਗੁਰ ਨਾਨਕ ਰੂਪ, ਕਹਿੰਦੇ ਜਿਵੇਂ ਵਿਸ਼ਨੂੰ ਜੀ ਦੇ ਉਹ ਅਵਤਾਰ ਹੋਏ ਨੇ ਨਾ,
ਉਸੇ ਤਰ੍ਹਾਂ ਇਹ ਕਲਯੁਗ ਦੇ ਸਮੇਂ 'ਚ ਵਿਸ਼ਨੂੰ ਜੀ ਦੇ ਅਵਤਾਰਾਂ ਕੋ ਖੇਡ ਨਹੀਂ ਸੀ ਚੱਲਣੀ। ਇਸ ਕਲਯੁਗ ਦੇ ਵਿੱਚ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਜਾਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇਹ ਕਲਯੁਗ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਆਪ ਵਾਹਿਗੁਰੂ ਪ੍ਰਗਟ ਹੋਏ ਨੇ। ਸੋ ਤਨ ਭੇ ਲਗ ਗੋਬਿੰਦ ਸਿੰਘ, ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੀਕਰ ਪਰਮੇਸ਼ਰ ਨੇ 10 ਅਵਤਾਰ ਧਾਰੇ ਨੇ। ਜਿਵੇਂ ਵਿਸ਼ਨੂੰ ਨੇ ਮੁੱਖ 10 ਅਵਤਾਰ ਹਨ, ਉਸੇ ਤਰ੍ਹਾਂ ਹੀ ਕਹਿੰਦੇ ਵੀ ਸਤਿਗੁਰੂ ਸਾਹਿਬ ਗੁਰੂ ਨਾਨਕ ਸਾਹਿਬ 10 ਪਾਤਸ਼ਾਹੀਆਂ ਇਹ ਪਰਮੇਸ਼ਰ ਦੇ ਜਿਹੜੇ ਅਵਤਾਰ ਆਏ ਹਨ। ਭੂਮਿਕਾ ਤੇ ਅਰਦਾਸ ਕਰਦੇ ਨੇ। ਤੇ ਇਹ ਜੋ ਕਥਾ ਦੀ ਭੂਮਿਕਾ, ਇਹ ਕਥਾ ਦਾ ਜਿਹੜਾ ਪ੍ਰਕਰਨ ਹੈ ਉਹ ਕਵੀ ਜੀ ਦੱਸਦੇ ਹਨ। ਕਉ ਪਈ ਦਸੋਂ ਗੁਰਨ ਕੀ ਕਰਨਾ ਪਾਈ। ਇਹਦੇ ਖਾਲਸਾ ਜੀ ਦਸਾਂ ਗੁਰੂ ਸਾਹਿਬਾਂ ਦੀ ਜਦੋਂ ਮੇਰੇ ਤੇ ਕਿਰਪਾ ਹੋਈ, ਮਹਾਰਾਜ ਨੇ ਤਰਸ ਕੀਤਾ, ਮਹਾਰਾਜ ਨੇ ਜਦੋਂ ਮੇਰੇ ਤੇ ਰਹਿਮਤ ਕੀਤੀ, ਦਸੋਂ ਗੁਰਨ ਕੀ ਕਥਾ ਬਣਾਈ। ਤਾਂ ਮੈਂ ਦਸਾਂ ਹੀ ਗੁਰੂ ਸਾਹਿਬਾਂ ਦੇ ਜਸ ਵਾਲੀ ਪਵਿੱਤਰ ਕਥਾ ਇਤਿਹਾਸ ਦੇ ਰੂਪ ਦੇ ਵਿੱਚ ਬਣਾਈ। ਇਹ ਮਹਾਰਾਜ ਨੇ ਆਪ ਮੇਰੇ ਕੋਲ ਆਪਣਾ ਜਸ ਕਰਾਇਆ। ਪੁੰਨ ਪੁੰਨ ਧਰ ਪਰ ਧਰ ਧਰ ਸਿਰ ਕੋ, ਪੁੰਨ ਪੁੰਨ ਧਰ ਪਰ ਧਰ ਧਰ ਸਿਰ ਕੋ। ਕਹਿੰਦੇ ਪੁੰਨ ਪੁੰਨ ਪੁਨ੍ਹਾ ਪੁਨ੍ਹਾ ਮੁੜ ਮੁੜ ਕੇ ਧਰਤੀ ਦੇ ਉੱਤੇ ਆਪਣਾ ਮੈਂ ਮੱਥਾ ਰੱਖ ਕੇ ਸਿਰ ਰੱਖ ਕੇ ਵੰਦਨ ਕਰੋ ਪ੍ਰੇਮ ਕਰ ਗੁਰ। ਆਪਣੇ ਦਿਲ ਦੇ ਪ੍ਰੇਮ ਦੇ ਨਾਲ ਦਸਾਂ ਸਤਿਗੁਰਾਂ ਨੂੰ ਮੱਥਾ ਟੇਕਦਾ ਮਹਾਰਾਜ ਤੁਹਾਨੂੰ ਆਪ ਆਪਣਾ ਜਸ ਆਪ ਹੀ ਕਹਾਇਆ ਏ। ਭਾਰਤ ਉਤਰਾਰਤ ਦੋਏ। ਤਾਂ ਕਹਿੰਦੇ ਕਥਾ ਜਿਹੜੀ ਹੈ ਉਹਦੇ ਪ੍ਰਕਰਨ ਕਿਹੜੇ ਕਿਹੜੇ ਬਣਾਏ। ਪਹਿਲਾਂ ਸ੍ਰੀ ਨਾਨਕ ਪ੍ਰਕਾਸ਼ ਦੇ 2 ਹਿੱਸੇ ਬਣਾਏ, ਪੁਰਬਾਰਧ ਉਤਰਾਰਧ। ਜਿਹੜਾ ਪੁਰਬਾਰਧ ਜਿਹੜੇ ਪਾਸੇ ਸੂਰਜ ਚੜ੍ਹਦਾ ਪ੍ਰਤੀਤ ਹੁੰਦਾ ਹੈ, ਉਤਰਾਰਧ ਜਿਹੜੇ ਪਾਸੇ ਨੂੰ ਸੂਰਜ ਠਾਹ ਨੂੰ ਜਾਂਦਾ ਪ੍ਰਤੀਤ ਹੁੰਦਾ ਏ। ਇਹ ਜਿਹੜੇ 2 ਹਿੱਸੇ ਹਨ। ਕਥਾ ਬਣੀ ਗੁਰੂ ਨਾਨਕ ਸੋਏ। ਇਹ ਉਤਰਾਰਧ ਪੁਰਬਾਰਧ ਤੇ ਉਤਰਾਰਧ ਦੇ ਵਿੱਚ ਸ੍ਰੀ ਨਾਨਕ ਪ੍ਰਕਾਸ਼ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਥਾ ਸੋਹਣੀ ਬਣਾ ਸਵਾਰ ਕੇ ਕਹੀ ਹੈ। ਵਰਨੀ ਦਵਾਦਸ਼ ਰਾਸ ਅਗਾਰੀ। ਉਹ ਤੋਂ ਅੱਗੇ ਕਵੀ ਜੀ ਕਹਿੰਦੇ ਵੀ ਫਿਰ ਮੈਂ 12 ਰਾਸਾਂ ਜਿਹੜੀਆਂ ਨੇ ਉਹ ਰਚੀਆਂ ਨੇ, ਕਿਉਂਕਿ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਹਨੂੰ ਸੂਰਜ ਦੇ ਪ੍ਰਕਾਰ ਦੇ ਨਾਲ ਹੀ ਕਵੀ ਜੀ ਨੇ ਕਿਹਾ ਨਾ, ਜਿਵੇਂ ਸੂਰਜ ਦੇ ਹਿਸਾਬ ਨਾਲ ਰੁੱਤਾਂ ਆਉਂਦੀਆਂ, ਮੌਸਮ ਬਦਲਦਾ, ਮਹੀਨੇ ਬਦਲਦੇ ਆ, ਐਵੇਂ ਮਹਾਰਾਜ ਦਾ ਜਸ ਕਿਹਾ ਹੈ। ਕਹਿੰਦੇ ਫਿਰ 12 ਰਾਸਾਂ ਜਿਹੜੀਆਂ ਮੈਂ ਅੱਗੇ ਰਚੀਆਂ ਨਾਨਕ ਪ੍ਰਕਾਸ਼ ਤੋਂ। ਨਵਮ ਗੁਰੂ ਲਗ ਕਥਾ ਸੁਧਾਰੀ। ਜਿਹਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੀਕਰ ਪਵਿੱਤਰ ਮਹਾਰਾਜ ਦੀ ਕਥਾ ਇਹ 12 ਰਾਸਾਂ ਵਿੱਚ ਸੋਹਣੀ ਸੁਧਾਰ ਕੇ ਕਹੀ ਹੈ। ਘਟ ਰਿਤ ਜਗਤ ਬਨੇ ਜੁਗ ਐਨ। ਉਸ ਤੋਂ ਬਾਅਦ 6 ਰੁੱਤਾਂ ਅਤੇ 2 ਜਿਹੜੇ ਐਨ ਹਨ ਇਹਨਾਂ ਦੇ ਸਮੇਤ 6 ਰੁੱਤਾਂ, ਜਿਵੇਂ ਹਰ ਸਾਧ ਸੰਗਤ ਸਾਲ ਦੇ 12 ਮਹੀਨਿਆਂ ਦੇ ਵਿੱਚ 2-2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ, ਜਿਵੇਂ ਬਸੰਤ, ਗਰੀਕ, ਮਸਾਉਣ। ਇਹ ਰੁੱਤਾਂ ਜਿਹੜੀਆਂ ਹਨ ਪਾਵਸ ਰੁੱਤ, ਆਦਿਕ, ਵਰਖਾ ਰੁੱਤ ਜਿਹਨੂੰ ਕਹਿੰਦੇ ਨੇ। ਤੇ 2 ਐਨ ਨੇ, ਐਨ ਦਖਰੈਣ ਅਤੇ ਉਤਰੈਣ। ਜਦੋਂ ਸੂਰਜ ਦੱਖਣ ਵਾਲਿਓਂ ਚੜ੍ਹਦਾ ਪ੍ਰਤੀਤ ਹੋਵੇ ਉਹਨੂੰ ਦਖਰੈਣ ਕਹਿੰਦੇ ਨੇ। ਜਦੋਂ ਪਹਾੜ ਵਾਲੇ ਪਾਸਿਓਂ ਚੜ੍ਹਦਾ ਪ੍ਰਤੀਤ ਹੋਵੇ ਉਹਨੂੰ ਉਤਰੈਣ ਐਨ ਕਹਿੰਦੇ ਨੇ। ਜਿਹੜਾ ਇਹ ਚੱਲ ਰਿਹਾ ਹੈ, ਜਿਹਦੀ ਸਮਾਪਤੀ ਹੋ ਰਹੀ ਹੈ। ਕਵੀ ਜੀ ਕਹਿੰਦੇ ਵੇ 6 ਰੁੱਤਾਂ ਤੇ 2 ਸੋਹਣੇ ਐਨ ਬਣ ਗਏ। ਸ੍ਰੀ ਗੋਬਿੰਦ ਸਿੰਘ ਗਾਥਾ ਐਨ ਠੀਕ ਬੜੀ ਸੋਹਣੀ ਗੁਰੂ ਕਲਗੀਧਰ ਮਹਾਰਾਜ ਦੀ ਜਿਹੜੀ ਪਵਿੱਤਰ ਕਥਾ ਹੈ ਨਾ, ਇਹ 6 ਰੁੱਤਾਂ ਤੇ 2 ਐਣਾਂ ਦੇ ਵਿੱਚ ਕਹਿੰਦੇ ਮੈਂ ਕਥਨ ਕੀਤੀ ਹੈ। ਇਹ ਪ੍ਰਕਰਨ ਸਰਪ ਕੇ 22। ਇਹ ਤਾਂ ਗੁਰੂ ਨਾਨਕ ਪ੍ਰਕਾਸ਼ ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ 22 ਪ੍ਰਕਰਨ ਹੋ ਗਏ ਨੇ। ਗੁਰੂ ਨਾਨਕ ਪ੍ਰਕਾਸ਼ ਦੇ ਪੁਰਬਾਰਧ ਤੇ ਉਤਰਾਰਧ 2 ਹੋ ਗਏ, 12 ਰਾਸਾਂ ਦੇ 14 ਹੋ ਗਏ, 6 ਰੁੱਤਾਂ 20 ਹੋ ਗਏ ਤੇ 2 ਐਨੇ 22 ਕਹਿੰਦੇ ਵੀ ਪ੍ਰਕਰਨ ਬਣ ਗਏ, ਜਿਹਦੇ ਵਿੱਚ ਵੱਖ-ਵੱਖ ਅਧਿਆਏ ਹਨ। 9 ਰਸ ਤੇ ਪੂਰਨ ਮਤ ਥਾਏ। ਫਿਰ ਕਵਿਤਾ 9 ਰਸਾਂ ਦੇ ਨਾਲ ਕਹੀ ਜਾਂਦੀ ਹੈ। ਸ਼ਾਂਤ ਰਸ, ਬੀਰ ਰਸ, ਆਦਿਕ, ਇਹ 9 ਰਸਾਂ ਦੇ ਨਾਲ ਮਹਾਰਾਜ ਦੀ ਸਾਰੀ ਕਥਾ ਪਰਿਪੂਰਨ ਹੋ ਰਹੀ ਹੈ। ਸ੍ਰੀ ਗੁਰ ਕੀ ਗਾਥਾ ਸ਼ੁਭ ਗੰਗਾ। ਇੱਥੇ ਪ੍ਰਕਾਰ ਬਦਲਦੇ ਆ ਕਵੀ ਜੀ। ਇੱਥੇ ਗੰਗਾ ਦੇ ਪ੍ਰਕਰਨ ਦੇ ਵਿੱਚ ਅਲੰਕਾਰ ਦੇ ਵਿੱਚ ਕਥਾ ਦੀ ਮਹਿਮਾ ਕਰਦੇ ਨੇ। ਕਹਿੰਦੇ ਵੀ ਸ੍ਰੀ ਗੁਰ ਕੀ ਗਾਥਾ ਸ਼ੁਭ ਗੰਗਾ, ਵੀ ਜੋ ਦਸੋ ਗੁਰੂ ਸਾਹਿਬਾਨ ਜੋ ਸ਼੍ਰੋਮਣੀ ਸਤਿਗੁਰੂ ਨੇ ਪਰਮੇਸ਼ਰ ਦੇ ਅਵਤਾਰ
ਉਹਨਾਂ ਦੀ ਜੋ ਸਾਖੀ ਆ, ਉਹਨਾਂ ਦੀ ਜੋ ਗਾਥਾ ਮਹਿਮਾ ਇਹ ਕਹਿੰਦੇ ਵੀ ਪਵਿੱਤਰ ਗੰਗਾ ਹੈ। ਇੱਕ ਗੰਗਾ ਤੇ ਉਹ ਹੈ ਜਿਹੜੀ ਇੱਕ ਥਾਂ ਤੇ ਵਹਿੰਦੀ ਹੈ, ਪਰ ਮਹਾਰਾਜ ਦੀ ਇਹ ਕਥਾ ਰੂਪੀ ਗੰਗਾ ਜਿਹੜੀ ਹੈ ਇਹ ਸਾਰੇ ਸੰਸਾਰ ਦੇ ਵਿੱਚ ਹੀ ਵਗ ਰਹੀ ਆ। ਜੇ ਕੋਈ ਆਖੇ ਵੀ ਗੰਗਾ 'ਚ ਤਾਂ ਲਹਿਰਾਂ ਉੱਠਦੀਆਂ ਨੇ, ਵੀ ਇਹ ਕਿਹੜੀ ਗੰਗਾ 'ਚ ਲਹਿਰਾਂ ਕਿਹੜੀਆਂ ਨੇ? ਕਹਿੰਦੇ ਜਿਹੜੇ ਛੰਦ ਨੇ ਨਾ, ਜਿਵੇਂ ਚੌਪਈ, ਸਵਈਏ, ਕਬੀਤੇ ਆਦਿਕ, ਇਹ ਜਿਹੜੇ ਛੰਦ ਹਨ ਇਹ ਮੰਨੋ ਵੀ ਸੋਹਣੀਆਂ ਤਰੰਗਾਂ ਉਛਲ ਰਹੀਆਂ ਨੇ ਮਹਾਰਾਜ ਦੀ ਕਥਾ ਰੂਪੀ ਗੰਗਾ 'ਚ। ਤੇ ਜਿੱਥੇ ਕਿਥੇ ਕਵੀ ਜੀ ਕਹਿੰਦੇ ਵੀ ਮਹਾਰਾਜ ਦੀ ਸਾਖੀ ਕਹਿੰਦੇ ਆ ਕੋਈ ਕਰਾਮਾਤ ਦਾ ਬਚਨ ਆਇਆ ਨਾ, ਵੀ ਗੁਰੂ ਨਾਨਕ ਸਾਹਿਬ ਜੀ ਨੇ ਜੋ ਮੱਕੇ ਕਾਬੇ ਵਾਲਾ ਸਥਾਨ ਘੁਮਾਇਆ, ਮਹਾਰਾਜ ਨੂੰ ਮੁਹੰਮਦ ਸਾਹਿਬ ਦੀ ਕਬਰ ਨੇ ਮੱਥਾ ਟੇਕਿਆ, ਮਹਾਰਾਜ ਨੇ ਡਿੱਗਦੇ ਪੱਥਰ ਨੂੰ ਰੋਕਿਆ। ਐਸੇ ਜਿਹੜੇ ਕੋਈ ਬਚਨ ਆਏ, ਪੰਜਾਂ ਪਿਆਰਿਆਂ ਨੂੰ ਸੁਰਜੀਤ ਕੀਤਾ, ਇਹ ਜਿਹੜੇ ਕਹਿੰਦੇ ਵੀ ਕਰਾਮਾਤ ਦੇ ਬਚਨ ਹਨ। ਇਹ ਮਾਨੋ ਵੀ ਗੁਰੂ ਸਾਹਿਬ ਦੀ ਪਵਿੱਤਰ ਕਥਾ ਰੂਪੀ ਗੰਗਾ ਦੇ ਵਿੱਚ ਗੰਭੀਰਤਾ ਹੈ। ਜਿਵੇਂ ਗੰਗਾ 'ਚ ਡੂੰਘਾ ਥਾਂ ਵੀ ਹੁੰਦਾ ਹੈ ਤੇ ਉੱਚਾ ਥਾਂ ਵੀ ਹੁੰਦਾ ਹੈ। ਜਿਹੜੇ ਕਰਾਮਾਤ ਦੇ ਸੰਬੰਧਿਤ ਬਚਨ ਕਹੇ ਨੇ ਮਹਾਰਾਜ ਦੀ ਮਹਿਮਾ ਵਿੱਚ, ਇਹ ਮਾਨੋ ਵੀ ਇਹ ਕਥਾ ਦੀ ਗੰਭੀਰਤਾ ਡੂੰਘਾਈ ਹੈ। ਜਿਵੇਂ ਉਹ ਗੰਗਾ ਜਿਹੜੀ ਹੈ ਗੰਗੋਤਰੀ ਤੋਂ ਉਤਰੀ ਹੈ। ਇਹ ਕਿੱਥੋਂ ਉਤਰੀ ਹੈ? ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ। ਜਿਸ ਬਾਬਾ ਬੁੱਢਾ ਸਾਹਿਬ ਜੀ ਦੇ ਸਾਧ ਸੰਗਤ ਅਸਥਾਨ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਵੀ ਕਥਾ ਦੇ ਵਿੱਚ ਹਾਜ਼ਰੀ ਸਮਾਗਮਾਂ 'ਚ ਭਰ ਰਹੇ ਨੇ। ਉਹ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਦੇ ਵਿੱਚੋਂ ਬਾਬਾ ਰਾਮ ਕੋਇਰ ਜੀ ਹੋਏ ਹਨ। ਕਹਿੰਦੇ ਵੀ ਇਹ ਬਾਬਾ ਰਾਮ ਕੋਇਰ ਰੂਪੀ ਸ੍ਰੇਸ਼ਟ ਪਹਾੜ ਤੋਂ, ਭਾਵ ਉਹਨਾਂ ਦੇ ਮੁਖ ਤੋਂ ਮਹਾਰਾਜ ਦੀ ਮਹਿਮਾ ਕਥਾ ਰੂਪੀ ਗੰਗਾ ਪ੍ਰਗਟ ਹੋਈ ਆ। ਤੇ ਇਹ ਜਿਹੜੀ ਗੰਗਾ ਹੈ ਬਾਬਾ ਰਾਮ ਕੋਇਰ ਜੀ ਦੇ ਰਾਹੀਂ ਸਾਰੇ ਜਗਤ ਦੇ ਵਿੱਚ ਸਿੱਖਾਂ ਦੇ ਵਿੱਚ ਵਿਕਸੀ ਕੀ ਹੈ ਵੀ ਪਹੁੰਚੀ ਆ। ਸਭ ਸਿੱਖਾਂ ਦੇ ਤਾਈਂ ਬਾਬਾ ਰਾਮ ਕੋਇਰ ਜੀ ਦੇ ਰਾਹੀਂ ਮਹਾਰਾਜ ਦਾ ਜਸ ਆਇਆ ਏ। ਜੋਗ ਵਿਰਾਗ ਭਗਤ ਅਰ ਗਿਆਨ, ਜਿਹਦੇ ਵਿੱਚ ਜੋਗ ਪਰਮੇਸ਼ਰ ਨਾਲ ਜੁੜਨਾ ਅਤੇ ਵਿਰਾਗ ਧਾਰਨ ਕਰਨਾ, ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਜਿੱਥੇ ਨਿਰਣਾ ਹੈ, ਔਰ ਬ੍ਰਹਮ ਗਿਆਨ, ਇਹਨਾਂ ਦੇ ਸੰਬੰਧਿਤ ਜਿਹੜਾ ਕਥਾ ਦੇ ਵਿੱਚ ਨਿਰਣਾ ਕੀਤਾ ਏ। ਇਹ ਮਾਨੋ ਵੀ ਸੋਹਣੇ ਜੰਤ, ਜੋਗ ਵਿਰਾਗ ਪ੍ਰੇਮਾ ਭਗਤੀ ਬ੍ਰਹਮ ਗਿਆਨ ਦਾ ਨਿਰਣਾ ਕਰਨ ਵਾਲਾ ਜਿਹੜਾ ਸਥਾਨ ਹੈ, ਇਹ ਮਹਾਰਾਜ ਸਾਹਿਬ ਦੀ ਗੰਗਾ ਰੂਪੀ ਕਥਾ ਦੇ ਵਿੱਚ ਵੱਡੇ ਜੰਤੂ ਵਸਦੇ ਨੇ। ਭਾਵ ਇਹ ਹੈ ਵੀ ਮਹਾਰਾਜ ਦੀ ਕਥਾ ਸੁਣ ਕੇ ਪਰਮੇਸ਼ਰ ਨਾਲ ਜੁੜਨਾ, ਵਿਰਾਗ ਪ੍ਰੇਮ ਭਗਤੀ ਤੇ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਇਸ ਕਥਾ ਵਿੱਚੋਂ। ਜਪ ਤਪ ਸੰਜਮ ਦਾਨ ਇਸ਼ਨਾਨ, ਆ ਫਿਰ ਜਪ ਕਰਨਾ, ਤਪ ਕਰਨਾ, ਸੰਜਮ ਰੱਖਣਾ, ਦਾਨ ਦੇਣਾ ਤੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨ ਦੇ ਪ੍ਰਤੀ ਜਿਹੜਾ ਉਪਦੇਸ਼ ਹੈ। ਧੀਰਜ ਦਇਆ ਸ਼ਮਾਨ ਨਿਰਮਾਨ, ਆ ਧੀਰਜ ਰੱਖਣੀ ਹੈ, ਘਾਬਰਨਾ ਨਹੀਂ, ਸਾਰਿਆਂ ਤੇ ਦਇਆ ਕਰਨੀ ਹੈ, ਸਾਹਮਣੇ ਵਾਲੇ ਦੀ ਵਧੀਕੀ ਸਹਾਰ ਕੇ ਸ਼ਿਮਾ ਕਰ ਦੇਣਾ, ਸਦਾ ਨਿਰਮਾਣਤਾਈ ਦੇ ਵਿੱਚ ਨਿਮਰਤਾ 'ਚ ਰਹਿਣਾ। ਐਸੇ ਜਿਹੜੇ ਬਚਨ ਹਨ ਇਸ ਪਵਿੱਤਰ ਕਥਾ ਦੇ ਅੰਦਰ। ਸੰਤੋਖ ਆਦਿ ਗੁਣ ਜੇਤੇ, ਆ ਸਤ ਪ੍ਰਤੱਗੀ ਰਹਿਣਾ, ਵੀ ਜਿਹੜਾ ਬਚਨ ਕੀਤਾ ਉਤੇ ਪਹਿਰਾ ਦੇਣਾ, ਸੰਤੋਖੀ ਰਹਿਣਾ, ਜਥਾ ਲਾਭ ਤਥਾ ਸੰਤੁਸ਼ਟ ਆਦਿਕ ਜਿੰਨੇ ਵੀ ਸ਼ੁਭ ਗੁਣ ਹਨ। ਲਗ ਜਲ ਜੰਤ ਵਾਸ ਕਰਤੇ, ਇਹ ਮਹਾਰਾਜ ਦੀ ਜੋ ਪਵਿੱਤਰ ਮਹਿਮਾ ਰੂਪੀ ਕਥਾ ਰੂਪੀ ਗੰਗਾ ਇਹ ਮਾਨੋ ਵੀ ਇਹਦੇ ਵਿੱਚ ਛੋਟੇ ਜੀ ਜੰਤੂ ਵਸ ਰਹੇ ਨੇ। ਦਸ ਗੁਰ ਦਸੋਂ ਘਾਟ ਕੋ ਪਾਏ, ਜਿਵੇਂ ਗੰਗਾ ਦੇ ਇਸ਼ਨਾਨ ਕਰਨ ਦੇ ਲਈ ਕਹਿੰਦੇ ਥੋੜਾ ਜਿਹਾ ਪੌੜ ਬਣਾ ਕੇ ਤੇ ਨੀਵਾਂ ਥਾਂ ਜਿਹੜਾ ਹੁੰਦਾ ਇਹ ਵੀ ਉੱਥੋਂ ਤੇ ਪਹੁੰਚਣ ਦੇ ਲਈ ਸੌਖ ਰੱਖੀ ਹੁੰਦੀ, ਘਾਟ ਹੁੰਦਾ ਵੀ ਇੱਥੋਂ ਇਸ਼ਨਾਨ ਕਰ ਸਕਦੇ ਆ। ਇਸੇ ਤਰ੍ਹਾਂ ਇਹ ਜੋ ਪਵਿੱਤਰ ਕਥਾ ਇਹਦੇ ਵਿੱਚ ਜੋ 10 ਗੁਰੂ ਸਾਹਿਬ ਹਨ, ਇਹ ਮਾਨੋ ਵੀ 10 ਹੀ ਘਾਟ ਨੇ। ਜਿਹੜੇ ਵੀ ਘਾਟ ਤੋਂ ਉਤਰੀਏ ਇਸ਼ਨਾਨ ਤਾਂ ਉੱਥੋਂ ਹੀ ਹੋ ਜਾਂਦਾ ਨਾ। ਇੱਥੇ ਮਹਾਰਾਜ ਦੀ ਕਥਾ ਭਾਵੇਂ ਗੁਰੂ ਨਾਨਕ ਸਾਹਿਬ ਦਾ ਜਸ ਸੁਣ ਲਓ, ਭਾਵੇਂ ਗੁਰੂ ਅੰਗਦ ਸਾਹਿਬ ਦਾ, ਜਾਂ ਇਸੇ ਤਰ੍ਹਾਂ ਸਾਰੇ ਗੁਰੂ ਕਲਗੀਧਰ ਸਾਹਿਬ ਦਾ, ਜਿਹੜੇ ਵੀ ਗੁਰਾਂ ਦਾ ਜਸ ਸੁਣ ਲਓ, ਇਹ ਗੰਗਾ ਜੀ ਇਸ਼ਨਾਨ ਹੋ ਗਿਆ ਸਿੱਖ ਦਾ। ਪਾਵਨ ਭਏ ਲੋਕ ਸਮੁਦਾਏ, ਆ ਸਮੂਹ ਜਿਹੜੇ ਲੋਕ ਹੈ 10 ਗੁਰੂ ਸਾਹਿਬਾਂ ਦੇ ਰਾਹੀਂ ਪਵਿੱਤਰ ਹੋ ਗਏ ਹੈ, ਉਹਨਾਂ ਦੇ ਜੰਮਣ ਮਰਨ ਦੇ ਦੁੱਖ ਕੱਢੇ ਗਏ ਨੇ। ਜਨਮ ਮਰਨ ਤੇ ਆਦਿ ਕਲੇਸ਼, ਜੰਮਣ ਮਰਨ ਵੱਡਾ ਦੁੱਖ ਹੈ, ਉਹਨਾਂ ਦਾ ਵਾਰ-ਵਾਰ ਜੰਮਣਾ ਤੇ ਮੁੜ-ਮੁੜ ਕੇ ਜਿਹੜਾ ਮਰਨਾ ਹੈ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਮ ਦਹਿ ਅਰ ਗਰਭ ਬਸੇਰਾ, ਵਾਰ-ਵਾਰ ਜੰਮਣਾ ਵੀ ਦੁੱਖ ਹੈ ਤੇ ਮਰਨਾ ਵੀ ਦੁੱਖ ਹੈ। ਇਹ ਮਹਾਰਾਜ ਸਾਹਿਬ ਦੀ ਕਥਾ ਰੂਪੀ ਗੰਗਾ ਜਿਹੜੀ ਹੈ, ਇਹਨੂੰ
ਦਸਾਂ ਗੁਰੂ ਸਾਹਿਬਾਨ ਦੇ ਘਾਟਾਂ ਦੇ ਰਾਹੀਂ ਪ੍ਰਾਪਤ ਕਰਕੇ ਦਸਾਂ ਗੁਰਾਂ ਤੋਂ ਕਿਸੇ ਵੀ ਗੁਰੂ ਦਾ ਜਸ ਸੁਣ ਕੇ ਜੰਮਣ ਮਰਨ ਸਿੱਖ ਦਾ ਕੱਟਿਆ ਜਾਂਦਾ ਏ। ਅਤੇ ਜਿਹੜੇ ਪੰਜ ਕਲੇਸ਼ ਹਨ, ਇਹ ਪੰਜੇ ਕਲੇਸ਼ ਵੀ ਨਾਸ਼ ਹੋ ਜਾਂਦੇ ਹਨ। ਅਵਿਦਿਆ, ਅਸੰਤਾ, ਰਾਗ, ਦਵੇਸ਼, ਅਭਿਨਵੇਸ਼ ਆਦਿਕ। ਇਹ ਪਟ ਭਾਤ ਕਹਤੇ ਆਸ਼ੇਸ਼ੂ। ਆ ਕਹਿੰਦੇ ਵੀ ਵੱਡੇ ਵੱਡੇ ਜਿਹੜੇ ਪਾਪ ਨੇ ਨਾ, ਸਾਰੇ ਮਹਾਰਾਜ ਦੀ ਪਵਿੱਤਰ ਕਥਾ ਸੁਣਨ ਦੇ ਨਾਲ, ਕਹਿਣ ਦੇ ਨਾਲ ਨਾਸ਼ ਹੋ ਜਾਂਦੇ ਨੇ। ਗੁਰਸਿੱਖ ਜੋਗੀ ਮਨ ਰਿਕ ਭਾਰੀ। ਜਿਵੇਂ ਗੰਗਾ ਦੇ ਉੱਤੇ ਸਾਧ ਸੰਗਤ ਰਿਖੀ ਮੁਨੀ ਰਹਿੰਦੇ ਆ, ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਕਥਾ ਸੁਣਦੇ ਆ ਨਾ, ਜੋ ਆਪ ਬੈਠੇ ਹੋ, ਇਹ ਮਾਨੋ ਵੀ ਮਹਾਰਾਜ ਦੀ ਪਵਿੱਤਰ ਕਥਾ ਰੂਪੀ ਗੰਗਾ ਦੇ ਕਿਨਾਰੇ ਦੇ ਉੱਤੇ ਕਥਾ ਸੁਣਨ ਵਾਲੇ ਵੱਡੇ ਵੱਡੇ ਜੋਗੀ ਮੁਨੀ ਮਹਾਤਮਾ ਰਿਖੀ ਬੈਠੇ ਹਨ। ਹੋਰ ਮਹਿਮਾ ਗੰਗਾ ਤਿਨ ਪਿਆਰੀ। ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਦੀ ਮਹਿਮਾ ਰੂਪੀ ਗੰਗਾ ਪਿਆਰੀ ਲੱਗਦੀ ਆ, ਆਪਣੇ ਗੁਰੂ ਦਾ ਜਸ ਸੁਣ ਕੇ ਖੁਸ਼ ਹੁੰਦੇ ਹਨ। ਪਠਨ ਸੁਨਨ ਸ਼ੁਭ ਅਰਥ ਵਿਚਾਰਨ। ਇਹ ਜੋ ਮਹਾਰਾਜ ਸਾਹਿਬ ਦੀ ਕਥਾ, ਇਹਨੂੰ ਪੜ੍ਹਨਾ ਜਾਂ ਪਿਆਰ ਦੇ ਨਾਲ ਸੁਣਨਾ, ਜਾਂ ਇਹਨਾਂ ਦੇ ਚੰਗੀ ਤਰ੍ਹਾਂ ਅਰਥਾਂ ਦੀ ਜੋ ਵਿਚਾਰ ਕਰਨੀ ਹੈ। ਨਾਮ ਇਸ਼ਨਾਨ ਹਰਖ ਕਰ ਧਾਰਨ। ਇਹ ਏਦਾਂ ਹੈ ਵੀ ਜਿਵੇਂ ਗੰਗਾ ਦਾ ਜਲ ਛਕਣਾ, ਇਸ਼ਨਾਨ ਕਰਨਾ, ਜਾਂ ਖੁਸ਼ ਹੋ ਕੇ ਸਣ ਕੇਸੀ ਇਸ਼ਨਾਨ ਕਰਨਾ। ਜਿਹੜਾ ਦੇ ਸਾਧ ਸੰਗਤ ਜੀ ਇਹ ਕਥਾ ਨੂੰ ਪੜ੍ਹਨਾ ਹੈ ਨਾ, ਪਿਆਰ ਦੇ ਨਾਲ ਇਹਦਾ ਪਾਠ ਹੀ ਕਰਨਾ ਹੈ। ਇਹ ਤੇ ਏਦਾਂ ਹੈ ਵੀ ਜਿਵੇਂ ਮਹਾਰਾਜ ਦੀ ਪਵਿੱਤਰ ਕਥਾ ਦੀ ਗੰਗਾ ਵਿੱਚੋਂ ਜਲ ਛਕਣਾ ਹੈ। ਅਤੇ ਜਿਹੜਾ ਇਸ ਪਵਿੱਤਰ ਕਥਾ ਨੂੰ ਸੁਣਨਾ ਹੈ ਨਾ, ਇਹ ਏਦਾਂ ਹੈ ਵੀ ਜਿਵੇਂ ਗੰਗਾ 'ਚ ਇਸ਼ਨਾਨ ਕਰਨਾ ਹੈ। ਤੇ ਜਿਹੜਾ ਇਸ ਪਵਿੱਤਰ ਕਥਾ ਦੀ ਵਿਚਾਰ ਕਰਨੀ ਹੈ, ਏਦਾਂ ਹੈ ਵੀ ਜਿਵੇਂ ਜਲ ਵੀ ਛਕ ਲੈਣਾ ਤੇ ਸਣ ਕੇ ਅਸੀਂ ਇਸ਼ਨਾਨ ਕਰਨਾ ਹੈ ਮਹਾਰਾਜ ਦੀ ਪਵਿੱਤਰ ਕਥਾ ਦਾ। ਸਿੱਖ ਸੰਗਤ ਗੁਰ ਪ੍ਰੇਮੀ ਪਿਆਰੇ। ਜਿਹੜੇ ਮਹਾਰਾਜ ਦੀ ਸਿੱਖ ਸੰਗਤ ਹੈ, ਗੁਰੂ ਸਾਹਿਬ ਦੇ ਪਿਆਰੇ, ਗੁਰੂ ਸਾਹਿਬ ਦੇ ਪ੍ਰੇਮੀ ਹਨ। ਲਿਖਿਆ ਸੁਨੈ ਜਸ ਗਾਵਨ ਹਾਰੇ। ਜਿਹੜੇ ਮਹਾਰਾਜ ਦਾ ਜਸ ਲਿਖਦੇ ਨੇ, ਸੁਣਦੇ ਨੇ, ਜਾਂ ਜਸ ਨੂੰ ਗਾਉਣ ਵਾਲੇ ਹਨ। ਗੁਰ ਮਹਿਮਾ ਗੰਗਾ ਕੋ ਪਾਏ। ਉਹ ਜੇ ਗੁਰੂ ਮਹਾਰਾਜ ਦੀ ਮਹਿਮਾ ਰੂਪੀ ਇਹ ਕਥਾ ਰੂਪੀ ਜੋ ਗੰਗਾ ਹੈ ਨਾ, ਇਹਨੂੰ ਪ੍ਰਾਪਤ ਕਰਕੇ ਇਹ ਮੁਕਤ ਗੁਰ ਰੂਪ ਉਹ ਸਮਾਏ। ਮੁਕਤ ਹੋ ਗਏ ਤੇ ਗੁਰੂ ਸਾਹਿਬ ਦੇ ਸਰੂਪ 'ਚ ਹੀ ਸਮਾ ਗਏ ਆ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੀ ਰੂਪ ਹੋ ਗਏ ਨੇ। ਅਬ ਮੈਂ ਸਭ ਆਗੇ ਕਰ ਜੋਰ। ਜਿਹੜੇ ਕਥਾ ਸੁਣਦੇ ਨੇ ਨਾ ਗੁਰਸਿੱਖ, ਕਿਉਂਕਿ ਕੈਂਥਲ 'ਚ ਵੀ ਕਥਾ ਹੁੰਦੀ ਸੀ ਰੋਜ਼, ਜਿਵੇਂ ਪਹਿਲਾ ਜ਼ਿਕਰ ਕੀਤਾ, ਤੇ ਸਭ ਤੋਂ ਪਹਿਲਾ ਕਥਾ ਦਾ ਭੋਗ ਵੀ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਪਿਆ ਕੈਂਥਲ ਦੇ ਵਿੱਚ। ਤੇ ਜਿਹੜੇ ਗੁਰਸਿੱਖ ਉੱਥੇ ਕਥਾ ਸੁਣ ਰਹੇ ਸੀ, ਜਾਂ ਜਿਹੜੇ ਆਪ ਸਰੋਤੇ ਜਨ ਸੁਣ ਰਹੇ ਹੋ, ਉਹਨਾਂ ਅੱਗੇ ਭਾਈ ਸੰਤੋਖ ਸਿੰਘ ਜੀ ਦੋਵੇਂ ਹੱਥ ਜੋੜ ਕਰਕੇ ਬੇਨਤੀ ਕਰਦੇ ਹਨ। ਬਾਰੰਬਾਰ ਨਿਹੋਰ ਨਿਹੋਰ। ਕਹਿੰਦੇ ਵਾਰ-ਵਾਰ ਮੇਰੀ ਬੇਨਤੀ ਹੈ, ਵਾਰ-ਵਾਰ ਗੁਰਸਿੱਖੋ ਤੁਹਾਨੂੰ ਮੈਂ ਮਨਾਉਂਦਾ ਹਾਂ, ਕਿਉਂਕਿ ਜਿਹੜੇ ਗੁਰੂ ਕੇ ਸਿੱਖ ਨੇ ਬੜੇ ਪਰਉਪਕਾਰੀ ਹਨ। ਅਸ ਤਿੱਖੀ ਸਿੱਖੀ ਅਸ ਜਾਤ। ਮੇਰੇ ਤੇ ਇਹ ਕਿਰਪਾ ਕਰੋ ਵੀ ਜਿਹੜੀ ਮਹਾਰਾਜ ਸਾਹਿਬ ਜੀ ਦੀ ਖੰਡੇ ਦੀ ਧਾਰ ਦੇ ਨਾਲ ਵੀ ਸਿੱਖੀ ਤਿੱਖੀ ਹੈ ਨਾ, ਭਾਵ ਜਿਵੇਂ ਖੰਡੇ ਦੀ ਧਾਰ ਤੇ ਤੁਰਨਾ, ਐਵੇਂ ਗੁਰੂ ਨਾਨਕ ਸਾਹਿਬ ਦੇ ਸਿੱਖ ਬਣਨਾ ਹੈ। ਇਹ ਸੌਖਾ ਨਹੀਂ ਹੈ ਸਾਧ ਸੰਗਤ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ, ਗੁਰੂ ਨਾਨਕ ਸਾਹਿਬ, ਦਸਾਂ ਪਾਤਸ਼ਾਹੀਆਂ ਦੀ ਮਹਿਮਾ ਕਰਦਿਆਂ ਕਵੀ ਜੀ ਕਹਿੰਦੇ, ਗੁਰਸਿੱਖੋ ਐਸੇ ਗੁਰੂ ਸਾਹਿਬ ਜੀ ਦੀ ਖੰਡੇ ਤੋਂ ਜਿਹੜੀ ਤਿੱਖੀ ਸਿੱਖੀ ਹੈ, ਉਹਦੀ ਮੈਂ ਮੰਗ ਕਰਦਾ ਹਾਂ। ਜਿਤ ਕੀ ਬ੍ਰਿਤੀ ਸਾਚ ਮਹਾਰਾਜ। ਇਹ ਵੀ ਕਿਰਪਾ ਕਰ ਦਿਓ ਵੀ ਮੇਰੇ ਜਿਹੜੀ ਚਿੱਤ ਦੀ ਬਿਰਤੀ ਆ, ਉਹ ਸੱਚ ਸਰੂਪ ਵਾਹਿਗੁਰੂ ਦੇ ਵਿੱਚ ਰਚ ਮਿਚੀ ਜਾਵੇ, ਇੱਕ ਰੂਪ ਹੀ ਹੋ ਜਾਵਾਂ ਮੈਂ। ਨਾਮ ਦਰਸ ਗੁਰ ਦੇਹੋ ਇਮ ਵਰਕੋ। ਇਹ ਗੁਰਸਿੱਖੋ ਵਰ ਦਿਓ, ਤੁਹਾਡੀ ਰਸਨਾ ਤੇ ਗੁਰੂ ਨਾਨਕ ਸਾਹਿਬ ਵਸਦੇ ਨੇ, ਵੀ ਮੈਂ ਦਸਾਂ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਦਰਸ਼ਨ ਪ੍ਰਾਪਤ ਕਰ ਲਵਾਂ। ਜਿਸ ਤੇ ਬ੍ਰਹਮ ਗਿਆਨ ਹੋਏ ਗੁਰ। ਐਸੀਆਂ ਅਸੀਸਾਂ ਦਿਓ ਜਿਹਦੇ ਨਾਲ ਮੇਰੇ ਹਿਰਦੇ ਦੇ ਵਿੱਚ ਬ੍ਰਹਮ ਗਿਆਨ ਪ੍ਰਾਪਤ ਹੋ ਜਾਵੇ। ਜਨਮ ਮਰਨ ਕੋ ਕਸ਼ਟ ਬਡੇਰਾ। ਜੰਮਣ ਮਰਨ ਦਾ ਕਵੀ ਜੀ ਕਹਿੰਦੇ ਬੜਾ ਵੱਡਾ ਦੁੱਖ ਹੈ, ਬੜਾ ਵੱਡਾ ਕਸ਼ਟ ਹੈ। ਬਾਹਰ ਨਾ ਜਗ ਮੈਂ ਹੋਏ ਕਬ ਫੇਰਾ। ਤਾਂ ਇਹ ਬਖਸ਼ਿਸ਼ ਕਰ ਦਿਓ ਵੀ ਮੇਰਾ ਫੇਰ ਮੁੜ ਕੇ ਸੰਸਾਰ 'ਚ ਫੇਰਾ ਨਾ ਹੋਵੇ। ਅਸੀਸ ਦਿਓ ਗੁਰਾਂ ਦੇ ਦਰਸ਼ਨ ਹੋਣ, ਬ੍ਰਹਮ ਗਿਆਨ ਹੋਵੇ, ਜਿਹਦੇ ਨਾਲ ਮੇਰਾ ਜੰਮਣ ਮਰਨ ਕੱਟਿਆ ਜਾਵੇ। ਗੁਰਨ ਲਾਖੋਂ ਨਿਸਦਾ। ਜਿਹੜੇ ਦਸੇ ਗੁਰੂ ਸਾਹਿਬਾਂ ਨੇ ਕਹਿੰਦੇ ਲੱਖਾਂ ਹੀ ਜੀਵ ਸੰਸਾਰ ਤੋਂ ਪਾਰ ਕਰ ਦਿੱਤੇ ਹਨ। ਲੋਕਾਂ ਨੂੰ ਸੁਖ ਦਇਓ ਉਧਾਰੇ। ਦੋਵਾਂ ਲੋਕਾਂ ਦਾ ਸੁਖ ਦੇ ਕੇ ਤੇ ਉਦਾਰ ਭਾਵ ਬੜੇ ਖੁੱਲ੍ਹ ਦਿਲੇ ਆ ਮਹਾਰਾਜ, ਬਹੁਤ ਹੀ ਸ੍ਰੇਸ਼ਟ ਨੇ, ਦੋਵਾਂ ਲੋਕਾਂ ਦੇ ਸੁਖ ਬਖਸ਼ ਦਿੱਤੇ। ਮਹਿਮਾ ਮਹਾ ਮਹਾ
ਮਹਾਨ ਆਏ ਸੰਸਾਰ ਦੇ ਧਰਤੀ ਦੇ ਵਿੱਚ ਜੇ ਸਤਿਗੁਰੂ ਮਹਾਰਾਜ ਦੀ ਮਹਿਮਾ ਬੜੀ ਮਹਾਨ ਤੋਂ ਮਹਾਨ ਸ੍ਰੇਸ਼ਟ ਹੈ। ਅਭੀ ਨਹੀਂ ਸਭ ਲਖੇ ਜਹਾਨ ਇਹ ਗੱਲ ਕਿਸੇ ਕੋਲ ਲੁਕੀ ਥੋੜਾ ਹੈ, ਸਾਰਾ ਜਹਾਨ ਜਾਣਦਾ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਜਿੰਨੇ ਤਾਰੇ ਨੇ ਤਾਰੇ ਗਿਣੇ ਜਾਤ ਤਾਰੇ ਨਾ ਗਣਾਤ ਹੈ। ਬਿਤ ਸਾਜ ਰੂਪੇ ਆਪਨੋ ਪਛਾਣੇ ਉਪਦੇਸ਼ ਦੇ ਸਤਿਗੁਰੂ ਜੀ ਕੀ ਕਰਦੇ ਆ ਵੀ ਇਹੋ ਜਿਹਾ ਉਪਦੇਸ਼ ਦਿੰਦੇ ਆ ਵੀ ਸਿੱਖ ਆਪਣਾ ਸੱਚ ਸਰੂਪ ਪਛਾਣ ਲਵੇ। ਆਪਾਂ ਸਮਝਦੇ ਆ ਨਾ ਵੀ ਆ ਦੇਹ ਹੀ ਮੇਰਾ ਸਰੀਰ ਹੈ, ਜਿਹੜਾ ਅੰਦਰ ਹੈ ਸਾਡੇ ਜੋਤ ਉਹਨੂੰ ਪਛਾਣ ਲਵੇ। ਸਿੱਖ ਇਹੋ ਜਿਹਾ ਮਹਾਰਾਜ ਉਪਦੇਸ਼ ਦਿੰਦੇ ਨੇ। ਇਹ ਦਸੇ ਗੁਰੂ ਸਾਹਿਬ ਐਸੇ ਹਨ ਗੁਰ ਤੇ ਅਹੰਤਾ ਤਾਤ ਕਾਲ ਬਿਨ ਤੇ ਸਾਵੇ ਉਪਦੇਸ਼ ਦੇ ਕੇ ਜਿਹੜੀ ਹੰਕਤਾ ਮਮਤਾ ਝੂਠੇ ਆਦਿਕ ਹੈ ਇਹ ਸਿੱਖਾਂ ਦੇ ਅੰਦਰੋਂ ਬੜੀ ਛੇਤੀ ਨਾਸ਼ ਕਰ ਦਿੰਦੇ ਨੇ। ਚੇਤਨ ਬਤਾਏ ਕੈ ਅਚੇਤਨ ਕੋ ਤਿਆਗ ਕਰ ਆ ਜੋ ਚੇਤਨ ਪਰਮੇਸ਼ਰ ਹੈ ਉਹਦਾ ਸਰੂਪ ਦੱਸ ਕੇ ਜੋ ਅਚੇਤਨ ਜੜ ਹੈ ਅਗਿਆਨ ਹੈ ਇਹਦਾ ਤਿਆਗ ਕਰਵਾ ਦਿੰਦੇ ਨੇ ਮਹਾਰਾਜ। ਹੁਕਮ ਸਮਤ ਤੇ ਅਲਖ ਕੋ ਲਖਾਵੇ ਸੂਖਮ ਤੇ ਸ੍ਰੇਸ਼ਟ ਮਤ ਬਖਸ਼ਦੇ ਨੇ। ਜਿੰਨਾ ਚਿਰ ਮਤ ਮੋਟੀ ਰਹੇਗੀ ਉਹਨਾਂ ਚਿਰ ਨਹੀਂ ਕੋਈ ਸਮਝ ਪਏਗੀ। ਮਹਾਰਾਜ ਸੂਖਮ ਵਿਵੇਕ ਬੁੱਧੀ ਸ੍ਰੇਸ਼ਟ ਮਤ ਦੇ ਕੇ ਅਲਖ ਜਿਹੜਾ ਸਰੂਪ ਨਹੀਂ ਲਖਿਆ ਜਾਂਦਾ ਆਪਣੇ ਆਪ ਗੁਰੂ ਸਾਹਿਬ ਜੀ ਉਹਨੂੰ ਜਣਾ ਦਿੰਦੇ ਹਨ। ਫਿਰ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਦੀ ਜੋਤ ਦੇ ਦਰਸ਼ਨ ਹੁੰਦੇ ਨੇ। ਆਨੰਦ ਬਿਲੰਦ ਕੇ ਉਦਦ ਮੈਂ ਸਮਾਏ ਕਰ ਆ ਜਿਹੜਾ ਆਨੰਦ ਦਾ ਸਮੁੰਦਰ ਹੈ ਨਾ ਬਹੁਤ ਵੱਡਾ, ਸਿੱਖਾਂ ਨੂੰ ਮਹਾਰਾਜ ਉਹਦੇ ਵਿੱਚ ਹੀ ਸਮਾ ਦਿੰਦੇ, ਭਾਵ ਸਦਾ ਲਈ ਆਨੰਦ ਬਖਸ਼ ਦਿੰਦੇ ਨੇ। ਸਿੱਖ ਕੋ ਉਧਾਰ ਬੰਦ ਗਾਡੇ ਸੁੱਟ ਕਵਾਈ ਆ ਸਿੱਖ ਦਾ ਉਧਾਰ ਕਰਦੇ ਆ ਤੇ ਜਿਹੜੇ ਗਾੜੇ ਜਗੜਬੰਦ ਲੱਗੇ ਨੇ ਨਾ ਹੰਕਤਾ ਮਮਤਾ ਜੰਮਣ ਮਰਨ ਦੇ ਈਰਖਾ ਦਵੈਹ ਦੇ ਇਹ ਸਾਰੇ ਮਹਾਰਾਜ ਜੀ ਛੁਡਾ ਦਿੰਦੇ ਨੇ। ਇਹ ਵੀ ਅਸਤ ਭਾਂਤ ਪ੍ਰੇ ਸਰਬਤਾ ਸੰਤੋਖ ਸਿੰਘ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇੱਕ ਹੀ ਹੈ ਪਰਮੇਸ਼ਰ। ਮਹਾਰਾਜ ਇਦਾਂ ਜਣਾ ਦਿੰਦੇ ਆ ਵੀ ਭਾਵੇਂ ਅਸਤ ਭਾਂਤ ਪ੍ਰੇਤਾ ਰੂਪ ਹੈ, ਭਾਵ ਵੀ ਸਤ ਅਸਤ ਤੋਂ ਭਾਵ ਹੈ ਵੀ ਉਹ ਜਿਹੜਾ ਪਰਮੇਸ਼ਰ ਹੈ ਉਹ ਪਰਮੇਸ਼ਰ ਸਤ ਹੈ। ਭਾਂਤ ਉਹ ਜਿਹੜਾ ਪਰਮੇਸ਼ਰ ਚੇਤਨ ਹੈ ਅਤੇ ਪ੍ਰੇਰਤਾ ਉਹ ਪਰਮੇਸ਼ਰ ਜਿਹੜਾ ਆਨੰਦ ਸਰੂਪ ਹੈ। ਉਹ ਇੱਕੋ ਹੀ ਪਰਮੇਸ਼ਰ ਸਤ ਚੇਤਨ ਆਨੰਦ ਹੈ। ਇਸ ਤਰ੍ਹਾਂ ਸਭ ਥਾਵਾਂ ਤੇ ਵਸ ਰਿਹਾ ਏ। ਇਹ ਗੁਰੂ ਮਹਾਰਾਜ ਜੀ ਸਿੱਖ ਨੂੰ ਜਣਾ ਦਿੰਦੇ ਹਨ। ਨਮੋ ਨਮੋ ਗੋਰੇ ਔਰ ਠੀਕ ਠਹਿਰਾਵਾ ਨਮਸਕਾਰ ਹੈ ਗੁਰੂ ਨਾਨਕ ਸਾਹਿਬ ਜੀ ਨੂੰ, ਨਮਸਕਾਰ ਹੈ ਗੁਰੂ ਕਲਗੀਧਰ ਜੀ ਨੂੰ, ਨਮਸਕਾਰ ਹੈ ਸਾਰੇ ਗੁਰਾਂ ਨੂੰ ਜੋ ਦਿਲ ਦੇ ਵਿੱਚ ਠੀਕ ਚੰਗੀ ਤਰ੍ਹਾਂ ਇਹ ਗੱਲ ਟਿਕਾ ਦਿੰਦੇ ਆ ਵੀ ਪਰਮੇਸ਼ਰ ਇੱਕ ਰੂਪ ਤੇ ਇੱਕ ਰਸ ਹੈ। ਭੇਤ ਨਾ ਸਜਾਤੀ ਨਾ ਵਿਜਾਤੀ ਨਾ ਸਗਤ ਜਾ ਮਹਾਰਾਜ ਇਹ ਵੀ ਜਣਾ ਦਿੰਦੇ ਵੀ ਉਹਦੇ ਵਿੱਚ ਸਜਾਤੀ ਵਿਜਾਤੀ ਸਵੈਗਤ ਭੇਦ ਨਹੀਂ ਹੈ। ਜਿਹੜਾ ਇਹ ਫਰਕ ਰੱਖਿਆ ਹੋਇਆ ਹੈ ਜਿਵੇਂ ਜਾਤੀ ਜਾਤੀ ਦਾ ਭੇਦ ਹੁੰਦਾ ਹੈ, ਮਨੁੱਖ ਜਾਤੀ ਜਿਹੜੀ ਹੈ ਇਹ ਹਜ਼ਾਰਾਂ ਕਰੋੜਾਂ ਜੀਵ ਹੈ ਪਰ ਸਾਰਿਆਂ ਦੇ ਜਿਹੜੇ ਅੰਗ ਪ੍ਰਤੰਗ ਨਹੀਂ ਰਲਦੇ। ਰੁੱਖ ਕਿੰਨੇ ਆ ਸਾਰਿਆਂ ਦੇ ਟਹਿਣੇ ਇੱਕੋ ਜਿਹੇ ਨਹੀਂ ਹੁੰਦੇ, ਇਹਨੂੰ ਸਜਾਤੀ ਭੇਦ ਕਹਿੰਦੇ ਆ। ਵਿਜਾਤੀ ਭੇਦ ਜਿਵੇਂ ਵਿਰੋਧੀ ਜਾਤਾਂ ਹੋਣੀਆਂ ਵੀ ਜਿਵੇਂ ਰੁੱਖ ਮੰਨ ਲਓ ਤੇ ਪੱਥਰ ਮੰਨ ਲਓ, ਇਹਨਾਂ ਦਾ ਆਪਸ ਵਿੱਚ ਜਿਵੇਂ ਕੋਈ ਮਿਲਾਪ ਨਹੀਂ ਹੁੰਦਾ। ਅਤੇ ਸੁਗਤ ਭੇਦ ਜਿਵੇਂ ਆਪਣੇ ਸਰੀਰ ਦੇ ਅੰਗਾਂ 'ਚ ਹੀ ਭੇਦ ਹੈ। ਅੱਖਾਂ ਨੱਕ ਨਾਲ ਨਹੀਂ ਰਲਦੀਆਂ, ਨੱਕ ਕੰਨਾਂ ਨਾਲ ਨਹੀਂ ਰਲਦੇ, ਕੰਨ ਹੱਥਾਂ ਨਾਲ ਨਹੀਂ ਰਲਦੇ, ਹੱਥ ਜੀਭਾਂ ਨਾਲ ਨਹੀਂ ਰਲਦੇ। ਇਹ ਸਾਡੇ ਵਿੱਚ ਭੇਦ ਹੈ। ਇਹ ਤਿੰਨ ਤਰ੍ਹਾਂ ਦੇ ਫਰਕ ਨੇ ਪਰ ਪਰਮੇਸ਼ਰ ਜਿਹੋ ਜਿਹਾ ਮਹਾਰਾਜ ਕਹਿੰਦੇ ਕੋਈ ਫਰਕ ਨਹੀਂ ਹੈ। ਮੈਂ ਕਲ ਪਤ ਦਵੈਤ ਕੋ ਸਮੂਲ ਬਿਨ ਸਾਵੇ ਆ ਜਿਹੜੀ ਕਲਪਨਾ ਕੀਤੀ ਹੋਈ ਹੈ ਨਾ ਦਵੈਤ ਦੀ, ਪਰਮੇਸ਼ਰ ਤੋਂ ਬਿਨਾਂ ਉਹ ਹੀ ਕੁਝ ਹੋਰ ਜਿਹੜਾ ਮੰਨਿਆ ਹੈ ਸਮੇਤ ਮੂਲ ਦੇ ਜੜ ਦੇ। ਜੜ ਕੀ ਆ? ਅਗਿਆਨ। ਅਗਿਆਨ ਦੇ ਸਮੇਤ ਮਹਾਰਾਜ ਸਿੱਖ ਦੇ ਅੰਦਰੋਂ ਨਾਸ਼ ਕਰ ਦਿੰਦੇ ਨੇ। ਰੱਜੂ ਮੈਂ ਸਰਪ ਕੋ ਅਤਿਅੰਤਾ ਭਾਵ ਤੈਸੇ ਲਖ ਆ ਕਹਿੰਦੇ ਵੀ ਮਹਾਰਾਜ ਇਦਾਂ ਜਣਾਉਂਦੇ ਨੇ ਕਲਗੀਧਰ ਜਾਂ ਦਸੇ ਪਾਤਸ਼ਾਹ ਕਹਿੰਦੇ ਜਿਵੇਂ ਹਨੇਰੇ ਵਿੱਚ ਪਈ ਹੋਈ ਰੱਸੀ ਦੇ ਵਿੱਚ ਜਿਹੜਾ ਸੱਪ ਕਲਪਿਆ ਜਾਂਦਾ ਇਹ ਤਾਂ ਅਤਿਅੰਤਾ ਭਾਵ ਹੈ। ਭਾਵੇਂ ਹਨੇਰੇ 'ਚ ਬੰਦਾ ਰੱਸੀ ਨੂੰ ਸੱਪ ਸਮਝ ਲੈਂਦਾ ਹੈ ਪਰ ਉਹ ਸੱਪ ਤਾਂ ਹੈ ਨਹੀਂ ਨਾ। ਸੱਪ ਤਾਂ ਨਹੀਂ ਹੁੰਦਾ, ਰੱਸੀ ਹੁੰਦੀ ਹੈ। ਇਹਨੂੰ ਅਤਿਅੰਤਾ ਭਾਵ ਕਹਿੰਦੇ ਨੇ ਵੀ ਜਿਹੜੀ ਚੀਜ਼ ਹੋਣੀ ਨਾ ਪਰ ਉਹ ਮੰਨ ਲੈਣੀ। ਇਸੇ ਤਰ੍ਹਾਂ ਕਹਿੰਦੇ ਵੀ ਇਹ ਜਾਣ ਲਓ ਵੀ ਜਿਹੜਾ ਸੱਪ ਦੇ ਵਿੱਚ ਵਾਹਿਗੁਰੂ ਰੱਸੀ ਦੇ ਵਿੱਚ ਸੱਪ ਕਲਪਿਤ ਕੀਤਾ ਹੁੰਦਾ ਹੈ ਪਰ ਨਹੀਂ ਹੁੰਦਾ। ਪਰਮਾਤਮਾ ਅਨੇਕਤਾ ਉਠਾਵੇ ਇਸ ਤਰ੍ਹਾਂ ਪਰਮੇਸ਼ਰ ਇੱਕ ਹੈ। ਇਹ ਜਿਹੜਾ ਜੀਵ ਹੈ ਉਹਦੇ ਵਿੱਚ ਕਲਪਨਾ ਕਰਕੇ ਹੀ ਅਨੇਕ ਗੁਣਾ ਜਿਹੜਾ ਉਠਾਈ ਫਿਰਦਾ ਏ। ਪਰਮੇਸ਼ਰ ਦੇ ਵਿੱਚ ਇਹ ਸੰਸਾਰ ਨੂੰ ਕਲਪੀ ਫਿਰ ਰਿਹਾ ਏ। ਅਸਲ ਦੇ ਵਿੱਚ ਸੰਸਾਰ ਆ ਕੋਈ ਸ਼ੈ ਹੈ ਹੀ ਨਹੀਂ।
ਇਹੋ ਜੀ ਜਿਹੜੀ ਅਨੇਕਤਾ ਏ ਉਹ ਠਾ ਬਈ ਸਿੱਖ ਦੇ ਹਿਰਦੇ ਜੋ ਮਹਾਰਾਜ ਉਠਾ ਦਿੰਦੇ ਨੇ, ਦੂਰ ਕਰ ਦਿੰਦੇ ਹਨ। ਸਤਨਾਮ ਜਪ ਦੀਨ ਤੀਨ ਤਪ ਕੀਨ ਹੀਨ। ਸਤਨਾਮ ਵਾਹਿਗੁਰੂ ਦਾ ਜਾਪ ਦੇ ਕੇ ਜਿਹੜੇ ਤਿੰਨੇ ਤਾਪ ਹਨ ਇਹਨਾਂ ਨੂੰ ਮਹਾਰਾਜ ਜੀ ਨੇ ਨਾਸ਼ ਕਰ ਦਿੱਤਾ। ਮਨ ਦੀ ਬਿਮਾਰੀ, ਸਰੀਰ ਦੇ ਰੋਗ ਤੇ ਅਚਾਨਕ ਕੋਈ ਵਿਪਤਾ ਪੈਂਦੀ ਜੋ ਉਹ ਮਹਾਰਾਜ ਸਿਮਰਨ ਦੇ ਕੇ ਨਾਸ਼ ਕਰ ਦਿੰਦੇ ਨੇ। ਸ਼ਰਵਣ ਮੰਨਣ ਨਿਧਿਆਸਨ ਤੇ ਆਵੋਈ। ਸਰਵਣ ਕਰਨਾ, ਮੰਨਣ ਕਰਨਾ ਤੇ ਨਿਧਿਆਸਨ ਕਮਾਈ ਕਰਨੀ। ਮਹਾਰਾਜ ਇਦਾਂ ਦਾ ਧਿਆਨ ਲਾਉਂਦੇ ਆ ਵੀ ਪਰਮੇਸ਼ਰ ਦਾ ਨਾਮ ਜਿਹੜਾ ਉਹ ਚ ਸਮਾਧੀ ਲਾਓ, ਸਰਵਣ ਮੰਨਣ ਨਿਧਿਆਸਨ ਸਾਰਾ ਕੁਝ ਆ ਜਾਏਗਾ। ਗੁਰੂ ਸ਼ਰਨ ਆਵਈ ਸੋ ਕਿਉ ਨ ਗਤ। ਐਸੇ ਗੁਰੂ ਸਾਹਿਬ ਦੀ ਜਿਹੜਾ ਸ਼ਰਨ ਵਿੱਚ ਆਊਗਾ, ਦੱਸੋ ਕਿਵੇਂ ਨਹੀਂ ਉਹ ਉੱਚੀ ਅਵਸਥਾ ਪਾਏਗਾ, ਮੁਕਤੀ ਕਿਉਂ ਨਹੀਂ ਪਾਏਗਾ? ਜ਼ਰੂਰ ਪਾਵੇਗਾ। ਭਗਤ ਜੋ ਕਮਾਵਈ ਕਲੇਸ਼ ਨ ਮਿਟਾਵਈ। ਜਿਹੜਾ ਪ੍ਰੇਮਾ ਭਗਤੀ ਕਮਾਉਂਦਾ ਹੈ ਗੁਰਸਿੱਖ, ਉਹਦੇ ਸਾਰੇ ਹੀ ਕਲੇਸ਼ ਮਹਾਰਾਜ ਜੀ ਮੇਟ ਦਿੰਦੇ ਹਨ। ਉਹ ਸੁਨਹਿ ਦਾਤਾ ਕੋ ਮੋ ਸੁਨਾ ਭਿਖਾਰੀ। ਬੇਨਤੀ ਕਰਦੇ ਹੈ ਕਲਗੀਧਰ ਮਹਾਰਾਜ ਜੀ, ਤੁਹਾਡੇ ਵਰਗਾ ਦਾਤਾ ਨਹੀਂ, ਤੁਸੀਂ ਤੇ ਸਰਬੰਸੀ ਮਹਾਰਾਜ ਜੀ ਦਾਨ ਕਰਤਾ ਵਾਰ ਦਿੱਤਾ, ਤੇ ਮੇਰੇ ਵਰਗਾ ਭਿਖਾਰੀ ਮੰਗਤਾ ਕੋਈ ਨਹੀਂ। ਅਸੀਂ ਮਹਾਰਾਜ ਸਦਾ ਮੰਗਦੇ ਰਹਿੰਦੇ, ਦੁਖੀ ਰਹਿੰਦੇ ਹਾਂ। ਸੁਨਾ ਦੇ ਆਦ ਦੁਖੀ ਮੋ ਸੁਨਾ ਅਲਾਈ। ਤੁਹਾਡੇ ਵਰਗਾ ਮਹਾਰਾਜ ਦਿਆਲੂ ਹੀ ਕੋਈ ਨਹੀਂ ਹੈ, ਤੇ ਸਤਿਗੁਰੂ ਸਾਹਿਬ ਜੀ ਸਾਡੇ ਵਰਗਾ ਕੋਈ ਦੁਖੀ ਨਹੀਂ ਹੈ, ਸਦਾ ਦੁੱਖ ਹੀ ਆਪਣੇ ਦੱਸਦੇ ਆ। ਉਹ ਸੁਨਹਿ ਕ੍ਰਿਤ ਕਣ ਤੋ ਸੋਇ ਉਪਕਾਰੀ। ਇਹ ਕਲਗੀਧਰ ਮਹਾਰਾਜ ਮੇਰੇ ਵਰਗਾ ਕਿਰਤ ਕਣ ਕੋਈ ਨਹੀਂ ਹੈ। ਤੁਹਾਡੇ ਉਪਕਾਰਾਂ ਨੂੰ ਅਸੀਂ ਜਾਣਦੇ ਨਹੀਂ, ਕੀਤੇ ਨੂੰ ਨਹੀਂ ਜਾਣਦੇ। ਕੀਤਾ ਨਾ ਜਾਤਾ ਹਰਾਮ ਖੋਰ ਐਸੇ ਆ, ਪਰ ਤੁਸੀਂ ਐਸੇ ਉਪਕਾਰੀ ਹੋ। ਸਾਡੇ ਮਹਾਰਾਜ ਜੀ ਔਗਣਾ ਨੂੰ ਨਜ਼ਰਅੰਦਾਜ਼ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਾਨ ਕੋ ਦੇਤ ਅਜਾਨ ਕੋ ਦੇਤ ਸਾਰਿਆਂ ਦੇ ਬਖਸ਼ਾ ਕਰੀ ਜਾ ਰਹੇ ਹੋ। ਉਹ ਸੁਨਾ ਅਨਾਥ ਨਾਥ ਤੋ ਸੁਨਾ ਬਤਾਈਏ। ਮਹਾਰਾਜ ਸਾਡੇ ਵਰਗਾ ਅਨਾਥ ਕੋਈ ਨਹੀਂ ਹੈ, ਤੇ ਤੁਹਾਡੇ ਵਰਗਾ ਮਾਲਕ ਕੋਈ ਨਹੀਂ ਹੈ ਜਿਹੜਾ ਯਤੀਮਾਂ ਨੂੰ ਵੀ ਮਹਾਰਾਜ ਸਤਿਗੁਰੂ ਜੀ ਆਪਣੀ ਸ਼ਰਨ ਵਿੱਚ ਪਾ ਕੇ ਤੇ ਆਪਣਾ ਹੀ ਰੂਪ ਬਣਾ ਦਿੰਦੇ ਹੋ ਅੰਮ੍ਰਿਤ ਛਕਾ ਕੇ। ਔਗਣੀ ਨ ਮੁਸਕੋ ਗੁਣਵਣ ਤੋ ਸੁਨਾਈ। ਸਾਡੇ ਵਰਗਾ ਗੁਨਾਹਗਾਰੀ ਕੋਈ ਨਹੀਂ ਹੈ, ਸਾਡੇ ਵਿੱਚ ਔਗਣ ਹੀ ਔਗਣ ਹੈ। ਸਾਜੇ ਸਾਹਿਬ ਜਿਹੜਾ ਪਰਮੇਸ਼ਰ ਹੈ ਉਹਦੇ ਵਿੱਚ ਸਾਰੇ ਗੁਣ ਹੀ ਗੁਣ ਹਨ, ਔਗਣ ਸਭ ਅਸਾਂ, ਤੇ ਔਗਣ ਸਾਰੇ ਸਾਡੇ ਵਿੱਚ ਨੇ। ਇਹ ਕਲਗੀਧਰ ਮਹਾਰਾਜ ਜੀ ਉਹ ਸਾਡੇ ਵਰਗਾ ਕੋਈ ਗੁਨਾਹਗਾਰ ਨਹੀਂ ਹੈ, ਤੁਹਾਡੇ ਵਰਗਾ ਮਹਾਰਾਜ ਕੋਈ ਗੁਣ ਬਖਸ਼ਣ ਵਾਲਾ ਨਹੀਂ ਹੈ, ਔਗਣਾਂ ਨੂੰ ਦੂਰ ਕਰਕੇ। ਜਪ ਤਪ ਬ੍ਰਤ ਮੋ ਮੈਂ ਏਕ ਨਹੀਂ ਪਾਈ। ਕੋਈ ਜਪ ਕਰਨਾ, ਕੋਈ ਤਪ ਕਰਨਾ, ਕੋਈ ਬ੍ਰਤ ਨਿਯਮ ਰੱਖਣਾ, ਕੋਈ ਮਰਿਆਦਾ ਦੇ ਵਿੱਚ ਰਹਿਣਾ, ਇਹ ਸਾਡੇ ਚ ਮਹਾਰਾਜ ਇੱਕ ਵੀ ਲੱਛਣ ਨਹੀਂ ਹੈ। ਆਪ ਆਇਓ ਹੈ ਸ਼ਰਨ ਗਏ ਧਾਏ ਕਿਚਰ। ਮੈਂ ਕਵੀ ਸੰਤੋਖ ਸਿੰਘ ਮਹਾਰਾਜ ਆਪ ਜੀ ਦੀ ਸ਼ਰਨ ਆਇਆ ਹਾਂ, ਦੌੜ ਕੇ ਤੁਹਾਡੇ ਹੀ ਚਰਨ ਫੜ ਲਏ ਹਨ। ਤਾਰਨ ਤਰਨ ਨਿਜ ਹੱਥ ਦਾ ਬਚਾਈ। ਗੁਰ ਤਾਰਨ ਤਰਨ ਨਿਜ ਹੱਥ ਦਾ ਬਚਾਈਆ। ਹੇ ਸਤਿਗੁਰੂ ਮਹਾਰਾਜ ਜੀ, ਸੰਸਾਰ ਤੋਂ ਤਾਰਨ ਦੇ ਲਈ ਤੁਸੀਂ ਜਹਾਜ਼ ਦੀ ਰਿਆਈ ਹੋ, ਕਿਰਪਾ ਕਰਕੇ ਕਿਰਪਾ ਰੂਪੀ ਹੱਥ ਦੇ ਕੇ ਸਾਨੂੰ ਡੁੱਬਦਿਆਂ ਨੂੰ ਬਚਾ ਲਵੋ। ਦੋਹਰਾ ਸੋਣ ਸੋਣ ਗ੍ਰਹਿ ਸਤਿਗੁਰ ਮਮ ਬੇਰੀ ਕਟੋ। ਦੋਹਰਾ ਸਤਿਗੁਰ ਪੰਗੇਰੀ ਕਟੋ। ਅਖੀਰ ਤੇ ਕਵੀ ਜੀ ਅਰਦਾਸ ਕਰਦੇ ਆ, ਹੇ ਗੁਰੂ ਕਲਗੀਧਰ ਮਹਾਰਾਜ, ਸਾਡੀ ਜਿਹੜੀ ਬੇੜੀ ਪਈ ਹੋਈ ਆ ਨਾ, ਬੇੜੀ ਕਈ ਪ੍ਰਕਾਰ ਦੀ ਆ, ਬੰਧਨ ਪਏ ਆ ਜੰਮਣ ਮਰਨ ਦੇ, ਕਰਤਾ ਭੋਗਤਾ ਦੇ, ਹੰਗਤਾ ਮੰਗਤਾ ਦੇ, ਇਹ ਮਹਾਰਾਜ ਜੀ ਕੱਟ ਦਿਓ। ਨਿਜ ਬੇਰੀ ਪ੍ਰਚਾਰ ਆਪਣੀ ਨਾਮ ਪ੍ਰੇਮਾ ਭਗਤੀ ਸਾਧ ਸੰਗਤ ਰੂਪੀ ਬੇੜੀ ਦੇ ਉੱਤੇ ਮਹਾਰਾਜ ਮੈਨੂੰ ਚਾੜ ਦਿਓ। ਇਹ ਬੇਰੀ ਹੋਏ ਭਵ ਸਫਲ। ਬੜੇ ਜਨਮ ਮਹਾਰਾਜ ਲਏ ਆ ਤੇ ਫਿਰ ਏਦਾਂ ਹੀ ਨਿਸ਼ਫਲ ਚਲੇ ਗਏ ਆ, ਪਰ ਇਸ ਵਾਰ ਜਿਹੜਾ ਇਹ ਨਾ ਜੰਮਣਾ, ਸੰਸਾਰ ਵਿੱਚ ਆਉਣਾ, ਇਹ ਸਾਡਾ ਸਫਲ ਹੋ ਜਾਵੇ। ਬਿਨ ਬੇਰੀ ਕਰ ਪਾਰ। ਇਹ ਕਵੀ ਜੀ ਕਹਿੰਦੇ ਇਹੀ ਅਰਦਾਸ ਹੈ, ਮਹਾਰਾਜ ਬਿਨਾਂ ਦੇਰ ਤੋਂ ਮੈਨੂੰ ਪਾਰ ਕਰ ਦਿਓ ਸੰਸਾਰ ਤੋਂ। ਕਥਾ ਪੂਰੀ ਹੋ ਗਈ ਹੈ, ਹੁਣ ਮੈਨੂੰ ਬਸ ਮੁਕਤ ਕਰ ਦਿਓ। ਦੋਹਰਾ ਸੋਣ ਸੋਣ ਗ੍ਰਹਿ ਆਤਮਾ। ਹੁਣ ਕਵੀ ਜੀ ਜਿਹੜਾ ਇਹ ਗ੍ਰੰਥ ਦੀ ਸਮਾਪਤੀ ਦਾ ਸੰਮਤ ਦੱਸਦੇ ਨੇ। ਸ਼ੂਨ ਸ਼ੂਨ ਭਾਵ ਵੀ 0 0 0 ਗ੍ਰਹਿ 9 ਹੁੰਦੇ ਨੇ ਤੇ ਆਤਮਾ ਇੱਕ ਹੁੰਦੀ ਆ। ਪੁੱਠੇ ਪਾਸਿਓ ਜਾਣ ਲੈਣਾ ਵੀ ਆਤਮਾ ਇੱਕ ਤੇ ਗ੍ਰਹਿ 9 ਭਾਵ 19 ਤੇ 2 0ਵਾਂ 1900 ਕਹਿੰਦੇ ਜਦੋਂ ਬਿਕਰਮੀ ਸੰਮਤ ਸੇ। ਸੰਮਤ ਆਦ ਪਛਾਨ। ਇਹ 1900 ਬਿਕਰਮੀ ਸੰਮਤ ਦਾ ਆਦ ਭਾਵ ਆਰੰਭ ਹੀ ਸੀ, ਉਦੋਂ ਇਹ 1900 ਬਿਕਰਮੀ ਸੰਮਤ ਆਰੰਭ ਹੋਇਆ ਏ। ਮਧੂ ਮਾਸ ਸ਼ਤਰਨ ਕਰ। ਆ ਚੇਤ ਦਾ ਮਹੀਨਾ ਸੀ, ਤੇ ਇਸ ਮਹੀਨੇ ਦੇ ਵਿੱਚ ਆ ਕਹਿੰਦੇ ਜਿਹੜੇ ਵੈਰੀ ਆ ਕੇ ਪੈ ਗਏ ਤੇ ਉਹਨਾਂ ਕਰਕੇ ਭਾਵ ਉਤਪਾਤ ਮਹਾਨ। ਬੜਾ ਕੈਂਥਲ ਦੇ ਵਿੱਚ ਉਤਪਾਤ ਹੋਇਆ, ਬਹੁਤ ਬਖੇੜਾ ਖੜਾ ਹੋ ਗਿਆ। ਹਰੀ ਲੂੜ
ਲੂਟ ਕਪ ਥਲ ਵਿਖੇ ਕੈਂਥਲ ਦੇ ਵਿੱਚ ਕਹਿੰਦੇ ਲੁੱਟ ਪੈ ਗਈ। ਇਦਾਂ ਦਾ ਕਵੀ ਜੀ ਕਹਿੰਦੇ ਸਮਾਂ ਆਇਆ ਜਦੋਂ ਮੈਂ ਕਥਾ ਦੀ ਸਮਾਪਤੀ ਵੱਲ ਵਧ ਰਿਹਾ ਸੀ, ਉਸੇ ਸਾਲ ਦੇ ਆਰੰਭ ਦੇ ਵਿੱਚ ਬੜੀ ਲੁੱਟ ਮਚ ਗਏ। ਮਿਲੇ ਚੋਰ ਪਟਪਾਰ ਆ ਜਿਹੜੇ ਧਾੜਵੀ ਚੋਰ ਠੱਗ ਉਹਨਾਂ ਨੂੰ ਮੌਕਾ ਹੁੰਦਾ ਇਹੋ ਜਿਹਾ ਤੇ ਉਹ ਸਾਰੇ ਇਕੱਠੇ ਹੋ ਕੇ ਆ ਗਏ ਲੁੱਟਣ ਵਾਸਤੇ ਗਰੀਬਾਂ ਨੂੰ। ਆਪ ਕੋ ਭਜ ਚਲੇ ਲੋਕ ਆਪੋ ਆਪਣਾ ਬਚਾ ਕੇ ਜੋ ਉਹਨਾਂ ਦੇ ਦਾਇਆ ਲੈ ਕੇ ਘਰ ਛੱਡ ਕੇ ਤੇ ਸ਼ਹਿਰ ਛੱਡ ਕੇ ਭੱਜ ਗਏ। ਰਾਜਪੁਰ ਸਭ ਇੱਕ ਵਾਰ ਕਵੀ ਜੀ ਕਹਿੰਦੇ ਕੈਂਸਲ ਸ਼ਹਿਰ ਇੱਕੇ ਵਾਰ ਹੀ ਸਭ ਲੋਕਾਂ ਨੇ ਡਰਦਿਆਂ ਨੇ ਤਿਆਗ ਦਿੱਤਾ। ਸਿੰਘ ਫਿਰੰਗੀ ਗਹਿਲਾਏ ਜਿਹੜੇ ਇੱਥੇ ਕੋਈ ਸਿੰਘ ਰਹਿੰਦੇ ਸਨ ਮਹਾਰਾਜ ਸਾਹਿਬ ਦੇ, ਉਹਨਾਂ ਨੂੰ ਅੰਗਰੇਜ਼ਾਂ ਨੇ ਫਰੰਗੀਆਂ ਨੇ ਪਕੜ ਕੇ ਕੈਦ ਘਰੇ ਵਦਸ਼ੀਨ ਸਾਰੇ ਪਦਾਰਥ ਵੀ ਸਿੰਘਾਂ ਦੇ ਖੋਹ ਲਏ ਤੇ ਜੇਲ੍ਹ ਖਾਨੇ 'ਚ ਪਾ ਕੇ ਕੈਦ ਕਰ ਦਿੱਤਾ। ਸੰਤਨ ਕੇ ਅਸਥਾਨ ਪੀ ਐਸੀ ਉਹਨਾਂ ਨੇ ਬੇਪਤੀ ਕੀਤੀ ਵੀ ਜਿਹੜੇ ਸੰਤ ਰੱਬ ਦਾ ਨਾਮ ਜਪਣ ਵਾਲੇ ਉਹਨਾਂ ਦੇ ਅਸਥਾਨ ਵੀ ਨਾ ਛੱਡੇ। ਲੂਟ ਫੂਟ ਭੈ ਦੀਨ ਨਾਲੇ ਲੁੱਟਿਆ ਨਾਲੇ ਮਾਰਿਆ ਤੇ ਬੜਾ ਡਰ ਦਿੱਤਾ। ਅਸੀਂ ਆਪਦਾ ਕੇ ਦਿਨਨ ਮਹਿ ਇਹੋ ਜਿਹੀ ਜਦੋਂ ਕਹਿੰਦੇ ਕੈਂਸਲ ਦੇ ਵਿੱਚ ਵਿਪਤਾ ਪਈ ਨਾ, ਐਸੀ ਜਦੋਂ ਮੁਸੀਬਤ ਦਾ ਸਮਾਂ ਆਇਆ, ਸਤਿਗੁਰ ਭਏ ਸਹਾਏ ਭਾਈ ਜੀ ਕਹਿੰਦੇ ਵੀ ਇਹੋ ਜਿਹੀ ਵਿਪਤਾ ਵਿੱਚ ਵੀ ਮੇਰੇ ਸਤਿਗੁਰੂ ਸਾਹਿਬ ਜੀ ਸਹਾਈ ਹੋਏ। ਭਇਓ ਨ ਬੰਕੋ ਬਾਰ ਭੀ ਆ ਮੇਰਾ ਵਾਲ ਵੀ ਵਿੰਗਾ ਨਹੀਂ ਹੋਇਆ। ਭਾ ਮਹਾਰਾਜ ਨੇ ਆਪਣਾ ਜਸ ਪੂਰਾ ਕਰਾਉਣਾ ਸੀ, ਬਾਕੀ ਸ਼ਹਿਰ ਸਾਰਾ ਕਹਿੰਦੇ ਉਜੜ ਗਿਆ, ਪਰ ਮੇਰੀ ਹਵੇਲੀ ਜਿਹੜੀ ਆ ਉਹਨੂੰ ਮਹਾਰਾਜ ਨੇ ਬਚਾ ਕੇ ਰੱਖਿਆ ਲੁੱਟ ਤੋਂ। ਦੈ ਹੱਥ ਬਚਾਏ ਆ ਮਹਾਰਾਜ ਨੇ ਆਪਣਾ ਹੱਥ ਦੇ ਕੇ ਮਾਨੋ ਵੀ ਮੈਨੂੰ ਬਚਾ ਲਿਆ। ਕਹੋ ਦਿਸ਼ੇ ਆਪਨ ਬਿਰਾਨ ਨਰ ਕਿਉਂਕਿ ਉਹ ਸਮਾਂ ਇਹੋ ਜਿਹਾ ਸੀ ਵੀ ਚਾਰ ਸਫੇਰੇ ਭਾਵੇਂ ਕੋਈ ਆਪਣਾ ਜਾਣਕਾਰ ਸੀ ਤੇ ਭਾਵੇਂ ਕੋਈ ਬਗਾਨਾ ਸੀ, ਦੁਸ਼ਮਣ ਭੇਦ ਸਕਾਲ ਉਹ ਸਾਰੇ ਹੀ ਦੁਸ਼ਮਣ ਹੋ ਗਏ ਸਨ। ਸਾਰੇ ਆਪੋ ਆਪਣੀ ਮਾਰ ਧਾੜ ਦੇ ਵਿੱਚ ਪੈ ਗਏ। ਅਮਰ ਅੱਛਾ ਸਤਿਗੁਰ ਕਰੀ ਪਰ ਫਿਰ ਵੀ ਮੇਰੀ ਰੱਖਿਆ ਗੁਰੂ ਕਲਗੀਧਰ ਮਹਾਰਾਜ ਨੇ ਏਦਾਂ ਕੀਤੀ ਜਿਵੇਂ ਭਾਈ ਜੋਗਾ ਸਿੰਘ ਦੀ ਰੱਖਿਆ ਮਹਾਰਾਜ ਨੇ ਪਹਿਰਾ ਦੇ ਕੇ ਬਚਾਇਆ ਸੀ। ਏਦਾਂ ਹੀ ਦੁਸ਼ਮਣਾਂ ਤੋਂ ਮੈਨੂੰ ਬਚਾ ਕੇ ਰੱਖਿਆ ਜਿਵੇਂ ਮਾਨੋ 10ਵੇਂ ਪਾਤਸ਼ਾਹ ਆਪ ਹਵੇਲੀ ਤੇ ਉਸ ਅਸਥਾਨ ਤੇ ਪ੍ਰਗਟ ਰੂਪ ਦੇ ਵਿੱਚ ਖੜੇ ਸਨ ਆ ਕੇ। ਸਭ ਮੈਂ ਬਿਦਤ ਹਵਾਲ ਤੇ ਕਵੀ ਜੀ ਕਹਿੰਦੇ ਗੱਲ ਲੁਕੀ ਨਹੀਂ, ਸਾਰਿਆਂ 'ਚ ਪ੍ਰਗਟ ਹੈ। ਆਮ ਗੱਲ ਕਰਦੇ ਵੇਖੋ ਸਾਰਾ ਸ਼ਹਿਰ ਲੁੱਟਿਆ ਗਿਆ, ਪਰ ਕਵੀ ਸੰਤੋਖ ਸਿੰਘ ਦਾ ਕਿਸੇ ਨੇ ਵਾਲ ਵੀ ਵਿੰਗਾ ਨਹੀਂ ਕੀਤਾ। ਸਾਵਣ ਮੈਂ ਇਸ ਗ੍ਰੰਥ ਕੀ ਇਸ ਤਰ੍ਹਾਂ ਕਵੀ ਜੀ ਕਹਿੰਦੇ ਵੀ 1900 ਬਿਕਰਮੀ ਸੰਮਤ ਦੇ ਵਿੱਚ ਸਾਉਣ ਮਹੀਨਾ ਜਦੋਂ ਆਇਆ ਤੇ ਇਹ ਜਿਹੜਾ ਪਾਵਨ ਗ੍ਰੰਥ ਹੈ ਭਈ ਸਮਾਪਤ ਆਏ ਇਹਦੀ ਆ ਕੇ ਸਮਾਪਤੀ ਹੋ ਗਈ। 10 ਗੁਰੂ ਸਾਹਿਬਾਨਾਂ ਦਾ ਜਿਹੜਾ ਮੈਂ ਇਤਿਹਾਸ ਸੀ ਉਹ ਕਹਿ ਦਿੱਤਾ। ਵਿਗਨ ਬ੍ਰਿੰਦ ਤੇ ਵਜ ਰਹੇ ਅਨੇਕਾਂ ਵਿਗਣ ਪਏ, ਉਹ ਕਈ ਲੋਕਾਂ ਨੇ ਪਾਏ ਕਥਾ ਰੋਕਣ ਦੇ ਵਿੱਚ, ਕਈ ਵਿਗਣ ਪਏ, ਉਹ ਸਾਰੇ ਵਿਗਣਾਂ ਤੋਂ ਕਹਿੰਦੇ ਬਚ ਰਹੇ। ਸ੍ਰੀ ਕਰਤਾਰ ਸਹਾਏ ਸ਼੍ਰੀ ਸ਼੍ਰੋਮਣੀ ਕਰਤਾਰ ਅਕਾਲ ਪੁਰਖ ਜੀ ਆਪ ਸਹਾਈ ਹੋਏ ਮੇਰੇ। ਦਾਸ ਜਾਣ ਕਰ ਆਪਨ ਮੈਨੂੰ ਆਪਣਾ ਸੇਵਕ ਜਾਣ ਕੇ, ਆਪਣਾ ਸਿੱਖ ਜਾਣ ਕੇ ਜੁਗ ਲੋਕਨ ਸੁਖ ਦੈਨ ਦੋਵਾਂ ਲੋਕਾਂ ਦੇ ਸੁਖ ਬਖਸ਼ਤੇ ਮਹਾਰਾਜ ਸਾਹਿਬ ਨੇ। ਰਾਖੇ ਦੇ ਕਰ ਹੱਥ ਗੁਰ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਕਲਗੀਧਰ ਸਾਹਿਬ ਨੇ ਹੱਥ ਦੇ ਕੇ ਮੈਨੂੰ ਰੱਖ ਲਿਆ, ਬਚਾ ਲਿਆ। ਭਈ ਕਸਲ ਸਭ ਚੈਨ ਭਈ ਕੁਸ਼ਲ ਸਭ ਚੈਨ, ਤੇ ਕਹਿੰਦੇ ਵੀ ਸਭ ਤਰ੍ਹਾਂ ਕਰਕੇ ਸੁਖ ਚੈਨ ਅਤੇ ਕੁਸ਼ਲਤਾ ਆਨੰਦ ਮੰਗਲ ਪ੍ਰਸੰਨਤਾ ਹੋਈ। ਇਹ ਹੀ ਗ੍ਰੰਥ ਦੀ ਕਥਾ ਦੀ ਸਮਾਪਤੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਅਕਾਲ ਪੁਰਖ ਜੀ ਦਾ ਕੋਟਾਨ ਕੋਟ ਧੰਨਵਾਦ। ਜੋ ਸਤਿਗੁਰੂ ਸਾਹਿਬ ਦਾ ਇਹ ਪਵਿੱਤਰ ਜਸ ਸਮਾਪਤ ਹੋਇਆ ਹੈ। ਮਹਾਰਾਜ ਸਾਹਿਬ ਦੀ ਇਹ ਕਥਾ ਸਦਾ ਚੱਲਦੀ ਰਹੇਗੀ। ਸਮਾਪਤੀ ਤੋਂ ਭਾਵ ਇਹ ਨਹੀਂ ਵੀ ਇਹ ਹੁਣ ਫਤਿਹ ਹੋ ਗਿਆ। ਇਹ ਤਾਂ ਜਦੋਂ ਨਹੀਂ ਸੀ ਜੰਮੇ ਉਦੋਂ ਵੀ ਜਸ ਚੱਲਦਾ ਸੀ, ਜਦੋਂ ਨਹੀਂ ਹੋਵਾਂਗੇ ਅਸੀਂ ਉਦੋਂ ਵੀ ਮਹਾਰਾਜ ਦੀ ਜੈ ਜੈਕਾਰ ਇਸੇ ਤਰ੍ਹਾਂ ਹੀ ਹੋਵੇਗੀ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਐਸੇ ਸਮਾਗਮ ਦੇ ਸਮੇਂ ਆਪ ਜੀ ਜ਼ਰੂਰ ਹਾਜ਼ਰੀ ਭਰਿਓ। ਅਨੇਕਾਂ ਰੁਝੇਵਿਆਂ ਦੇ ਵਿੱਚੋਂ ਵੀ ਸਮਾਂ ਕੱਢ ਕੇ ਅੰਮ੍ਰਿਤ ਵੇਲੇ ਤੋਂ ਹੀ ਚੰਡੀਗੜ੍ਹ ਗਏ, ਕਈ ਥਾਵਾਂ ਤੇ ਹਾਜ਼ਰੀ ਭਰ ਕੇ ਫਿਰ ਵੀ ਸਿੰਘ ਸਾਹਿਬ ਜੀ ਨੇ ਆ ਕੇ ਇੱਥੇ ਮਹਾਰਾਜ ਦੇ ਹਜ਼ੂਰ ਸੰਗਤਾਂ ਦੇ ਵਿੱਚ ਹਾਜ਼ਰੀ ਭਰੀ ਹੈ। ਸਿੰਘ ਸਾਹਿਬ ਜੀ ਦਾ ਧੰਨਵਾਦ ਹੈ। ਤਰਨੇ ਦਲ ਦੇ ਹੈਡ ਗ੍ਰੰਥੀ ਬਾਬਾ ਤਰਲੋਚਨ ਸਿੰਘ ਜੀ ਮਹੰਤ ਜੀ, ਉਹ ਵੀ ਇੱਥੇ ਹਾਜ਼ਰੀ ਭਰ ਰਹੇ ਨੇ। ਹੋਰ ਵੀ ਗੁਰਮੁਖ ਪਿਆਰੇ ਦੂਰੋਂ ਨੇੜਿਓਂ ਚੱਲ ਕੇ ਕਥਾ ਦੀ ਸਮਾਪਤੀ ਦੇ ਸਮੇਂ ਹਾਜ਼ਰੀ ਭਰ ਰਹੇ ਹਨ। ਮੈਨੇਜਰ ਸਰਦਾਰ ਸਤਿੰਦਰ ਸਿੰਘ ਜੀ ਵੱਲੋਂ
ਅਤੇ ਐਡੀਸ਼ਨਲ ਮੈਨੇਜਰ ਸਰਦਾਰ ਗੁਰਿੰਦਰ ਸਿੰਘ ਜੀ ਵੱਲੋਂ, ਸਮੂਹ ਸਟਾਫ ਵੱਲੋਂ, ਸਮੁੱਚੀਆਂ ਸੰਗਤਾਂ ਤੇ ਸਿੰਘ ਸਾਹਿਬਾਨ ਜੀ ਨੂੰ ਜਿਉਂ ਆਇਆਂ ਤੇ ਧੰਨਵਾਦ। ਸਿੰਘ ਸਾਹਿਬ ਜੀ ਜੋ ਹੁਣ ਆਪ ਸੰਗਤਾਂ ਨੂੰ ਕੁਝ ਜੋ ਭਜਨ ਹਨ ਉਹਨਾਂ ਦੀ ਸਾਂਝ ਪਾਉਣਗੇ। ਉਸ ਤੋਂ ਬਾਅਦ ਆਨੰਦ ਸਾਹਿਬ ਤੇ ਅਰਦਾਸ ਹੁਕਮਨਾਮਾ ਹੋਏਗਾ ਅਤੇ ਜੋ ਸਾਬਕਾ ਹੈਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ਜੀ ਜਿਨ੍ਹਾਂ ਨੇ ਇਹ ਕਥਾ ਦੀ ਆਰੰਭਤਾ ਕੀਤੀ ਸੀ ਉਹ ਵੀ ਇੱਥੇ ਸੰਗਤ ਦੇ ਵਿੱਚ ਹੀ ਹਾਜ਼ਰੀ ਭਰ ਰਹੇ ਨੇ। ਮਹਾਰਾਜ ਨੇ ਉਹਨਾਂ ਦੇ ਕੋਲ ਇਹ ਕਥਾ ਆਰੰਭ ਕਰਾਈ। ਗੁਰੂ ਅਰਜਨ ਦੇਵ ਮਹਾਰਾਜ ਛੇਵੇਂ ਪਾਤਸ਼ਾਹ ਦੀ ਕਰੋ ਕਥਾ ਨਾਲ ਕਰਦੇ ਰਹੇ। ਉਸ ਤੋਂ ਬਾਅਦ ਜਿਵੇਂ ਮਹਾਰਾਜ ਸਾਹਿਬ ਜੀ ਨੇ ਵਾਰੀ ਸਭ ਸਿੰਘਾਂ ਨੂੰ ਸੇਵਾ ਦੇ ਕੇ ਤੇ ਆਪਣਾ ਜਸ ਕਹਾਇਆ ਹੈ। ਮਹਾਰਾਜ ਦਾ ਧੰਨਵਾਦ ਹੈ। ਇੱਥੇ ਸਮਾਪਤੀ ਹੈ। ਸਿੰਘ ਸਾਹਿਬ ਜੀ ਕੁਝ ਸਮਾਂ ਆਪ ਜੀ ਦੇ ਨਾਲ ਕਥਾ ਵਿਚਾਰ ਦੀ ਸਾਂਝ ਪਾਉਣਗੇ। ਉਸ ਤੋਂ ਬਾਅਦ ਆਨੰਦ ਸਾਹਿਬ ਤੇ ਸਮਾਪਤੀ ਹੈ। ਹਾਂਜੀ, ਪੜ੍ਹ ਦਿਓ। ਜੁਗ ਲੋਕਨ ਸੁਖ ਦੈਨ ਰਾਖੇ ਦੇ ਕਰ ਹਾਥ ਗੁਰ ਪਾਈ ਕੁਸ਼ਲ ਸਭ ਚੈਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਹੀ ਬੇਨਤੀ ਹੈ ਵੀ ਅਰਦਾਸ ਦੇ ਵਿੱਚ ਕੱਲ੍ਹ ਤੋਂ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦੀ ਆਰੰਭਤਾ ਦੀ ਵੀ ਅਰਦਾਸ ਹੋ ਜਾਏਗੀ। ਕੱਲ੍ਹ ਤੋਂ ਜਿਹੜਾ ਖਾਲਸਾਈ ਇਤਿਹਾਸ ਹੈ ਉਹਦੀ ਕਥਾ ਮਹਾਰਾਜ ਸਾਹਿਬ ਦੇ ਇਤਿਹਾਸ ਤੋਂ ਬਾਅਦ ਹੋਵੇਗੀ। ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਵੀ ਆਪ ਜੀ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਪਿਆਰ ਸਾਹਿਬ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਾਪ ਅਸਥਾਨ ਤੇ ਸੰਗਤ ਜੀ ਲੰਮੇ ਸਮੇਂ ਤੋਂ ਜੋ ਨਾਨਕ ਪ੍ਰਕਾਸ਼ ਅਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਆਰੰਭ ਹੋਈ ਸੀ। ਅੱਜ ਇਹ ਕਥਾ ਦਾ ਨਿਰਵਿਘਨਤਾ ਸਹਿਤ ਸੰਪੂਰਨ ਹੋ ਪਿਆ ਹੈ। ਔਰ ਜਿਵੇਂ ਗਿਆਨੀ ਮਨਜੀਤ ਸਿੰਘ ਜੀ ਨੇ ਦਰਸਾਇਆ ਕਿ ਇਹ ਕਥਾ ਸਾਡੇ ਸਤਿਕਾਰਯੋਗ ਗਿਆਨੀ ਭੁਪਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਇੱਥੇ ਹੈਡ ਗ੍ਰੰਥੀ ਦੀ ਸੇਵਾ ਨਿਭਾਈ, ਉਹਨਾਂ ਨੇ ਆਰੰਭ ਕੀਤੀ ਸੀ। ਵਿੱਚ ਹੋਰ ਵੀ ਵਿਦਵਾਨਾਂ ਨੇ ਹਾਜ਼ਰੀਆਂ ਭਰੀਆਂ ਤੇ ਸੰਗਤ ਜੀ ਅੱਜ ਦੀ ਸੰਪੂਰਨਤਾ ਹੋਈ ਹੈ। ਔਰ ਚੂੜਾਮਣ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਕਈ ਗ੍ਰੰਥ ਸੰਗਤ ਦੀ ਚੰਦਾਬੰਦੀ ਵਿੱਚ ਲਿਖੇ ਨੇ, ਉਹਨਾਂ ਨੇ ਸਭ ਤੋਂ ਪਹਿਲਾਂ ਬੂੜੀਆ ਵਿੱਚ ਜਪਜੀ ਸਾਹਿਬ ਜੀ ਦਾ ਟੀਕਾ ਕੀਤਾ ਜਿਹਨੂੰ ਗਰਭਗੰਜਨੀ ਕਿਹਾ ਜਾਂਦਾ ਹੈ। ਉਸ ਤੋਂ ਉਪਰੰਤ
उन्होंने नानक प्रकाश की कथा आरंभ की, जिहदे विच निरोल गुरु नानक साहब जी की कथा है। अते वाल्मीकि रामायण की चंदाबंदी लिखी, उपनिषदां की उन्होंने कथा जिहड़ी सी चंदाबंदी विच लिखी, और कई ग्रंथ जिहड़े सी लिखे। फिर उन्होंने मन विच विचार आई कि सतगुरु नानक साहब जी की कथा विचार तो हुई है, बाकी 9 सतगुरां की कथा रह गई है। संगत जी फिर उन्होंने कैंथल विखे पहला वो पटियाले राजे करम सिंह जी के कोल भर्ती हुए, और राजे करम सिंह तो राजा उदय सिंह जी कविराज भाई संतोष सिंह जी को मंग के लै गया। ते कैंथल दे विच वो हवेली अज भी मौजूद है, जिथे कविराज जी ने श्री गुरु अंगद देव सच्चे पातशाह जी तो लैके 10वें पातशाह साहब श्री गुरु गोबिंद सिंह साहब जी तक 9 गुरु साहिबान जी का इतिहास छंदाबंदी विच लिखिया, अते इहदा नाम रखिया श्री गुरप्रताप सूरज ग्रंथ। जिवें ज्ञानी मनजीत सिंह जी ने दर्शाया है कि साडे देश के अंदर संजय जी जिवें सतगुरां ने बाणी विच भी जिक्र किया है, सूरज एको रुत अनेक। सूरज एक है ते रुतां अनेक ने, और कई विद्वानां ने 12 राशियां मन के ते 12 ही सूरज बने ने। पर गुरप्रताप सूरज ग्रंथ विच 2 ऐन कथन किए गए, 2 सूरज, उत्तरायण ते दक्षिणायन। और संगत जी इहदे विच 12 रासां, 6 रुतां, 2 ऐन कविराज भाई संतोष सिंह जी ने अंकित किए ने। संमत विक्रमी 1900 विच ये ग्रंथ की संपूर्णता हुई है। सन 1843 विच जिथे ये ग्रंथ की संपूर्णता हुई, उत्थे कविराज भाई संतोष सिंह जी ने 5 भूतक शरीर भी इस सन विच ही कैंथल विखे त्याग दिता सी। संगत जी जिहदी विचार आपां हुणे सरवण कीती है, ज्ञानी जी पासों भी महाराज कृपा करियो, उहदे ग्रंथ की संपूर्णता हो गई है। हुण मैनूं अपने चरणों विच निवास बख्शिश करियो। ते संगत जी ये पावन ग्रंथ लिखण तो उपरंत भाई साहब जी गुरपुरी प्याना कर गए सन। साडे सिख धर्म दे अंदर होर भी पावन इतिहास के ग्रंथ ने, जिन्होंने समय समय अनुसार विद्वान जन विचारते रहते हैं। संगत जी प्राचीन पंथ प्रकाश भाई साहब भाई रतन सिंह जी भंगू, जो भाई महताब सिंह जी के पुत्र सन, उन्होंने अंश विचों अगे चल के उन्होंने एक पंथ प्रकाश लिखा है, छोटा जा ग्रंथ है। और इस ग्रंथ विच जो समय समय अनुसार
साडे सिख धर्म दीयां शहादतां हुंदियां रहियां, उन्हां शहादतां दा जिक्र है। और ज्ञानी ग्याल सिंह जी ने प्राचीन पंथ प्रकाश नूं लैके ही उन्होंने पंथ प्रकाश नाम का ग्रंथ लिखिया, जिहदे विच पहला 10 पातशाहियां का इतिहास है, उपरंत सारा सिख इतिहास है। संजय जी इस तरह ही होर भी कवि जड़ा ने, गुरबिलास पातशाही 10वीं, गुरबिलास पातशाही 6वीं, भले वंश विचों भी कुछ विद्वाना ने ग्रंथ लिखे ने। तो संजय जी ये वक्री गल है कि साडे विद्वान उन्हां सारे ग्रंथों को वाचते नहीं, पढ़ते नहीं। कई तो पुरातन जिहड़े ग्रंथ ने वो मिलते ही नहीं अजकल। ते जे किसी जथेबंदी ने पुरातन वो ग्रंथ संभाल के रखे ने, वो विद्यार्थियों को पढ़ाए जाते हैं। ते संगत जी कई बार कई विद्वान जन उन्हां ग्रंथों की कथा अगे नहीं खोलते। तो प्राचीन पंथ प्रकाश या पंथ प्रकाश दे विच साडे शहीदां दीयां दास्तानां उन्होंने किवें असह ते अकह कष्ट सहार के जान जंग युद्ध लड़के शहादतां प्राप्त कीतियां, और कथा भी सानूं सरवण करनी चाहिए। संगत जी पंथ प्रकाश की कथा गुरुद्वारा शहीदगंज साहब जी विखे भी पिछे हुई, और पंथ प्रकाश की कथा गुरुद्वारा दूगढ़वाल साहब ज्ञानी प्रितपाल सिंह जी उन्होंने भी की है। और प्राचीन पंथ प्रकाश की कथा साडे सत्कारयोग सिंह साहब यानी हरप्रीत सिंह जी, जथेदार श्री अकाल तख्त साहब जी, वो पिछले समय तो संगत जी प्राचीन पंथ प्रकाश की जिहड़ी कथा है ना, वो करके ते यूट्यूब ते पाउंदे आ रहे हैं, ताकि संगतां नूं प्राचीन पंथ प्रकाश की कथा का ज्ञान हो सके, पता लग सके कि साडे वड्डियां वडेरियां ने किन्नियां शहादतां पाईयां ने, किन्नियां वड्डियां कुर्बानियां कीतियां। तो संजय जी अज सतगुरु जी ने कृपा की है, श्री गुरप्रताप सूरज ग्रंथ की कथा जिन्होंने नहीं ना आती वो कई बार रोकते भी है। विदेशों के भी कई गुरुद्वारों के विच गुरप्रताप सूरज ग्रंथ की कथा रोकी गई, नहीं जी ये नहीं करनी चाहिए जी, तुसीं दोवें टाइम गुरु ग्रंथ साहब जी की बाणी की कथा करिया। जिन्होंने नहीं आती ना जी, जिवें भाई गुरदास जी ने जिक्र किया, अपना वन्ने सौरे लोका मत्ती दे समझाए, उन्हां विद्वानां की ऐसी हालत है। आप तो उन्होंने वो ग्रंथ पढ़े नहीं होंगे, दूजिया कहेंगे नहीं छो कह रहे इसका की पढ़ना। संगत जी गुरु की बाणी इतिहास की गवाही भरती है, इतिहास गुरु की बाणी की गवाही भरता है। जिहड़ा इतिहास गुरबाणी नाल मेल खांदा है वो सानू जरूर पढ़ना ते सुनना चाहिए। तो सतगुरु कृपा करन, पुरातन समय था संगत जी आठ धर्मां दे ग्रंथ पढ़े जाते सी। काशी विच की पढ़िया जाता सी जी, सतगुरु कलगीधर पातशाह जी ने पंजां सिखां नूं भेजिया सी काशी विच। कादे वास्ते भेजिया सी? संस्कृत पढ़न वास्ते। संगत जी उन्होंने संस्कृत के ग्रंथों का अध्ययन किया सी। कि पुराने समय के
ਬਾਹਰੀ ਧਰਮਾਂ ਦਾ ਵੀ ਗਿਆਨ ਪ੍ਰਾਪਤ ਕੀਤਾ ਜਾਂਦਾ ਸੀ। ਅੱਜ ਦੇ ਸਮੇਂ ਅੰਦਰ ਭਾਵੇਂ ਸਾਡੇ ਕਾਲਜਾਂ ਦੇ ਵਿੱਚ ਇਹ ਥੋੜਾ ਥੋੜਾ ਸਾਖੀ ਦੇ ਰੂਪ ਵਿੱਚ ਪੜ੍ਹਾਇਆ ਜਾਂਦਾ ਹੈ। ਈਸਾਈ ਮਤ ਕੀ ਹੈ, ਇਸਲਾਮ ਮਤ ਕੀ ਹੈ, ਬੌਧ ਮਤ ਕੀ ਹੈ, ਜੈਨੀ ਮਤ ਕੀ ਹੈ, ਇਹ ਸਾਖੀ ਦੇ ਰੂਪ ਵਿੱਚ ਪੜ੍ਹਾਇਆ ਜਾਂਦਾ ਹੈ, ਪਰ ਉਹਨਾਂ ਨੂੰ ਮੁੜ ਤੱਕ ਨਹੀਂ ਜਾਇਆ ਜਾਂਦਾ। ਹਰ ਧੰਨ ਹਨ ਉਹ ਵਿਦਵਾਨ ਜਿਨ੍ਹਾਂ ਨੇ ਸੰਗਤ ਜੀ ਆਪਣੇ ਧਰਮ ਦੇ ਵੀ ਸਾਰੇ ਗ੍ਰੰਥਾਂ ਦਾ ਅਧਿਐਨ ਕੀਤਾ ਤੇ ਬਾਹਰੀ ਆਮ ਧਰਮਾਂ ਦੇ ਗ੍ਰੰਥਾਂ ਦਾ ਵੀ ਅਧਿਐਨ ਕੀਤਾ। तो साड़ी सिख है पर ज्यादा बच्चे जिक्र भी है। ਅਸੀਂ ਆਪਣੇ ਗਿਆਨ ਵਾਸਤੇ ਕੋਈ ਵੀ ਗ੍ਰੰਥ ਪੜ੍ਹ ਸਕਦੇ ਹਾਂ ਤੇ ਸੰਗਤ ਜੀ ਜਿਹੜਾ ਗੁਰਬਾਣੀ ਅਨੁਸਾਰ ਉਹਦੇ ਵਿੱਚੋਂ ਕੋਈ ਗਿਆਨ ਪ੍ਰਾਪਤ ਹੁੰਦਾ ਉਹ ਸੰਗਤ ਨੂੰ ਸੁਣਾ ਵੀ ਸਕਦੇ ਹਾਂ। ਇਸ ਕਰਕੇ ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਸੰਗਤ ਜੀ ਹਰੇਕ ਗੁਰਦੁਆਰੇ ਦੇ ਅੰਦਰ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਨਾਨਕ ਪ੍ਰਕਾਸ਼ ਦੀ ਕਥਾ ਜਿਹੜੀ ਹੈ ਇਹ ਹੁੰਦੀ ਆ ਰਹੀ ਹੈ ਤਕਰੀਬਨ ਗੁਰਦੁਆਰਿਆਂ ਦੇ ਵਿੱਚ। ਪਰ ਇਹਦੇ ਵਿੱਚ ਵੀ ਕਈ ਐਸੇ ਪਾਠ ਨੇ ਜਿਹੜੇ ਉਹ ਸੰਗਤ ਦੇ ਸਨਮੁਖ ਨਹੀਂ ਸੁਣਾਏ ਜਾ ਸਕਦੇ। ਜਿਹੜੇ ਚੰਗੇ ਵਿਦਵਾਨ ਹੁੰਦੇ ਨੇ ਨਾ ਜੀ ਉਹ ਉਹਨਾਂ ਦਾ ਖੰਡਨ ਮੰਡਨ ਵੀ ਕਰ ਲੈਂਦੇ ਨੇ। ਤੇ ਹੁਣ ਜਿਹੜਾ ਮੇਰੇ ਵਰਗਾ ਪੜਿਆ ਨਾ ਹੋਵੇ ਤੇ ਉਹਨੇ ਡਾਕਟਰ ਅਜੀਤ ਸਿੰਘ ਔਲਖ ਦਾ ਟੀਕਾ ਖੋਲ ਲੈਣਾ, ਗਾੜੀ ਰੱਖ ਲੈਣਾ ਤੇ ਜੋ ਉਹਨੇ ਲਿਖਿਆ ਉਹ ਪੜ੍ਹੀ ਜਾਣਾ, ਭਾਵੇਂ ਉਹ ਪੜ੍ਹਨ ਯੋਗ ਹੈ ਜਾਂ ਨਹੀਂ ਪੜ੍ਹਨ ਯੋਗ, ਉਹਨਾਂ ਨੇ ਪੜ੍ਹੀ ਜਾਣਾ। ਸਾਡੇ ਪੰਥ ਦੇ ਵਿੱਚ ਜੇ ਪਿਛਲੇ ਸਮੇਂ ਇਤਿਹਾਸਕ ਰੌਲੇ ਪਏ ਤੇ ਉਹਦਾ ਕਾਰਨ ਇਹੀ ਸੀ, ਜਿਹੜੇ ਅਣਜਾਣ ਬੰਦੇ ਸੀ ਜਿਨ੍ਹਾਂ ਨੇ ਇਸ ਗ੍ਰੰਥ ਨੂੰ ਚੱਜ ਨਾਲ ਪੜ੍ਹਿਆ ਨਹੀਂ, ਵਿਚਾਰਿਆ ਨਹੀਂ, ਉਹਨਾਂ ਦੇ ਕਾਰਨ ਹੀ ਰੌਲੇ ਪਏ। ਤਾਂ ਸਤਿਗੁਰੂ ਜੀ ਕਿਰਪਾ ਕਰਨ, ਗਿਆਨੀ ਮਨਜੀਤ ਸਿੰਘ ਜੀ, ਸਰਦਾਰ ਸਤਿੰਦਰ ਸਿੰਘ ਜੀ ਮੈਨੇਜਰ, ਸਰਦਾਰ ਗੁਰਵਿੰਦਰ ਸਿੰਘ ਜੀ ਔਰ ਜਿੰਨੀਆਂ ਵੀ ਸੰਗਤਾਂ ਆਈਆਂ ਹੋ, ਆਪ ਸਾਰੇ ਧੰਨਤਾ ਦੇ ਯੋਗ ਹੋ, ਵਧਾਈ ਦੇ ਪਾਤਰ ਹੋ। ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਤਿਗੁਰੂ ਜੀ ਕਿਰਪਾ ਕਰਨ ਤੇ ਇਹ ਕਥਾ ਦੇ ਪ੍ਰਵਾਹ ਇਸੇ ਤਰ੍ਹਾਂ ਹੀ ਸਾਡੇ ਗੁਰੂ ਅਸਥਾਨਾਂ ਤੇ ਚੱਲਦੇ ਰਹਿਣ ਤੇ ਗੁਰੂ ਕੀ ਸੰਗਤਾਂ ਵੱਧ ਤੋਂ ਵੱਧ ਆਇਆਂ ਭਰ ਕੇ ਆਪਣੇ ਇਤਿਹਾਸ ਨੂੰ ਸਰਵਣ ਕਰਨ ਤੇ ਉਹ ਸੁਣੇ ਹੋਏ ਇਤਿਹਾਸ ਨੂੰ ਆਪਣੇ ਬੱਚਿਆਂ ਨੂੰ ਵੀ ਸਿਖਾਉਣ। ਅੱਜ ਉਹ ਸਮਾਂ ਨਹੀਂ ਜਦੋਂ ਸੰਗਤ ਜੀ ਕੋਈ ਦੂਜੇ ਧਰਮ ਦੀ ਗੱਲ ਸੁਣਦਾ ਸੀ ਤੇ ਉਹਦੇ ਕੰਨਾਂ ਵਿੱਚ ਛਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਅੱਜ ਉਹ ਕੋਈ ਗੱਲ ਨਹੀਂ। ਤੁਸੀਂ ਆਪਣੇ ਧਰਮ ਦੇ ਗ੍ਰੰਥਾਂ ਦਾ ਅਧਿਐਨ ਕਰ ਸਕਦੇ ਹੋ, ਪੜ੍ਹ ਸਕਦੇ ਹੋ, ਸੁਣ ਸਕਦੇ ਹੋ। ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰੋ, ਇਹ ਜ਼ਰੂਰੀ ਹੈ। ਤਾਂ ਸਤਿਗੁਰੂ ਜੀ ਰਹਿਮਤ ਕਰਨ। ਸਮੂਹ ਸੰਗਤ ਦਾ, ਸਾਰੇ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਜਥੇਦਾਰ ਅਮਰਜੀਤ ਸਿੰਘ ਜੀ ਭਲਾਈਪੁਰ, ਉਹਨਾਂ ਵੀ ਹਾਜ਼ਰੀ ਲਵਾਈ ਹੈ। ਜਥੇਦਾਰ ਬਲਜੀਤ ਸਿੰਘ ਜੀ ਜਲਾਲ ਸੁਨਾ, ਉਹਨਾਂ ਵੱਲੋਂ ਵੀ ਮਹਾਰਾਜ ਸਾਹਿਬ ਦੇ ਦਰਬਾਰਾਂ 'ਚ ਹਾਜ਼ਰੀਆਂ ਭਰੀਆਂ ਗਈਆਂ ਨੇ। ਸੋ ਆਨੰਦ ਸਾਹਿਬ ਜੀ ਦੇ ਪਾਠ ਹੋਣਗੇ। ਉਸ ਤੋਂ ਉਪਰੰਤ ਅਰਦਾਸ ਹੁਕਮਨਾਮਾ। ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਸਿੰਘ ਸਾਹਿਬ ਜੀ ਅਤੇ ਇਹਨਾਂ ਵਰਗੇ ਮਹਾਂਪੁਰਖਾਂ ਦੀਆਂ ਅਸੀਸਾਂ ਦਾ ਸਦਕਾ ਗੁਰੂ ਦਾ ਜਸ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ।
ਆਨੰਦ ਭਇਆ ਮੇਰੀ ਵਾਹਿ ਸਤਿਗੁਰੂ ਮੈਂ ਪਾਇਆ, ਸਤਿਗੁਰ ਤੋਂ ਪਾਇਆ ਸਹਿਜ ਜੀਤੀ ਮਨ ਵਡਿਆ ਵਾਧਾਈ।